ਸਾਂਝਾ ਟੀਵੀ ਦੇਖ ਰਹੇ ਸਾਰੇ ਹੀ ਪਰਿਵਾਰਾਂ ਨੂੰ ਬਲਜਿੰਦਰ ਕੌਰ ਵੱਲੋਂ ਪਿਆਰ ਸਹਿਤ ਸਤਿ ਸ਼੍ਰੀ ਅਕਾਲ ਤੇ ਜੀ ਆਇਆਂ ਨੂੰ ਤੁਹਾਨੂੰ ਸਾਡੇ ਪ੍ਰੋਗਰਾਮ ਖਬਰਸਾਰ ਬਿਹਾਈਂਡ ਦਾ ਨਿਊਜ਼ ਵਿੱਚ ਮੇਰਾ ਤੁਹਾਡੇ ਨਾਲ ਸਾਥ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਹੁੰਦਾ ਤੇ ਵੀਰਵਾਰ ਖਾਸ ਤੌਰ ਤੇ ਸੋਮਵਾਰ ਤੇ ਵੀਰਵਾਰ ਸਾਡੇ ਨਾਲ ਗੁਰਬਾਜ ਸਿੰਘ ਬਰਾੜ ਆਉਂਦੇ ਨੇ। ਬਹੁਤ ਹੀ ਵਧੀਆ ਖਬਰਾਂ ਸਾਡੇ ਤੱਕ ਲੈ ਕੇ ਆਉਂਦੇ ਨੇ। ਗੱਲ ਕਰ ਲੋ ਕਿ ਖਬਰਾਂ ਦਾ ਭੰਡਾਰ ਹੀ ਡਿਸਕਸ ਕਰਨ ਦੇ ਲੈ ਕੇ ਆਉਂਦੇ ਨੇ। ਸੋ ਸਾਰੀਆਂ ਖਬਰਾਂ ਇੰਨੀਆਂ ਜ਼ਰੂਰੀ ਆ ਸਾਡੀਆਂ ਡਿਸਕਸ ਕਰਨੀਆਂ ਕਿ ਸਾਡੇ ਸ਼ਹਿਰ 'ਚ ਸਾਡੇ ਮੁਲਕ 'ਚ ਸਾਡੇ ਪੰਜਾਬ 'ਚ ਕੀ ਹੋ ਰਿਹਾ ਹੈਗਾ ਤੇ ਸਾਡੇ ਗਵਾਂਢ ਮੁਲਕ 'ਚ ਕੀ ਹੋ ਰਿਹਾ ਹੈਗਾ। ਸੋ ਸਾਡੇ ਸਕਰੀਨ ਤੇ ਨੰਬਰ ਵੀ ਆ ਰਹੇ ਨੇ, ਤੁਸੀਂ ਇਹਨਾਂ ਨੰਬਰਾਂ ਤੇ ਕਾਲ ਕਰਕੇ ਆਪਣੇ ਵਿਚਾਰ ਵੀ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਤੁਹਾਡੇ ਕੋਲ ਕੋਈ ਖਬਰ ਹੈ ਜਿਹੜੀ ਤੁਸੀਂ ਚਾਹੁੰਦੇ ਹੋ ਕਿ ਬਾਕੀਆਂ ਨੂੰ ਪਤਾ ਲੱਗੇ, ਸ਼ਾਇਦ ਸਾਡੇ ਅੱਖੋਂ ਪਰੋਖੇ ਹੋ ਗਈ ਹੋਵੇ, ਤੇ ਤੁਸੀਂ ਵੀ ਸਾਨੂੰ ਫੋਨ ਕਰ ਸਕਦੇ ਹੋ। ਸਕਰੀਨ ਤੇ ਜਿਹੜਾ ਨੰਬਰਾਂ ਤੇ ਅਸੀਂ ਤੁਹਾਨੂੰ ਦੱਸਿਆ ਇਹਨਾਂ ਤੇ ਕਰਕੇ ਸਾਡੇ ਨਾਲ ਗੱਲ ਕਰ ਸਕਦੇ ਹੋ। ਸੋ ਅਸੀਂ ਗੁਰਬਾਜ ਸਿੰਘ ਬਰਾੜ ਹੋਣਾ ਨੂੰ ਜੀ ਆਇਆਂ ਕਹਿੰਦੇ ਆ ਤੇ ਅੱਜ ਦੇ ਖਬਰਾਂ ਦੀ ਅਸੀਂ ਇਹਨਾਂ ਤੋਂ ਜਾਣਕਾਰੀ ਲੈਂਦੇ ਹਾਂ। ਸੋ ਬਰਾੜ ਸਾਹਿਬ ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਤੁਹਾਨੂੰ। ਸਤਿ ਸ਼੍ਰੀ ਅਕਾਲ ਜੀ। ਸਾਂਝਾ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਬਹੁਤ ਵਧੀਆ ਜੀ। ਮੈਨੂੰ ਲੱਗਦਾ ਕਿ ਹੁਣ 2 ਦਿਨਾਂ ਦਾ ਜਿਹੜਾ ਵਿੱਚ ਵਕਫਾ ਹੁੰਦਾ ਆ ਤੇ ਉਸ ਦੌਰਾਨ ਕਾਫੀ ਕੁਝ ਤੁਹਾਡੇ ਕੋਲ ਵਧੀਆ ਖਬਰਾਂ ਜਮ੍ਹਾਂ ਹੋ ਜਾਂਦੀਆਂ। ਬਿਲਕੁਲ ਜੀ। ਔਰ ਖਬਰਾਂ ਸਾਰੀਆਂ ਇੰਨੀਆਂ ਮਹੱਤਵਪੂਰਨ ਹੁੰਦੀਆਂ ਨੇ ਕਿ ਸਾਨੂੰ ਸਾਂਝੀਆਂ ਕਰਨੀਆਂ ਬਣਦੀਆਂ ਨੇ। ਉਡੀਕ ਕਰਦੇ ਰਹਿੰਦੇ ਨੇ ਦਰਸ਼ਕ ਤੇ ਆਪਾਂ ਨੂੰ ਜਦੋਂ ਮੌਕਾ ਮਿਲਦਾ ਆਪਾਂ ਸਾਰੀਆਂ ਤੇ ਹੀ ਅੱਜ ਚਰਚਾ ਕਰਾਂਗੇ ਜੀ। ਤੇ ਕੱਲ ਅਸੀਂ ਗੱਲ ਕੀਤੀ ਸੀ ਸਕੂਲ ਸਪਟੈਂਬਰ 10 ਨੂੰ ਖੁੱਲਣ ਜਾ ਰਹੇ ਆ। ਸੋ ਬਹੁਤ ਸਾਰੀਆਂ ਗਾਈਡਲਾਈਨਸ ਆਈਆਂ ਸੀ, ਬਹੁਤ ਸਾਰੀ ਫੰਡਿੰਗ ਸਕੂਲਾਂ ਨੂੰ ਦਿੱਤੀ ਗਈ ਸੀ, ਪਰ ਅੱਜ ਤੁਸੀਂ ਸਕੂਲਾਂ ਦੇ ਬਾਰੇ ਇੱਕ ਨਵੀਂ ਅਪਡੇਟ ਲੈ ਕੇ ਆਏ ਆ। ਸੋ ਮੈਂ ਚਾਹੂੰਗੀ ਕਿ ਕਰੋਨਾ ਤੇ ਅਸੀਂ ਬਾਅਦ ਵਿੱਚ ਡਿਸਕਸ ਕਰਦੇ ਆ, ਪਰ ਪਹਿਲਾਂ ਸਕੂਲ ਬਹੁਤ ਜ਼ਰੂਰੀ ਆ। ਸੋ ਬੱਚਿਆਂ ਨਾਲ ਰਿਲੇਟਡ ਆ, ਸੋ ਤੁਸੀਂ ਇਹਦੇ ਬਾਰੇ ਸਾਨੂੰ ਦੱਸੋ। ਬਿਲਕੁਲ ਜੀ। ਤੁਸੀਂ ਜਿਸ ਤਰ੍ਹਾਂ ਇਸ ਮੁੱਦੇ ਦੀ ਗੰਭੀਰਤਾ ਨੂੰ ਸਮਝਦੇ ਆ, ਸਭ ਤੋਂ ਪਹਿਲਾਂ ਇਹਦੀ ਤੇ ਚਰਚਾ ਕਰਨ ਦਾ ਫੈਸਲਾ ਕੀਤਾ ਹੈ ਜੀ, ਕਿਉਂਕਿ ਇਹ ਮੁੱਦਾ ਸਾਡੇ ਪਰਿਵਾਰਾਂ ਨਾਲ, ਸਾਡੇ ਸਮਾਜ ਨਾਲ ਸਿੱਧੇ ਤੌਰ ਤੇ ਜੁੜਿਆ ਹੋਇਆ ਹੈ। ਬਿਲਕੁਲ ਜੀ। ਬੱਚਿਆਂ ਦੀ ਪੜ੍ਹਾਈ ਬਹੁਤ ਜ਼ਰੂਰੀ ਹੈ। ਗਰਮੀਆਂ ਦੀਆਂ ਛੁੱਟੀਆਂ ਮਗਰੋਂ ਸਕੂਲ ਦੁਬਾਰਾ ਖੁੱਲਣ ਜਾ ਰਹੇ ਨੇ। ਬਿਲਕੁਲ ਜੀ। 10 ਸਤੰਬਰ ਨੂੰ ਵਿਦਿਆਰਥੀਆਂ ਨੂੰ ਕਲਾਸਾਂ 'ਚ ਵਾਪਸ ਬੁਲਾਇਆ ਗਿਆ। ਅਧਿਆਪਕ 8 ਸਤੰਬਰ ਨੂੰ ਸਕੂਲਾਂ 'ਚ ਪਹੁੰਚ ਜਾਣਗੇ। ਹੁਣ ਵੀ ਸਕੂਲ ਖੁੱਲੇ ਹੋਏ ਨੇ। ਪ੍ਰਿੰਸੀਪਲ ਤੇ ਸੈਕਟਰੀ ਸਕੂਲਾਂ ਵਿੱਚ ਹਾਜ਼ਰ ਹੁੰਦੇ ਨੇ। ਸਕੂਲਾਂ 'ਚ ਫੋਨ ਕਰਕੇ ਕੋਈ ਵੀ ਜਾਣਕਾਰੀ ਲਈ ਜਾ ਸਕਦੀ ਹੈ। ਸਕੂਲਾਂ 'ਚ ਪ੍ਰਬੰਧ ਕੀਤੇ ਜਾ ਰਹੇ ਨੇ। ਸਿੱਖਿਆ ਮੰਤਰੀ ਰੌਬ ਫਲੈਮਿੰਗ ਹੋਰਾਂ ਨੇ ਕੱਲ ਜਿਹੜੀ ਪ੍ਰੈਸ ਕਾਨਫਰੰਸ ਕੀਤੀ, ਕੁਝ ਹੱਦ ਤੱਕ ਉਹਦੇ 'ਚ BC ਦੇ ਸਕੂਲਾਂ ਨੂੰ ਖੋਲੇ ਜਾਣ ਬਾਰੇ ਪਤਾ ਲੱਗ ਗਿਆ। ਪਹਿਲੀ ਗੱਲ ਤਾਂ ਇਹ ਕਿ ਪਿਛਲੇ ਹਫ਼ਤੇ ਆਪਾਂ ਸਰੀ ਸਕੂਲ ਡਿਸਟ੍ਰਿਕਟ ਤੋਂ ਕਮਿਊਨੀਕੇਸ਼ਨ ਦੀ ਮੈਨੇਜਰ ਰਤਿੰਦਰ ਮੈਥੂ ਨਾਲ ਗੱਲਬਾਤ ਕੀਤੀ ਸੀ। ਉਹਨਾਂ ਨੇ ਦੱਸਿਆ ਸੀ ਕਿ ਅਸੀਂ ਯੋਜਨਾ ਜਮ੍ਹਾਂ ਕਰਵਾ ਦਿਆਂਗੇ। ਉਹ ਯੋਜਨਾ ਜਮ੍ਹਾਂ ਹੋ ਗਈ ਤੇ ਉਹਨੂੰ ਪ੍ਰਵਾਨਗੀ ਵੀ ਮਿਲ ਗਈ ਜੀ। ਸਰੀ ਸਭ ਤੋਂ ਵੱਡਾ ਸਕੂਲੀ ਜ਼ਿਲ੍ਹਾ ਹੈ, ਜਿਹਦੇ 'ਚ ਵਿਦਿਆਰਥੀਆਂ ਦੀ ਗਿਣਤੀ 75,000 ਦੇ ਕਰੀਬ ਹੈ। ਸਰੀ ਤੋਂ ਬਾਅਦ ਵੈਨਕੂਵਰ ਨੇ ਸਕੂਲੀ ਯੋਜਨਾ ਜਮ੍ਹਾਂ ਕਰਵਾਈ। BC ਦੇ 60 ਸਕੂਲੀ ਜ਼ਿਲ੍ਹੇ ਨੇ। 60 ਦੇ 60 ਸਕੂਲੀ ਜ਼ਿਲ੍ਹਿਆਂ ਦੀ ਯੋਜਨਾ ਨੂੰ ਸਿੱਖਿਆ ਮੰਤਰੀ ਨੇ ਹਰੀ ਝੰਡੀ ਦੇ ਦਿੱਤੀ ਹੈ, ਪ੍ਰਵਾਨਗੀ ਦੇ ਦਿੱਤੀ ਹੈ। ਨਾਲ ਉਹਨਾਂ ਦੀ ਸ਼ਲਾਘਾ ਕੀਤੀ ਹੈ ਕਿ ਮੈਂ ਤੁਹਾਡੀ ਯੋਜਨਾ ਤੋਂ ਬਹੁਤ ਮੁਤਾਸਰ ਹੋਇਆ, ਤੁਸੀਂ ਬਹੁਤ ਚੰਗੀ ਤਰ੍ਹਾਂ ਇਹ ਸਾਰੀ ਯੋਜਨਾ ਤਿਆਰ ਕਰਕੇ ਲਿਆਏ ਹੋ ਤੇ ਇਹਦੇ ਵਿੱਚ ਜੋ ਕੁਝ ਉਹਨਾਂ ਨੇ ਉਲੀਕਿਆ ਉਹ ਸਾਰਾ ਕੁਝ ਸਕੂਲਾਂ ਨੇ ਆਪੋ ਆਪਣੀ ਵੈਬਸਾਈਟ ਦੇ ਉੱਪਰ ਵੀ ਪਾਤਾ, ਕਿਉਂਕਿ ਹਰ ਇੱਕ ਸਕੂਲ ਦੇ ਵਿੱਚ ਵਿਦਿਆਰਥੀਆਂ ਦੀ ਗਿਣਤੀ ਵੱਖੋ ਵੱਖਰੀ ਹੈ। ਕਿਸੇ ਸਕੂਲ ਦੇ ਵਿੱਚ 1500 ਵਿਦਿਆਰਥੀ ਵੀ ਪੜ੍ਹਦੇ ਨੇ ਤੇ ਕਿਸੇ ਸਕੂਲ ਦੇ ਵਿੱਚ 95 ਵਿਦਿਆਰਥੀ ਵੀ ਪੜ੍ਹਦੇ ਨੇ। ਇੱਕੋ ਜੀ ਜਿਹੜੀ ਯੂਨੀਵਰਸਲ ਜਿਹੜੀ ਪਾਲਿਸੀ ਉਹ ਸਾਰੇ ਸਕੂਲਾਂ ਤੇ ਲਾਗੂ ਨਹੀਂ ਕੀਤੀ ਜਾ ਸਕਦੀ ਸੀ। ਇਸ ਕਰਕੇ ਸਕੂਲਾਂ ਨੇ ਆਪਣੇ ਰਾਹੀਂ, ਵੈਬਸਾਈਟਸ ਰਾਹੀਂ, ਮੀਡੀਆ ਰਾਹੀਂ ਮਾਪਿਆਂ ਤੱਕ ਇਹ ਗੱਲ ਪਹੁੰਚਾਈ ਕਿ ਤੁਸੀਂ ਵੀ ਫੀਡਬੈਕ ਦਿਓ, ਔਰ ਅਜੇ ਵੀ ਫੀਡਬੈਕ ਲਈ ਜਾ ਰਹੀ ਹੈ। ਇਸੇ ਦੌਰਾਨ ਹੀ ਕੱਲ ਫੈਡਰਲ ਫੰਡਿੰਗ ਦਾ ਐਲਾਨ ਹੋਇਆ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਟੋਰਾਂਟੋ ਦੇ ਇੱਕ ਸਕੂਲ 'ਚ ਪਹੁੰਚੇ। ਸਕੂਲ 'ਚ ਜਾ ਕੇ ਉਹਨਾਂ ਨੇ $2 ਬਿਲੀਅਨ ਦੇ ਫੰਡ ਦੇਣ ਦਾ ਐਲਾਨ ਕੀਤਾ। ਇਹ ਫੰਡ ਜਿਹੜੇ ਸੂਬਿਆਂ ਨੂੰ ਦਿੱਤੇ ਜਾਣਗੇ, ਸੂਬਿਆਂ ਤੇ ਪ੍ਰੋਵਿੰਸਸ ਨੂੰ ਤੇ ਟੈਰੀਟਰੀਜ਼ ਨੂੰ ਇਹ ਫੰਡ ਵੰਡੇ ਜਾਣਗੇ। ਇਹਨਾਂ ਫੰਡਾਂ ਬਾਰੇ ਆਪਾਂ ਥੋੜੀ ਦੇਰ ਤੱਕ ਸਾਡੇ ਨਾਲ ਫੈਡਰਲ ਨੁਮਾਇੰਦੇ ਵੀ ਸ਼ਾਮਲ ਹੋਣਗੇ, ਉਹਨਾਂ ਤੋਂ ਵੀ ਆਪਾਂ ਜਾਣਕਾਰੀ ਲੈਣੀ ਹੈ। ਜੇ ਉਹਨਾਂ ਨੇ ਸਮਾਂ ਕੱਢਿਆ ਸਾਡੀ ਗੱਲਬਾਤ ਤੋਂ ਸੁਣ ਰਹੇ ਹੋਣਗੇ ਤੇ ਉਹਦੇ ਬਾਰੇ ਵੀ ਦੱਸਣਗੇ। ਪਰ ਇਹ ਫੰਡ ਆ ਜਿਹੜੇ ਸੂਬਿਆਂ ਰਾਹੀਂ ਸਕੂਲਾਂ ਨੂੰ ਵੰਡੇ ਜਾਣੇ ਆ। ਪਰ ਇਹਨਾਂ ਫੰਡਾਂ ਦੀ ਲੋੜ ਕੀ ਪਈ, ਇਹਨਾਂ ਦਾ ਮਕਸਦ ਕੀ ਸੀ, ਕਿਉਂਕਿ ਹੁਣ ਯੋਜਨਾ ਤਾਂ ਘੜੀ ਜਾ ਚੁੱਕੀ ਹੈ। ਸਕੂਲ ਖੋਲੇ ਜਾਣ ਦਾ ਐਲਾਨ ਪਹਿਲਾਂ ਹੀ ਹੋ ਚੁੱਕਿਆ ਤੇ ਇਹ ਫੰਡ ਫਿਰ ਕਿੱਥੇ ਖਰਚ ਕੀਤੇ ਜਾਣਗੇ ਤੇ ਕਦੋਂ ਇਹ ਫੰਡ ਜਿਹੜੇ ਸਕੂਲਾਂ ਤੱਕ ਪਹੁੰਚਣਗੇ, ਇਹਦੇ ਬਾਰੇ ਸਾਨੂੰ ਜਾਣਕਾਰੀ ਲੈਣੀ ਪਏਗੀ ਜੀ। ਬਿਲਕੁਲ ਜੀ। ਸਾਡੇ ਨਾਲ ਸਾਡੇ ਪਾਰਲੀਮੈਂਟ ਮੈਂਬਰ ਸੁਖ ਧਾਲੀਵਾਲ ਜੀ ਸਾਡੇ ਨਾਲ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਆ।
ਹਾਂਜੀ ਸੁਖ ਧਾਲੀਵਾਲ ਜੀ, ਜੀ ਆਇਆਂ ਨੂੰ ਜੀ ਤੁਹਾਨੂੰ ਸਾਂਝਾ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਭੈਣ ਬਲਜਿੰਦਰ ਤੁਹਾਡਾ ਤੇ ਗੁਰਬਾਜ ਸਿੰਘ ਉਹਨਾਂ ਦਾ, ਔਰ ਤੁਹਾਨੂੰ ਔਰ ਤੁਹਾਡੇ ਸਮੂਹ ਦਰਸ਼ਕਾਂ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਧਾਲੀਵਾਲ ਸਾਹਿਬ, ਕੱਲ ਫੈਡਰਲ ਫੰਡਿੰਗ ਦਾ ਐਲਾਨ ਹੋਇਆ। ਟੋਰਾਂਟੋ 'ਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ $2 ਬਿਲੀਅਨ ਦੇ ਫੰਡ ਦਾ ਐਲਾਨ ਕੀਤਾ ਹੈ। ਉਹ ਸੂਬਿਆਂ ਨੂੰ ਦਿੱਤੇ ਜਾਣਗੇ ਸਕੂਲਾਂ ਨੂੰ ਸੁਰੱਖਿਅਤ ਢੰਗ ਨਾਲ ਦੁਬਾਰਾ ਖੋਲ੍ਹਣ ਲਈ। ਉਹ ਇਹ ਸਾਨੂੰ ਦੱਸੋ ਕਿ ਇਹ ਫੰਡ ਕਦੋਂ ਤੱਕ ਸਕੂਲਾਂ ਤੱਕ ਪਹੁੰਚ ਜਾਣਗੇ ਜੀ? ਦੇਖੋ, ਸਾਨੂੰ ਪਹਿਲਾਂ ਤੁਹਾਨੂੰ ਇਹ ਪਤਾ ਹੋਣਾ ਕਿ ਤੁਹਾਡੇ ਜਿਹੜੇ ਸਰੋਤੇ ਆ ਦਰਸ਼ਕ ਨੇ ਉਹਨਾਂ ਨੂੰ ਵੀ ਆਪਾਂ ਕਲੀਅਰ ਕਰ ਦਈਏ ਕਿ ਜਿਹੜੇ ਸਕੂਲ ਹੈਗੇ ਨੇ ਉਹ ਪ੍ਰੋਵਿੰਸ਼ੀਅਲ ਜੂਰੀਡਿਕਸ਼ਨ ਹੈਗੀ, ਪ੍ਰੋਵਿੰਸ਼ੀਅਲ ਗਵਰਨਮੈਂਟ ਦੇ ਥੱਲੇ ਆਉਂਦੇ ਹੈਗੇ ਨੇ। ਪਰ ਬਹੁਤ ਸਾਰੇ ਮਾਪਿਆਂ ਨੇ ਇਹ ਜਿਹੜੇ ਕੰਸਰਨ ਰੇਜ਼ ਕੀਤੇ ਸੀ ਕਿ ਉਹਨਾਂ ਦੇ ਬੱਚੇ ਜਿਹੜੇ ਆ ਉਹ ਸੇਫ ਜਿਹੜੇ ਆ ਸਕੂਲਾਂ ਜਾਣ। ਸੋ ਉਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਆ ਫੈਡਰਲ ਗਵਰਨਮੈਂਟ ਨੇ ਪੇਰੈਂਟਸ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹੁੰਦੇ $2 ਬਿਲੀਅਨ ਦਾ ਜਿਹੜਾ ਤੁਸੀਂ ਕਹਿੰਦੇ ਹੋ ਅਨਾਊਂਸਮੈਂਟ ਕੀਤੀ ਸੂਬਿਆਂ ਨੂੰ ਔਰ ਟੈਰੀਟਰੀਜ਼ ਨੂੰ ਦੇਣ ਦੀ। ਉਹਦੇ ਵਿੱਚੋਂ $242 ਮਿਲੀਅਨ ਜਿਹੜੇ ਨੇ ਉਹ ਇਕੱਲੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਆਉਣੇ ਹੈਗੇ ਆ। ਔਰ ਜਿਹੜਾ $2 ਬਿਲੀਅਨ ਆ ਉਹਦੇ ਉਹ ਔਨ ਦਾ ਟਾਪ ਆਫ $19 ਬਿਲੀਅਨ ਜਿਹੜੇ ਪਹਿਲਾਂ ਆਲਰੇਡੀ ਸੇਫ ਸਟਾਰਟ ਲਈ ਦਿੱਤੇ ਸੀ ਉਹਦੇ ਵਿੱਚ ਆ। ਔਰ ਇਹ ਜਿਹੜਾ ਹੈ ਉਹ 'ਚ $1 ਬਿਲੀਅਨ ਜਿਹੜਾ ਵਾ ਉਹ ਹੁਣ ਐਡਵਾਂਸ ਕਰ ਦੇਣਾ ਉਹਨਾਂ ਨੂੰ। ਔਰ ਉਸ ਤੋਂ ਬਾਅਦ ਦਸੰਬਰ ਦੇ ਵਿੱਚ ਪ੍ਰਾਈਮ ਮਿਨਿਸਟਰ ਨੇ ਕਿਹਾ ਕਿ ਸੂਬਿਆਂ ਦੇ ਪ੍ਰੀਮੀਅਰ ਜਿਹੜੇ ਨੇ ਉਹ ਸਾਨੂੰ ਦੱਸਣ ਵੀ ਉਹਨਾਂ ਦੀ ਕਾਰਜਕਾਰੀ ਕੀ ਰਹੀ, ਉਹਨਾਂ ਨੇ ਕਿਸ ਤਰੀਕੇ ਦੇ ਨਾਲ ਜਿਹੜਾ ਹੈਗਾ ਉਹ ਹੈਲਪ ਕੀਤੀ, ਕੀ ਪ੍ਰੋਗਰੈਸ ਮੇਕ ਕੀਤੀ ਜਿਹੜੀ ਸੀਗੀ, ਤਾਂ ਕਿ ਸਟੂਡੈਂਟਸ, ਟੀਚਰਸ ਤੇ EMPLOYEE ਜਿਹੜੇ ਆ ਉਹ ਸੇਫ ਰਹਿ ਸਕਣ ਸਕੂਲਾਂ ਦੇ ਵਿੱਚ। ਉਹ ਜਦੋਂ ਰਿਪੋਰਟ ਦੇਣਗੇ ਤਾਂ ਫਿਰ ਜਿਹੜਾ $1 ਬਿਲੀਅਨ ਦੂਸਰਾ ਹੈਗਾ ਉਸ ਤੋਂ ਬਾਅਦ ਜਿਹੜਾ ਵਾ ਦਸੰਬਰ ਤੋਂ ਉਹ ਰਿਲੀਜ਼ ਕਰਨਗੇ। ਔਰ ਇਹ ਫੰਡਿੰਗ ਜਿਹੜੀ ਹੈਗੀ ਤੁਸੀਂ ਕਹੋਗੇ ਸੋਚਦੇ ਹੋ ਕਾਹਦੇ ਲਈ ਦਿੱਤੀ ਹੈਗੀ, ਇਹ ਬੇਸਿਕਲੀ ਜਿਹੜੇ ਆ ਉਹ ਉਹਨਾਂ ਨੂੰ ਇਹ ਆ ਕਿ ਨਵੇਂ ਜਿਹੜੇ ਨੇ ਜਿਹੜਾ ਅਡਾਪਟੇਬਲ ਲਰਨਿੰਗ ਸਪੇਸਿਸ ਕ੍ਰੀਏਟ ਕਰ ਸਕਣ, ਏਅਰ ਵੈਂਟੀਲੇਸ਼ਨ ਕਲਾਸਰੂਮਸ ਦੇ ਵਿੱਚ, ਪਰਸਨਲ ਪ੍ਰੋਟੈਕਟਿਵ ਇਕਵਿਪਮੈਂਟ ਦੀ ਸਪਲਾਈਜ਼, ਇੰਸ਼ੋਰਿੰਗ ਕਿ ਜਿਹੜੀਆਂ ਪ੍ਰੋਪਰ ਕਲੀਨਿੰਗ ਸਪਲਾਈਜ਼ ਤੇ ਪ੍ਰੋਪਰ ਪ੍ਰੋਟੋਕਾਲ ਜਿਹੜੇ ਆ ਉਹ ਹੈਗੇ ਨੇ, ਤਾਂ ਕਿ ਜਦੋਂ ਬੱਚੇ ਸਕੂਲ ਜਾਂਦੇ ਹੈਗੇ ਆ ਉਹਨਾਂ ਦੇ ਪੇਰੈਂਟਸ ਨੂੰ ਇਹ ਚੀਜ਼ ਦੀ ਵਰੀ ਨਾ ਹੋਵੇ ਕਿ ਬੱਚੇ ਕੰਟੈਮੀਨੇਟ ਹੋਣਗੇ ਔਰ ਜਿਹੜੇ ਪੇਰੈਂਟਸ ਆ ਉਹ ਵਾਪਸ ਕੰਮਾਂ ਤੇ ਜਾ ਸਕਣ। ਤਾਂ ਕਿ ਉਹਨਾਂ ਨੂੰ ਕਰੇ ਆਪਣੀ ਸ਼ਰਤਾਂ ਨਹੀਂ ਲਗਾਈ ਗਈ ਸੀ ਕਿ ਕਿਸੇ ਖਾਸ ਮਕਸਦ ਲਈ ਹੀ ਇਹ ਖਰਚ ਜਾਣਗੇ, ਕਿਉਂਕਿ BC ਟੀਚਰ ਫੈਡਰੇਸ਼ਨ ਨੇ ਮੰਗ ਕਰ ਰਹੀ ਹੈ ਕਿ ਕਲਾਸਾਂ ਦਾ ਆਕਾਰ ਛੋਟਾ ਰੱਖਿਆ ਜਾਏ ਤੇ ਅਧਿਆਪਕ ਹੋਰ ਭਰਤੀ ਕੀਤੇ ਜਾ ਸਕਣ। ਕੀ ਇਸ ਫੰਡਿੰਗ ਚੋਂ ਅਧਿਆਪਕ ਵੀ ਭਰਤੀ ਕਰ ਸਕਦੇ ਨੇ ਸਕੂਲ ਆਪਣੀ ਮਰਜ਼ੀ ਮੁਤਾਬਕ? ਨਹੀਂ, ਫਿਰ ਮੈਂ ਤੁਹਾਨੂੰ ਇੱਕ ਵਾਰ ਕਲੀਅਰ ਕਰ ਦੇਵਾਂ। ਮੈਂ ਜਿਹੜਾ ਤੁਹਾਨੂੰ ਦੱਸਿਆ ਉਹ ਇਹ ਹੈਗਾ ਕਿ ਸਾਡਾ ਇਹ ਫੋਕਸ ਜਿਹੜਾ ਵਾ ਉਹ ਪ੍ਰੋਵਿੰਸ਼ੀਅਲ ਗਵਰਨਮੈਂਟ ਦਾ, ਸਾਡਾ ਫੋਕਸ ਔਨ ਦਾ ਟਾਪ ਆਫ ਜਿਹੜਾ ਪ੍ਰੋਵਿੰਸ਼ੀਅਲ ਗਵਰਨਮੈਂਟ ਦੀ ਹੈਗੀ ਆ, ਜਿਹਦੇ ਵਿੱਚ ਐਕਸਟਰਾ ਜਿਹੜੀ ਅਸੀਂ ਜਿਹੜੀ ਦੇਣੀ ਹੈਗੀ ਉਹ ਇਹ ਸਿਰਫ ਤੇ ਸਿਰਫ ਉਹ ਬੱਚਿਆਂ ਦੀ ਸੇਫਟੀ ਦੇ ਲਈ ਜਿਹੜਾ ਹੈਗਾ, ਰਾਈਟ। ਉਹ ਚਾਹੇ ਪਹਿਲਾਂ ਦੱਸਿਆ ਜਿਸ ਤਰ੍ਹਾਂ ਵੈਂਟੀਲੇਸ਼ਨ ਹੋਵੇ, ਏਅਰ ਵੈਂਟੀਲੇਸ਼ਨ ਹੋਵੇ, ਚਾਹੇ ਪ੍ਰੋਟੈਕਟਿਵ ਜਿਹੜਾ ਵਾ ਸਪਲਾਈ ਇਕਵਿਪਮੈਂਟ ਉਹਨਾਂ ਦੀ ਹੋਵੇ, ਜਾਂ ਜਿਹੜਾ ਕਲੀਨਿੰਗ ਸਪਲਾਈਜ਼ ਤੇ ਕਲੀਨਿੰਗ ਪ੍ਰੋਟੋਕਾਲਸ ਨੇ, ਜਾਂ ਅਡਾਪਟ ਲਰਨਿੰਗ ਸਪੇਸਿਸ ਬਣਾਉਣੇ ਕਿ ਕਿਸ ਤਰੀਕੇ ਦੇ ਨਾਲ ਉਹ ਕ੍ਰੀਏਟਿਵ ਜਿਹੜਾ ਵਾ ਉਹ ਡਿਜ਼ਾਈਨ ਕਰ ਸਕਦੇ ਆ ਤਾਂ ਕਿ ਬੱਚੇ ਜਿਹੜੇ ਨੇ ਉਹ ਪੜ੍ਹਾਈ ਵੀ ਕਰ ਸਕਣ ਔਰ ਸੇਫ ਵੀ ਹੋਣ। ਸੋ ਉਹਨਾਂ ਚੀਜ਼ਾਂ ਲਈ ਹੋਣੇ, ਨਾ ਕਿ ਜਿਹੜੇ ਟੀਚਰ ਹਾਇਰ ਕਰਨ ਨੂੰ ਜਾਂ ਹੋਰ ਕਰਨ ਲਈ। BC ਦੇ ਵਿੱਚ ਫਸਟ ਨੇਸ਼ਨ ਕਬੀਲੇ ਦੇ ਬਹੁਤ ਸਾਰੇ ਬੱਚੇ ਵੱਖਰੇ ਸਕੂਲਾਂ 'ਚ ਪੜ੍ਹਦੇ ਨੇ, ਉਹਨਾਂ ਲਈ ਅਲੱਗਾ ਫੰਡ ਐਲਾਨਿਆ ਗਿਆ ਜਾਂ ਇਸ ਫੰਡ ਦੇ ਵਿੱਚੋਂ ਹੀ ਰਾਸ਼ੀ ਦਿੱਤੀ ਜਾਏਗੀ ਜੀ? ਜੇ ਮੈਨੂੰ ਥੋੜਾ ਸੁਣਿਆ ਤੁਸੀਂ ਜੇ ਇੰਡੀਜੀਨਸ ਪੀਪਲ ਦੀ ਗੱਲ ਕਰਦੇ? ਬਿਲਕੁਲ ਜੀ, ਹਾਂਜੀ, ਮੂਲ ਵਾਸੀਆਂ ਦੀ ਜਦੋਂ ਗੱਲ ਕਰਦੇ ਹੈਗੇ ਆ, ਕਿਉਂਕਿ ਉਹ ਜਿਹੜੀ ਜੂਰੀਡਿਕਸ਼ਨ ਹੈਗੀ ਉਹ ਫੈਡਰਲ ਗਵਰਨਮੈਂਟ ਦੀ ਆ। ਜਿਹੜੇ ਇੰਡੀਜੀਨਸ ਪੀਪਲਸ ਜਿਹੜੇ ਉਹ ਰਿਜ਼ਰਵ ਦੇ ਜਿਹੜੀ ਐਜੂਕੇਸ਼ਨ ਹੈਗੀ ਸਕੂਲ ਦੇ ਵਿੱਚ, ਉਹ ਜਿਹੜੀ ਹੈਗੀ ਉਹ ਪ੍ਰੋਵਿੰਸ਼ੀਅਲ ਜੂਰੀਡਿਕਸ਼ਨ ਦੇ ਅੰਡਰ ਨਹੀਂ ਆਉਂਦਾ, ਉਹ ਫੈਡਰਲ ਜੂਰੀਡਿਕਸ਼ਨ ਦੇ ਅੰਡਰ ਆਉਂਦਾ ਕਰਕੇ ਉਹਨਾਂ ਨੂੰ ਜਿਹੜੀ ਆ ਉਹ ਅੱਡ ਫੰਡਸ ਜਿਹੜੇ ਆ ਉਹ ਮੁਹੱਈਆ ਕੀਤੇ ਜਾਣਗੇ। ਇਹ ਜਿਹੜਾ $2 ਬਿਲੀਅਨ ਹੈ ਸਿਰਫ ਤੇ ਸਿਰਫ ਜਿਹੜੇ ਪ੍ਰੋਵਿੰਸ਼ੀਅਲ ਗਵਰਨਮੈਂਟ ਜਿਹੜੇ ਸਕੂਲਸ ਨੂੰ ਜਿਨ੍ਹਾਂ ਤੇ ਉਹਨਾਂ ਦੀ ਜੂਰੀਡਿਕਸ਼ਨ ਆ ਸਿਰਫ ਤੇ ਸਿਰਫ ਉਹਨਾਂ ਸਕੂਲਾਂ ਨੂੰ ਆ, ਔਰ ਪਰ ਕੈਪੀਟਾ ਜਿਸ ਸੂਬੇ ਦੇ ਵਿੱਚ ਕਿੰਨੇ ਬੱਚੇ ਆ ਉਸ ਹਿਸਾਬ ਦੇ ਨਾਲ ਹੀ ਜਿਹੜੀ ਹੈਗੀ ਆ ਮਨੀ ਉਹ ਐਲੋਕੇਟ ਕੀਤੀ ਆ। ਮੂਲ ਵਾਸੀਆਂ ਲਈ ਜਿਹੜਾ ਹੈਗਾ ਉਹ ਅੱਡ ਇਹਦੇ ਔਨ ਦਾ ਟਾਪ ਆਫ $2 ਬਿਲੀਅਨ ਉਹ ਐਡੀਸ਼ਨਲ ਜਿਹੜੀ ਫੰਡਿੰਗ ਆ ਉਹ ਅਸੀਂ ਉਹਨਾਂ ਨੂੰ ਦੇਣੀ ਆ, ਕਿਉਂਕਿ ਉਹਨਾਂ ਨੂੰ ਪ੍ਰੋਵਿੰਸ਼ੀਅਲ ਸਹਾਇਤਾ ਨਹੀਂ ਮਿਲਦੀ। ਧਾਲੀਵਾਲ ਸਾਹਿਬ, ਇਮੀਗ੍ਰੇਸ਼ਨ ਦੇ ਵਿੱਚ ਕੁਝ ਤਬਦੀਲੀਆਂ ਕੀਤੀਆਂ ਗਈਆਂ ਨੇ। ਆਰਜ਼ੀ ਤਬਦੀਲੀਆਂ ਦਾ ਐਲਾਨ ਹੋਇਆ ਮੰਤਰੀ ਵੱਲੋਂ। ਜਿਹੜੇ ਵਿਜ਼ਟਰ ਕੈਨੇਡਾ ਵਿੱਚ ਆਏ ਹੋਏ ਨੇ ਹੁਣ ਕਹਿੰਦੇ ਉਹਨਾਂ ਨੂੰ ਬਾਹਰ ਜਾਣ ਦੀ ਲੋੜ ਨਹੀਂ ਪਏਗੀ ਤੇ ਵਰਕ ਪਰਮਿਟ ਇੱਥੇ ਰਹਿੰਦਿਆਂ ਹੀ ਉਹ ਅਪਲਾਈ ਕਰ ਸਕਣਗੇ। ਇਹਦੇ ਬਾਰੇ ਵਿਸਥਾਰ 'ਚ ਦੱਸੋ ਜੀ, ਕੀ ਨਵੀਆਂ ਤਬਦੀਲੀਆਂ ਹੋਈਆਂ? ਇਹ ਇੱਕ ਨਵੀਂ ਜਿਹੜੀ ਟੈਂਪਰੇਰੀ ਮੇਜਰ ਜਿਹੜੀ ਹੈ ਉਹ ਲੈ ਕੇ ਆਂਦੀ ਗਵਰਨਮੈਂਟ ਨੇ,
ਉਹ ਟੈਂਪਰੇਰੀ ਮੇਜਰ ਇਹ ਕਹਿੰਦੀ ਆ ਕਿ ਵੀ ਇਸ ਵੇਲੇ ਜਿਹੜੇ ਇੱਥੇ ਕੈਨੇਡਾ 'ਚ ਲੋਕ ਆਏ ਹੋਏ ਸੀ, ਚਾਹੇ ਉਹ ਵਿਜ਼ਟਰ ਨੇ, ਚਾਹੇ ਜਿਨ੍ਹਾਂ ਦਾ ਵਰਕ ਪਰਮਿਟ ਖਤਮ ਹੋਣ ਜਾ ਰਿਹਾ, ਰਿਨਿਊ ਹੋਣਾ ਸੀ, ਉਹਨਾਂ ਨੂੰ ਹੁਣ ਕੰਟਰੀ ਤੋਂ ਬਾਹਰ ਨਹੀਂ ਜਾਣਾ ਪਊ। ਉਹਨਾਂ ਨੂੰ ਕੰਟਰੀ ਦੇ ਵਿੱਚ ਹੀ ਜੇ ਇੰਪਲੋਇਰ ਜਿਹੜਾ ਹੈਗਾ ਉਹ ਇੱਕ ਸਟਰੋਂਗ ਜੌਬ ਆਫਰ ਦਿੰਦਾ ਹੈਗਾ ਤਾਂ ਉਹ ਇੰਪਲੋਇਰ ਸਪੈਸੀਫਿਕ ਹੋਊਗੀ। ਸਿਰਫ ਜਿਹੜੇ ਇੰਪਲੋਇਰ ਚਿੱਠੀ ਦਊਗਾ ਉਸੇ ਇੰਪਲੋਇਰ ਦੇ ਨਾਲ ਜਿਹੜੇ ਨੇ ਉਹ ਕੰਮ ਕਰ ਸਕਦੇ, ਔਰ ਉਹਨਾਂ ਨੂੰ ਜਿਹੜਾ ਵਰਕ ਪਰਮਿਟ ਹੈਗਾ ਉਹ ਆਨਲਾਈਨ ਅਪਲਾਈ ਕਰਕੇ ਉਹਨਾਂ ਨੂੰ ਵਰਕ ਪਰਮਿਟ ਉਹਨਾਂ ਨੂੰ ਮਿਲ ਜਾਊਗਾ। ਇਹ ਮੇਕ ਸ਼ੋਰ ਕਰਨਾ ਕਿ ਇਹ ਜਿਹੜਾ ਹੈਗਾ ਇਹ ਚਾਹੇ ਉਹ LMI ਜਾਂ LMI ਐਗਜ਼ੈਂਪਟ ਸਾਰੀਆਂ ਜੌਬਸ ਇਹਦੇ ਵਿੱਚ ਕਵਰ ਹੈਗੀਆਂ ਨੇ, ਪਰ ਇਹ ਸਿਰਫ ਤੇ ਸਿਰਫ ਟੈਂਪਰੇਰੀ ਪ੍ਰੋਗਰਾਮ ਆ ਔਰ ਇਹਦਾ ਖਾਤਮਾ ਜਿਹੜਾ ਹੈਗਾ ਉਹ ਮਾਰਚ 31, 2021 ਦੇ ਵਿੱਚ ਹੋ ਜਾਣਾ। ਸੋ ਹੁਣ ਤੋਂ ਲੈ ਕੇ ਮਾਰਚ 31, 2021 ਤੱਕ ਇਹ ਪ੍ਰੋਗਰਾਮ ਲਾਗੂ ਕੀਤਾ ਗਿਆ। ਜੌਬ ਆਫਰ ਲੈਣ ਦੀ ਹੁਣ ਵੀ ਲੋੜ ਰਹੇਗੀ ਜਿੱਤੇ LMIA ਦਾ ਜ਼ਿਕਰ ਤੁਸੀਂ ਕੀਤਾ। LMIA ਦਾ ਪਿਛਲੇ ਕਈ ਸਾਲਾਂ ਤੋਂ ਕਾਫੀ ਰੌਲਾ ਪੈ ਰਿਹਾ ਜੀ ਕਿ LMIA ਸੇਲ ਤੇ ਲੱਗੇ ਹੋਏ ਨੇ। ਮਿਨਿਸਟਰ ਦੇ ਧਿਆਨ 'ਚ ਵੀ ਇਹ ਮਾਮਲਾ ਕਈ ਵਾਰ ਲਿਆਂਦਾ ਗਿਆ। ਅਹਿਮਦ ਹੁਸੈਨ ਹੁਣ ਬਦਲ ਗਏ ਨੇ, ਨਵੇਂ ਮਿਨਿਸਟਰ ਆਏ ਨੇ, ਤੁਹਾਡੀ ਉਹਨਾਂ ਨਾਲ ਗੱਲਬਾਤ ਹੁੰਦੀ ਰਹੇਗੀ। ਲੋਕਾਂ ਨੇ ਤੁਹਾਡੇ ਤੱਕ ਵੀ ਇਹ ਮਸਲਾ ਚੁੱਕਿਆ ਤੇ ਲੱਗਦਾ ਕਿ ਇਸ ਵਰਤਾਰੇ ਨੂੰ ਠੱਲ ਪਏਗੀ ਜੀ। ਫੈਡਰਲ ਸਰਕਾਰ ਵੱਲੋਂ ਕੀ ਨਵੇਂ ਕਦਮ ਚੁੱਕੇ ਜਾ ਰਹੇ ਨੇ? ਸਰ ਦੇਖੋ, ਜਦੋਂ ਤੁਸੀਂ ਕਦਮਾਂ ਦੀ ਗੱਲ, ਇੱਕ ਬਹੁਤ ਗਲਤ ਜਿਹੜੀ ਚੀਜ਼ ਹੈ ਇਹ ਹੋ ਰਹੀ ਸਾਡੇ ਸਮਾਜ ਦੇ ਵਿੱਚ, ਜਿਹੜੀ ਹੋਣੀ ਨਹੀਂ ਚਾਹੀਦੀ, ਠੀਕ ਹੈ ਨਾ। ਇਸ ਲਈ ਤੁਸੀਂ ਵੀ ਸਹਿਮਤ ਹੋਵੋਗੇ, ਹਰ ਇੱਕ ਇਨਸਾਨ ਸਹਿਮਤ ਆ। ਪਰ ਸਾਡਾ ਜਿਹੜਾ ਮੇਨ ਫੋਕਸ ਇਹ ਹੈਗਾ ਸੀਗਾ ਕਿ ਪਹਿਲਾਂ ਇਹ ਪ੍ਰੋਬਲਮ ਆ ਰਹੀ ਸੀ ਜੀ ਵੀ ਕਈ ਇਮੀਗ੍ਰੇਸ਼ਨ ਕੰਸਲਟੈਂਟਸ ਜਿਹੜੇ ਨੇ ਉਹ ਬਾਉਂਡਰੀਜ਼ ਕ੍ਰਾਸ ਕਰਦੇ ਆ, ਜਿਹਦੇ ਵਿੱਚ ਐਥੀਕਲ ਬ੍ਰੀਚ ਹੋ ਸਕਦਾ, ਕ੍ਰਿਮੀਨਲ ਬ੍ਰੀਚ ਹੋ ਸਕਦਾ। ਉਸ ਨੂੰ ਮੱਦੇਨਜ਼ਰ ਰੱਖਦਿਆਂ ਗੌਰਮੈਂਟ ਨੇ ਅਨਾਊਂਸ ਕੀਤਾ ਸੀ ਕਿ ਅਸੀਂ ਜਿਸ ਤਰੀਕੇ ਦੇ ਨਾਲ ਦੂਜੇ ਪ੍ਰੋਫੈਸ਼ਨਲ ਦੀ, ਚਾਹੇ ਉਹ ਡਾਕਟਰਸ ਨੇ, ਅਕਾਊਂਟੈਂਟਸ ਨੇ, ਇੰਜੀਨੀਅਰਸ ਨੇ, ਸਰਵੇਅਰਸ ਨੇ, ਉਹਨਾਂ ਦੀਆਂ ਐਸੋਸੀਏਸ਼ਨ ਜਿਹੜੀਆਂ ਨੇ ਬਣੀਆਂ ਨੇ, ਉਹਨਾਂ ਦੇ ਪੀਅਰ ਜਿਹੜੇ ਉਹਨਾਂ ਨੂੰ ਕੰਟਰੋਲ ਕਰਦੇ ਆ। ਇਸ ਤਰ੍ਹਾਂ ਸੈਲਫ ਗਵਰਨਿੰਗ ਬੋਡੀ ਲੈ ਕੇ ਆਵਾਂਗੇ ਤਾਂ ਕਿ ਜਿਹੜਾ ਵੀ ਫਿਰ ਉਸ ਵੇਲੇ ਕੋਈ ਐਸੇ ਕੰਮ ਕਰਦਾ ਤਾਂ ਉਹਨੂੰ ਜਿਹੜੀ ਸਜ਼ਾਵਾਂ ਬਣਦੀਆਂ ਉਹਨਾਂ ਦੀ ਐਸੋਸੀਏਸ਼ਨ ਜਿਹੜੀਆਂ ਨੇ ਉਹ ਦੇ ਸਕਦੀਆਂ ਨੇ। ਔਰ ਦੂਸਰਾ ਇਹ ਸੀਗਾ ਕਿ ਇਹ ਤਾਂ ਸੀ ਉੱਤੇ, ਦੂਸਰਾ ਕਿ ਜਿਸ ਤਰੀਕੇ ਦੇ ਨਾਲ ਹੁਣ ਹੈਗਾ ਸੀਗਾ ਉਹਨੂੰ ਐਨਫੋਰਸਮੈਂਟ ਦੀ ਗੱਲ ਕਰਦੇ ਹੈਗੇ ਆ। ਆਡਿਟਿੰਗ ਸ਼ੁਰੂ ਕੀਤੀ ਕੰਪਨੀਜ਼ ਦੀ, ਵੀ ਜਿਨ੍ਹਾਂ ਕੰਪਨੀਜ਼ ਨੂੰ ਪਹਿਲਾਂ ਵਰਕ ਪਰਮਿਟ ਮਿਲੇ ਉਹ ਕਿਹੋ ਜਿਹਾ, ਉਹਨਾਂ ਨੇ ਕਿੰਨੇ ਬੰਦੇ ਰੱਖੇ, ਕਿੰਨੇ ਨਹੀਂ ਰੱਖੇ, ਉਹ ਸਾਰਾ ਕੁਛ ਮੱਦੇਨਜ਼ਰ ਰੱਖਦਿਆਂ ਹੁਣ ਛਾਪੇ ਵੀ ਮਾਰੇ ਗਏ ਬਹੁਤ ਸਾਰੇ ਬਿਜ਼ਨਸ ਦੇ। ਔਰ ਜਦੋਂ ਇਹ ਆਡਿਟ 'ਚ ਪੈ ਜਾਂਦਾ ਉਦੋਂ ਫਿਰ ਇੰਪਲੋਇਰ ਨੂੰ ਜਿਹੜੀਆਂ ਨੇ ਉਹ LMIs ਜਿਹੜੀਆਂ ਦੇਣੀਆਂ ਉਦੋਂ ਤੱਕ ਬੰਦ ਹੋ ਜਾਂਦੀਆਂ ਨੇ, ਜਦੋਂ ਤੱਕ ਉਹ ਸੈਟਿਸਫਾਈ ਨਾ ਕਰੇ, ਆਡਿਟਿੰਗ ਦੇ ਵਿੱਚੋਂ ਪਾਸ ਨਾ ਹੋਵੇ। ਸੋ ਕਾਫੀ ਜ਼ਿਆਦਾ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾ ਰਹੀ ਆ, ਪਰ ਜਿਹੜੀ ਤਾੜੀ ਆ ਉਹ ਕਹਿੰਦੇ ਨੇ ਵੀ ਇੱਕ ਹੱਥ ਨਾਲ ਨਹੀਂ ਦੋ ਹੱਥਾਂ ਨਾਲ ਹੀ ਵੱਜਦੀ ਆ। ਉਹਦੇ ਵਿੱਚ ਇੱਕ ਸਾਨੂੰ ਅਵੇਅਰਨੈਸ ਲਿਆਉਣੀ ਚਾਹੀਦੀ। ਜਿਹੜੇ ਲੋਕ ਪੈਸੇ ਚੱਕੀ ਫਿਰਦੇ ਆ ਨਾ, ਇਹਨਾਂ ਨੂੰ ਇਹ ਦੱਸਣਾ ਚਾਹੀਦਾ ਵੀ ਭਾਈ ਤੁਹਾਡਾ ਬਣਨਾ ਕੁਛ ਨਹੀਂ, ਤੁਸੀਂ ਆਪਣੇ ਪੈਸੇ ਖਰਾਬ ਕਰ ਰਹੇ ਹੋ, ਠੀਕ ਹੈ ਨਾ। ਇਹ ਜਿਹੜੇ ਹੁਣ ਇੱਥੇ ਫਾਰਮ ਵਰਕਰ ਦੇ ਹਜ਼ਾਰਾਂ ਦੇ ਵਿੱਚ ਪਰਮਿਟ ਲਏ ਆ, ਆਪਾਂ ਨੂੰ ਵੀ ਪਤਾ ਕਿ ਜਿਹੜਾ ਫਾਰਮ ਵਰਕਰ ਆ ਜੇ ਉਹ ਤੁਹਾਡੇ ਕੋਲ ਪ੍ਰੋਪਰ ਕੁਆਲੀਫਿਕੇਸ਼ਨ ਨਹੀਂ ਹੈ, ਸੁਪਰਵਾਈਜ਼ਰ ਨਹੀਂ, ਤੁਸੀਂ ਪੱਕੇ ਨਹੀਂ ਹੋ ਸਕਦੇ। ਸੋ ਇਹ ਅਵੇਅਰਨੈਸ ਮੀਡੀਆ ਇੱਕ ਪੋਜ਼ਿਟਿਵ ਰੋਲ ਅਦਾ ਕਰ ਸਕਦਾ। ਐਗਜ਼ਾਮਪਲ ਮੈਂ ਤੁਹਾਨੂੰ ਪਰਫੈਕਟ ਐਗਜ਼ਾਮਪਲ ਦੇ ਦਿੰਦਾ। ਮੈਕਸੀਕੋ ਤੋਂ ਵਰਕਰ ਆਉਂਦੇ ਨੇ ਜਿਹੜੇ, ਉਹ ਜਦੋਂ ਇੱਥੇ ਉਤਰਦੇ ਐਗਰੀਕਲਚਰ ਵਰਕਰਸ, ਉਹਨਾਂ ਦੀ 에ਅਰਪੋਰਟ ਦੇ ਉੱਤੇ ਜਿਹੜੀ ਫੀਸ ਹੈ, ਚਾਹੇ ਉਹ $60 ਚਾਹੇ 50 ਜੋ ਵੀ ਹੈਗੀ, ਉਹ ਵੀ ਫਾਰਮਰ ਨੂੰ ਦੇਣੀ ਪੈਂਦੀ ਹੈਗੀ। ਔਰ ਫਿਰ ਉਹਨਾਂ ਦੀਆਂ ਰਹਿਣ ਦੀਆਂ ਜਿਹੜੀਆਂ ਸਿਹਤ ਸਹੂਲਤਾਂ ਸਭ ਉਹ ਬਰਕਰਾਰ ਕੀਤੀਆਂ ਜਾਂਦੀਆਂ ਨੇ ਉੱਥੇ, ਕੈਬਨ ਜਿਹੜੇ ਨੇ। ਔਰ ਉਹਨਾਂ ਨੂੰ ਆ ਕੇ ਚੈੱਕ ਕਰਦਾ ਉਹਨਾਂ ਦਾ ਕਾਉਂਸਲਰ ਜਨਰਲ ਜਿਹੜਾ ਮੈਕਸੀਕੋ ਦਾ, ਕਿ ਮੇਕ ਸ਼ੋਰ ਕਿ ਉਹ ਵਰਕਰ ਜਿਹੜੇ ਨੇ ਉਹਨਾਂ ਦਾ ਰਹਿਣ ਸਹਿਣ ਇੱਥੇ ਠੀਕ ਆ, ਤੇ ਉਹਨਾਂ ਨੂੰ ਇੱਕ ਪੈਸਾ ਨਹੀਂ ਦੇਣਾ ਪੈਂਦਾ ਇੱਥੇ ਆਉਣ ਲਈ। ਤੇ ਸਾਡਾ ਜਿਹੜਾ ਫਾਰਮ ਵਰਕਰ ਆ ਰਿਹਾ ਵਾ ਹਿੰਦੁਸਤਾਨ ਤੋਂ, ਉਹ ਜੇਬਾਂ ਭਰੀ ਫਿਰ ਰਿਹਾ, ਮੇਰੇ ਤੋਂ 15 ਲੈ ਲਓ ਜੀ, ਮੇਰੇ ਤੋਂ 20 ਲੈ ਲਓ ਜੀ, ਮੇਰੇ ਤੋਂ 40 ਲੈ ਲਓ ਜੀ, ਠੀਕ ਹੈ ਨਹੀਂ। ਪਰ ਇਹ ਕਿਉਂ ਕਰਦੇ ਨੇ? ਉਹਨਾਂ ਨੂੰ ਇਹ ਪਤਾ ਹੋਣ ਦੇ ਬਾਵਜੂਦ ਕਿ ਉਹਨਾਂ ਨੇ ਪੱਕੇ ਨਹੀਂ ਹੋਣਾ, ਉਹਦੇ ਬਾਵਜੂਦ ਕਿ ਉਹਨਾਂ ਦੇ ਕਿਸੇ ਸਿਰੇ ਨਹੀਂ ਲੱਗਣਾ, ਉਹ ਇਹੋ ਜਿਹਾ ਕੰਮ ਕਰਦੇ। ਉਹਨਾਂ ਨੂੰ ਅਵੇਅਰਨੈਸ ਸਾਨੂੰ ਉਹਨਾਂ ਨੂੰ ਵੀ ਲਿਆਉਣੀ ਚਾਹੀਦੀ ਵੀ ਇਹ ਜਿਹੜੀ ਉਹ ਵੀ ਜਿਹੜਾ ਹੈਗਾ ਇਸ ਨੂੰ ਬੰਦ ਕਰਨ, ਨਾ ਪੈਸੇ ਦੇਣ। ਅਰ ਮੈਂ ਤੁਹਾਨੂੰ ਦਾਅਵੇ ਨਾਲ ਕਹਿ ਸਕਦਾ ਬਹੁਤ ਸਾਰੇ ਫੀਲਡ ਐਸੇ ਆ ਜਿਹਦੇ ਵਿੱਚ ਅੱਜ ਬਹੁਤ ਸ਼ਾਰਟੇਜ ਆ ਵਰਕਫੋਰਸ ਦੀ। ਮਿਹਨਤਾਂ ਕਰਦੇ ਫਿਰਦੇ ਇੰਪਲੋਇਰ, ਤੁਸੀਂ ਐਟਲਾਂਟਿਕ ਕੈਨੇਡਾ ਚਲੇ ਜਾਓ, ਕੁਬੈਕ ਚਲੇ ਜਾਓ, ਨਾਰਦਰਨ ਚਲੇ ਜਾਓ, ਰਾਈਟ। ਸੋ ਉਹਦੇ ਵਿੱਚ ਚਾਹੀਦਾ ਜੇ ਇਹ ਬੰਦ ਕਰ ਦੇਣ ਪੈਸੇ ਦੇਣੇ, ਫਿਰ ਜਿਹੜੀਆਂ ਨੌਕਰੀਆਂ ਨੇ ਉਹਨਾਂ ਨੂੰ
ਮਿਲ ਜਾਣਗੇ। ਅੱਜ ਟਰੱਕ ਇੰਡਸਟਰੀ 'ਚ ਵੀ ਲਾ ਲਓ, ਮੈਂ ਦਾਅਵੇ ਨਾਲ ਕਹਿ ਸਕਦਾ ਵੀ ਅੱਜ ਇੰਨੀ ਸ਼ੋਰਟੇਜ ਆ ਉਹਦੇ ਵਿੱਚ। ਟਰੱਕ ਡਰਾਈਵਰ ਜਿਹੜਾ ਵਾ ਪ੍ਰੋਪਰ ਉਹਦਾ ਲਾਇਸੈਂਸ ਲੈ ਲਿਆ ਜਿਹਨੇ, ਉਹਨੂੰ ਅੱਜ ਕੋਈ ਪ੍ਰੋਬਲਮ ਨਹੀਂ ਗੀ ਜਿਹੜੀ ਆ ਉਹ ਵਰਕ ਪਰਮਿਟ ਲੈਣ ਦੀ, ਜੇਕਰ ਉਹ ਇੰਪਲੋਇਰ ਸਪੈਸੀਫਿਕ ਜਿਹੜਾ ਵਾ ਉਹਨਾਂ ਕੋਲ ਜਾਂਦਾ ਹੈਗਾ। ਸੋ ਉਹ ਇਹ ਚੀਜ਼ ਸਾਨੂੰ ਉੱਥੇ ਵੀ ਅਵੇਅਰਨੈਸ ਲਿਜਾਉਣੀ ਚਾਹੀਦੀ। ਔਰ ਦੂਸਰਾ ਅਸੀਂ ਇਹ ਵੀ ਕੀਤਾ ਸੀ ਵੀ ਜੇਕਰ ਕੋਈ ਉਹਨਾਂ ਨੂੰ ਲੱਗਦਾ ਐਕਸਪਲੋਇਟੇਸ਼ਨ ਹੋ ਰਹੀ ਉਹਨਾਂ ਦੀ, ਸਪੋਜ਼ ਕਰੋ ਕੋਈ ਪੈਸੇ ਮੰਗਦਾ ਹੈਗਾ ਜਾਂ ਗਲਤ ਤਰੀਕੇ ਦੇ ਨਾਲ ਉਹਨਾਂ ਨਾਲ ਵਿਹਾਰ ਕੀਤਾ ਜਾਂਦਾ, ਉਹਨਾਂ ਨੂੰ ਅਸੀਂ ਓਪਨ ਵਰਕ ਪਰਮਿਟ ਜਿਹੜੇ ਸੀ ਉਹ ਦੇਣੇ ਸ਼ੁਰੂ ਕਰ ਦਿੱਤੇ। ਰਾਈਟ, ਫਿਰ ਉਹਦੇ ਵਿੱਚ ਇਹ ਹੈ ਨਾ, ਜਿੱਥੇ ਸਮਾਜ 'ਚ ਸੁਧਾਰ ਨਹੀਂ ਨਾ ਆਉਂਦਾ ਉਦੋਂ ਤਾਈਂ ਭੈਣ ਬਲਜਿੰਦਰ ਤੇ ਆਪਣਾ ਗੁਰਵਾਜ ਇਹ ਸੁਧਾਰ ਨਹੀਂ ਆ ਸਕਦਾ। ਕਿਉਂਕਿ ਫਿਰ ਕੀ ਕਰਨ ਲੱਗੇ, ਹੁਣ ਉਹ ਅੱਗੇ ਹੁੰਦਾ ਸੀ ਇੰਪਲੋਇਰ ਬਣਾਇਆ ਤਾਂ ਸੀ ਵੀ ਜਿਹੜੇ ਇੰਪਲੋਇਰ ਆ ਉਹ ਇੰਪਲੋਈਜ਼ ਨੂੰ ਐਕਸਪਲੋਇਟ ਨਾ ਕਰਨ, ਪਰ ਉਹਦੇ ਬਣਦਿਆਂ ਸਾਰ ਹੀ ਬਹੁਤ ਸਾਰੇ ਕੇਸ ਮੇਰੇ ਸਾਹਮਣੇ ਆਏ ਨੇ ਜਿਨ੍ਹਾਂ ਦਾ ਮੈਨੂੰ ਪਰਸਨਲ ਨੌਲੇਜ ਵੀ ਆ ਉਹ ਕੇਸਿਸ ਦਾ। ਉਹਦੇ ਵਿੱਚ ਜਿਹੜਾ ਇੰਪਲੋਈ ਆ ਉਹ ਇੰਪਲੋਇਰ ਨੂੰ ਐਕਸਪਲੋਇਟ ਕਰਨ ਲੱਗ ਗਿਆ। ਜਾ ਕੇ ਉੱਦਾਂ ਹੀ ਜਾਂਦੇ ਸੀਗੇ, ਜਾ ਕੇ ਕਿਹਾ ਬਾਰਡਰ ਤੇ ਸਾਨੂੰ ਸਾਡਾ ਇੰਪਲੋਇਰ ਤੰਗ ਕਰਦਾ, ਉਹਨਾਂ ਨੇ ਓਪਨ ਵਰਕ ਪਰਮਿਟ ਦਿੱਤਾ। ਜਾਂ ਕੋਈ ਨੇ ਕਿਸੇ ਨੇ ਕਿਹਾ ਜੀ ਸਾਤੋਂ ਇਹ ਵਰਕ ਪਰਮਿਟ ਦੇ ਪੈਸੇ ਮੰਗਦੇ ਆ, ਰਾਈਟ, ਅਸੀਂ ਵਰਕ ਪਰਮਿਟ ਲੈਣਾ ਸੀ, ਉਹਨਾਂ ਨੂੰ ਵਰਕ ਪਰਮਿਟ ਫ੍ਰੀ ਮਿਲਣੇ ਸ਼ੁਰੂ ਹੋ ਗਏ। ਉਹਦੇ ਵਿੱਚ ਜਦੋਂ ਮਿਸਯੂਜ਼ ਕਰਨਾ ਸ਼ੁਰੂ ਕੀਤਾ, ਹੁਣ ਹੈ ਤਾਂ ਬਣਾਇਆ ਤਾਂ ਸਿਸਟਮ ਸੀਗਾ ਕਿ ਇਹਨੂੰ ਰੋਕਥਾਮ ਪਾਈ ਜਾਵੇ, ਉਹ ਹੈਲਪ ਕੀਤੀ ਜਾਵੇ ਉਹਨਾਂ ਲੋਕਾਂ ਦੀ, ਪਰ ਉਹਨਾਂ ਨੇ ਮਿਸਯੂਜ਼ ਕਰਨ ਕਰਕੇ ਜਿਹੜਾ ਸਹੀ ਬੰਦਾ ਵੀ ਸੀ ਉਹਦਾ ਵੀ ਪੱਠਾ ਬਿਠਾਉਣ ਵਾਲੀ ਗੱਲ ਕਰਤੀ। ਕਿਉਂਕਿ ਹੁਣ ਜਿਹੜਾ ਹੈਗਾ ਉਹਦੀ ਪਹਿਲਾਂ ਇਨਕੁਆਇਰੀ ਕਰਦੇ ਨੇ, ਉਹ ਦੇਖਦੇ ਆ ਵੀ ਜਾਇਜ਼ ਆ ਕਿ ਨਹੀਂ ਜਾਇਜ਼। ਸੋ ਇਸ ਕਰਕੇ ਜਿਹੜਾ ਹੈ ਮੈਂ ਇਹ ਰਿਕੁਐਸਟ ਕਰੂੰ, ਜਿਹੜੇ ਲੋਕ ਚਾਹਵਾਨ ਨੇ ਇੱਥੇ ਕੰਮ ਕਰਨ ਦੇ, ਗੌਰਮੈਂਟ ਉਹਨਾਂ ਦੀ ਮਦਦ ਕਰਨ ਨੂੰ ਹਮੇਸ਼ਾ ਤਿਆਰ ਆ। ਦੇਖ ਲਓ ਹੁਣ ਨਵਾਂ ਖੋਲ੍ਹਿਆ ਹੀ ਆ ਸਿਸਟਮ ਲਿਆਂਦਾ ਟੈਂਪਰੇਰੀ ਜਿਹੜਾ ਸੀਗਾ, ਕਿਉਂਕਿ ਇਸ ਵੇਲੇ ਸਾਨੂੰ ਸ਼ੋਰਟੇਜ ਹੀ ਬਹੁਤ ਸੀਗੀ ਲੇਬਰ ਦੀ, ਚਾਹੇ ਉਹ ਫਾਰਮ ਵਰਕਰ ਸੀ, ਚਾਹੇ ਫਿਸ਼ਰੀ ਦੇ ਵਿੱਚ ਸੀ, ਚਾਹੇ ਹੋਰ ਇੰਡਸਟਰੀ ਦੇ ਵਿੱਚ ਕੁਬੈਕ 'ਚ। ਉਹਦੇ ਕਰਕੇ ਇਹ ਜਿਹੜਾ ਸੀਗਾ ਮੂਹਰੇ ਲੈ ਕੇ ਆਂਦਾ ਵੀ ਤੁਹਾਨੂੰ ਅਸੀਂ ਜਿਹੜਾ ਵਾ ਵਰਕ ਪਰਮਿਟ ਵਿਦਨ ਦੇ ਦਿਆਂਗੇ ਕੰਟਰੀ। ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਹੌਲੀ ਹੌਲੀ ਸੁਧਾਰ ਜਿਹੜਾ ਵਾ ਆਉਣ ਦੇ ਵਿੱਚ ਅਸੀਂ ਗੌਰਮੈਂਟ ਤਤਪਰ ਆ, ਪਰ ਲੋਕ ਵੀ ਸਾਡਾ ਸਾਥ ਦੇਣ, ਬਿਜ਼ਨਸ ਵੀ ਸਾਡਾ ਸਾਥ ਦੇਣ, ਔਰ ਮੀਡੀਆ ਜਿਹੜਾ ਵਾ ਉਹ ਇੱਕ ਬਹੁਤ ਵੱਡਾ ਪੋਜ਼ਿਟਿਵ ਰੋਲ ਅਦਾ ਕਰ ਸਕਦਾ। ਔਰ ਤੁਸੀਂ ਜਿਹੜਾ ਕਰਦੇ ਹੋ, ਥੈਂਕ ਯੂ ਤੁਹਾਡਾ। ਸੁਖ ਧਾਲੀਵਾਲ ਜੀ, ਇੱਕ ਹੋਰ ਤੁਹਾਡੇ ਤੱਕ ਸਵਾਲ ਆ ਕਿ ਕੁਝ ਜਿਹੜੇ ਹੁਣ ਜਿਨ੍ਹਾਂ ਕੋ ਓਪਨ ਵਰਕ ਪਰਮਿਟ ਆ ਜਾਂ ਜਿਹੜੇ ਫਰੰਟ ਲਾਈਨ ਤੇ ਕੰਮ ਕਰਦੇ ਰਹੇ ਕੋਵਿਡ ਦੇ ਚੱਲਦੇ ਆ, ਉਹਨਾਂ ਵੱਲੋਂ ਇੱਕ ਆਨਲਾਈਨ ਵੀ ਪਟੀਸ਼ਨ ਸਾਈਨ ਕੀਤੀ ਜਾ ਰਹੀ ਆ ਤੇ ਵੈਸੇ ਵੀ ਉਹਨਾਂ ਨੇ ਸਾਈਨ ਲੋਕਾਂ ਕੋਲੋਂ ਪਟੀਸ਼ਨ ਕਰਵਾਈ ਆ, ਤਕਰੀਬਨ 15,000 ਤੋਂ ਉੱਪਰ ਤੱਕ ਦੀ ਹੋ ਚੁੱਕੀ ਆ, ਤੇ ਉਹ ਤੁਹਾਨੂੰ ਫਾਈਲ ਹੈਂਡ ਇਨ ਕਰਨ ਜਾ ਰਹੇ ਹੈਗੇ ਆ। ਉਹਦੇ ਬਾਰੇ ਥੋੜਾ ਜਿਹਾ ਦੱਸੋ ਕਿ ਉਹ ਕੀ ਹੈਗਾ ਸਾਰਾ ਕੁਝ। ਦੇਖੋ ਕੋਈ ਵੀ ਇਨਸਾਨ ਆ ਉਹ ਸਮੇਂ ਮੁਤਾਬਕ, ਕਿਉਂਕਿ ਹੁਣ ਦੇਖੋ ਪਿੱਛੇ ਜੇ ਸਟੱਡੀ ਸ਼ੁਰੂ ਹੋਈ ਸੀ ਵਰਕਫੋਰਸ ਸ਼ੋਰਟੇਜ ਦੀ, ਲੇਬਰ ਸ਼ੋਰਟੇਜ ਦੀ, ਉਹਦੀ ਸਟੱਡੀ ਚੱਲਦੀ ਪਈ ਆ, ਕਮੇਟੀ ਸਟੱਡੀ ਕਰਦੀ ਪਈ ਆ। ਉਹਦੇ ਵਿੱਚ ਹੁਣ ਜਦੋਂ ਅਸੀਂ ਉਹਨਾਂ ਨੂੰ ਜਿਹੜੀ ਡਿਮਾਂਡ ਪੂਰੀ ਕਰਨੀ ਆ, ਉਹਦੇ ਲਈ ਸਮੇਂ ਮੁਤਾਬਕ ਪਾਲਿਸੀਆਂ ਸਰਕਾਰ ਚੇਂਜ ਕਰਨ ਨੂੰ ਤਿਆਰ ਆ, ਰਾਈਟ। ਪਰ ਉਹ ਪਾਲਿਸੀਆਂ ਤਾਂ ਹੀ ਚੇਂਜ ਹੋਣਗੀਆਂ ਜੇ ਸਾਨੂੰ ਗ੍ਰਾਸ ਰੂਟਸ ਤੋਂ ਜਿਹੜਾ ਵਾ ਉਹਦੀ ਕੋਈ ਨਾ ਕੋਈ ਫੀਡਬੈਕ ਮਿਲੂਗਾ, ਜਾਂ ਜਿਹੜੇ ਸਟੇਕ ਹੋਲਡਰਸ ਨੇ ਉਹ ਆ ਕੇ ਸਾਨੂੰ ਦੱਸਣਗੇ। ਸੋ ਇਹ ਜਿਹੜੀਆਂ ਪਟੀਸ਼ਨਾਂ ਨੇ ਇੱਕ ਪੋਜ਼ਿਟਿਵ ਸਟੈਪ ਫਾਰਵਰਡ ਹੈਗਾ ਅਵੇਅਰਨੈਸ ਲਿਆਉਣ ਨੂੰ, ਮਿਨਿਸਟਰ ਨੂੰ ਸੁਚੇਤ ਕਰਨ ਵਾਸਤੇ। ਪਰ ਇਵੈਂਚੁਅਲੀ ਜਿਹੜਾ ਹੈਗਾ ਕਿ ਲਿਖਣਾ ਪਊਗਾ ਸਟੇਕ ਹੋਲਡਰ ਜਿਹੜੇ ਐਕਸਪਰਟ ਨੇ ਇਸ ਫੀਲਡ ਦੇ, ਵੀ ਕਿਸ ਤਰੀਕੇ ਦੇ ਨਾਲ ਅਸੀਂ ਮੈਨੇਜ ਕਰ ਸਕਦੇ ਹਾਂ ਵੀ ਜਿਹੜੇ ਲੋਕ ਇੱਥੇ ਵਰਕ ਪਰਮਿਟ ਤੇ ਆਏ ਆ ਉਹਨਾਂ ਨੂੰ ਅਸੀਂ ਕਿੱਦਾਂ ਪੱਕਾ ਕਰ ਸਕਦੇ ਹਾਂ, ਤਾਂ ਕਿ ਜਿਹੜੀ ਸਾਡੀ ਵਰਕ ਫੋਰਸ ਸ਼ੋਰਟੇਜ ਹੈਗੀ ਉਹਨੂੰ ਅਸੀਂ ਪੂਰਾ ਕਰੀਏ। ਔਰ ਇਮੀਗ੍ਰੇਸ਼ਨ ਵੀ ਹੈ ਨਾ, 3.5 ਲੱਖ ਅਸੀਂ ਲੋਕ ਲੈ ਕੇ ਆਉਂਦੇ ਹਾਂ ਬਾਹਰੋਂ ਐਵਰੀ ਈਅਰ। ਹੁਣ ਇਸ ਸਾਲ ਆਏ ਨਹੀਂ ਵੀ ਜੇ ਅਸੀਂ ਉਹ ਕੋਟਾ ਜਿਹੜਾ ਹੈਗਾ ਉਹਦੇ ਨਾਲ ਭਰ ਸਕੀਏ। ਉਹਦੇ ਵਿੱਚ ਇੱਕ ਸਿੰਪਲ ਡਿਸੀਜਨ ਲਿਆ ਸੀ ਮਿਨਿਸਟਰ ਨੇ ਪਿੱਛੇ, ਜਿਹੜੇ ਫਰੰਟ ਲਾਈਨ ਵਰਕਰਸ ਸੀਨੀਅਰ ਕੇਅਰ ਦੇ ਵਿੱਚ ਕੰਮ ਕਰਦੇ ਸੀਗੇ ਉਹਨਾਂ ਨੂੰ ਅਸੀਂ ਜਿਹੜਾ ਵਾ ਉਹ PR ਦੇ ਦਿੱਤੀ। ਕਿਉਂ? ਕਿਉਂਕਿ ਤੁਸੀਂ ਦੇਖਿਆ ਕਿ ਉਹ ਬਾਹਰ ਸਾਹਮਣੇ ਆਇਆ ਸੀਗਾ ਸਟੋਰੀ ਕਿ ਉਹਨਾਂ ਨੂੰ ਸੀਨੀਅਰਸ ਨੂੰ ਪ੍ਰੋਪਰ ਜਿਹੜੇ ਨੇ ਉਹ ਕੇਅਰ ਗਿਵਰਸ ਜਿਹੜੇ ਨੇ ਉੱਥੇ ਉਹਨਾਂ 'ਚ ਨਹੀਂ ਮਿਲ ਰਹੇ, ਰਾਈਟ, ਨਰਸਿਸ ਨੇ ਚਾਹੇ। ਸੋ ਉਸ ਕਰਕੇ ਉਹ ਸਟੈਪ ਲਿਆ ਗਿਆ ਕਿਉਂਕਿ ਉਹ ਜਿਹੜਾ ਸੀ ਪਬਲਿਕ ਪ੍ਰੈਸ਼ਰ ਸੀਗਾ, ਪਬਲਿਕ ਪਾਲਿਸੀ ਬਣਨ ਨੂੰ ਉਹ ਜਿਹੜੀ ਸੀ ਉਹਦੀ ਨੀਡ ਸੀਗੀ। ਸੋ ਇਸੇ ਤਰ੍ਹਾਂ ਜਿਉਂ ਨੀਡ ਸਾਹਮਣੇ ਆਊਗੀ, ਚਾਹੇ ਉਹ ਕੋਈ ਵੀ ਫੀਲਡ ਹੈ, ਚਾਹੇ ਅੱਜ ਫਾਰਮ ਵਰਕਰਸ ਦੀ ਗੱਲ ਕਰ ਲਓ, ਚਾਹੇ ਟਰੱਕਿੰਗ ਇੰਡਸਟਰੀ ਦੀ ਗੱਲ ਕਰ ਲਓ, ਜਿੱਥੇ ਸਾਨੂੰ ਲੱਗੂਗਾ ਵੀ ਇਹ ਡੂਏਬਲ ਆ। ਮਿਨਿਸਟਰ ਮੈਂਡੀਚੀਨੋ ਜਿਹੜੇ ਨੇ ਇੱਕ ਬਹੁਤ ਇੰਟੈਲੀਜੈਂਟ ਔਰ ਬੜੇ ਹੀ ਵਧੀਆ ਨੇ, ਜਿਹੜੇ ਸੁਣਦੇ ਆ ਕਾਕਸ ਨੂੰ। ਸਾਡੇ ਜਿੰਨੇ ਵੀ MP ਜਿਹੜੀ ਗੱਲ ਉਹਨਾਂ ਕੋਲ ਲੈ ਕੇ ਜਾਂਦੇ ਆ ਉਹ ਫਟਾਫਟ ਉਹਦਾ ਐਟਲੀਸਟ ਸਾਨੂੰ ਰਿਸਪੌਂਸ ਦਿੰਦੇ ਆ, ਸਾਨੂੰ
ਪੋਜ਼ਿਟਿਵ ਉਹਨਾਂ ਨੂੰ ਵਾਈਬ੍ਰੇਸ਼ਨਸ ਮਿਲਦੀਆਂ ਹੈਗੀਆਂ। ਸੋ ਇਹ ਕਰਦੇ ਰਹੋ ਕੰਮ ਜਿਹੜਾ ਪਟੀਸ਼ਨ ਵਾਲਾ, ਦਿਸ ਇਜ਼ ਗੁੱਡ ਵਨ, ਬਟ ਇਵੈਂਚੁਅਲੀ ਪਲਾਨ ਲੈ ਕੇ ਆਉਣੀ ਪੈਣੀ ਸਾਹਮਣੇ ਵੀ ਕੀ ਆਲਟਰਨੇਟਸ ਨੇ। ਥੈਂਕ ਯੂ ਵੈਰੀ ਮਚ ਮਿਸਟਰ ਧਾਲੀਵਾਲ ਫॉर योर ਟਾਈਮ ਕਿ ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ ਤੇ ਸਾਨੂੰ ਬਹੁਤ ਸਾਰੀ ਅਪਡੇਟ ਦਿੱਤੀ। ਧੰਨਵਾਦ ਜੀ ਤੁਹਾਡਾ। ਧੰਨਵਾਦ ਭੈਣ ਬਲਜਿੰਦਰ ਤੁਹਾਡਾ ਔਰ ਗੁਰਬਾਜ ਵੀਰ ਜੀ, ਫਿਰ ਇੱਕ ਵਾਰ ਮੇਰੇ ਵੱਲੋਂ ਤੁਹਾਨੂੰ ਤੁਹਾਡਾ ਧੰਨਵਾਦ, ਸਾਂਝਾ ਟੀਵੀ ਦਾ ਧੰਨਵਾਦ ਤੇ ਚੜ੍ਹਦੀ ਕਲਾ ਚ ਰਹੋ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਸੋ ਬਹੁਤ ਵਧੀਆ ਇਹਨਾਂ ਨੇ ਇਨਫੋਰਮੇਸ਼ਨ ਦਿੱਤੀ ਜੀ। ਹਮੇਸ਼ਾ ਹੀ ਜਦੋਂ ਵੀ ਅਸੀਂ ਇਹਨਾਂ ਕੋਲੋਂ ਕੋਈ ਇਨਫੋਰਮੇਸ਼ਨ ਲੈਣੀ ਚਾਹੁੰਦੇ ਆ ਤੇ ਹਮੇਸ਼ਾ ਆਪਣਾ ਫਰਜ਼ ਸਮਝਦੇ ਹੋਏ ਸਾਡੇ ਨਾਲ ਜੁੜਦੇ ਨੇ ਜੀ। ਇੱਕ ਹੋਰ ਇਹਦੇ ਚ ਮੈਂ ਸਪਸ਼ਟ ਕਰ ਦਿਆਂ ਜੀ ਕਿ ਪਹਿਲਾਂ ਜਦੋਂ ਕੈਨੇਡਾ ਦੇ ਵਿੱਚੋਂ ਕੋਈ ਵਿਜ਼ਿਟਰ ਘੁੰਮਣ ਫਿਰਨ ਲਈ ਆਉਂਦਾ ਸੀ, ਉਹ ਇੱਥੇ ਜੇ ਬੇਸ਼ੱਕ ਘੁੰਮਣ ਫਿਰਨ ਦੇ ਇਰਾਦੇ ਨਾਲ ਹੀ ਆਇਆ ਤੇ ਉਹ ਦੇਖਦਾ ਸੀ ਕਿ ਕੈਨੇਡਾ ਇੰਨਾ ਖੂਬਸੂਰਤ ਮੁਲਕ ਹੈ ਜੀ, ਉਹ ਕਿਤੇ ਐਡਵਰਟਾਈਜ਼ਮੈਂਟ ਪੜ੍ਹਦਾ ਜਾਂ ਉਹਨੂੰ ਪਤਾ ਲੱਗਦਾ ਕਿ ਇੱਥੇ ਕੋਈ ਕੰਮ ਮਿਲ ਰਿਹਾ ਤੇ ਮੈਂ ਉਹਦੇ ਲਈ ਢੁਕਵਾਂ, ਤਾਂ ਉਹਦੇ ਲਈ ਉਹ ਅਰਜ਼ੀ ਦੇ ਦਿੰਦਾ ਸੀ ਤੇ ਕੋਈ ਉਹ ਤੋਂ ਪੈਸਾ ਨਹੀਂ ਲੈਂਦਾ ਸੀ। ਵਰਕਰ ਵਧੀਆ ਹੁਨਰਮੰਦ ਕੰਮ ਮਿਲ ਜਾਂਦਾ ਸੀ EMPLOYER ਨੂੰ ਤੇ ਘੁੰਮਣ ਫਿਰਨ ਆਏ ਨੂੰ ਕੰਮ ਮਿਲ ਜਾਂਦਾ ਸੀ। ਇਹ ਹੁੰਦਾ ਰਿਹਾ ਬੜਾ ਲੰਮਾ ਸਮਾਂ, ਬੜਾ ਵਧੀਆ ਚੱਲਦਾ ਰਿਹਾ ਜੀ। ਬਿਲਕੁਲ। ਫਿਰ ਇਹ ਹੋਇਆ ਕਿ ਉੱਥੋਂ ਹੀ ਲੋਕ ਸੋਚ ਕੇ ਤੁਰਨ ਲੱਗ ਪਏ ਕਿ ਤੁਹਾਨੂੰ ਵਰਕ ਪਰਮਿਟ ਇੱਥੇ ਤਾਂ ਨਹੀਂ ਮਿਲਦਾ, ਤੁਸੀਂ ਇੱਕ ਵਾਰੀ ਵਿਜ਼ਟਰ ਵੀਜ਼ੇ ਦੀ ਸਟੈਂਪ ਲਗਾ ਲਓ, ਕੈਨੇਡਾ ਐਂਟਰ ਹੋ ਜਾਓ, ਉੱਥੇ ਜਾ ਕੇ ਦੇਖਦੇ ਹਾਂ ਕੀ ਬਣਦੀ ਹੈ। ਫਿਰ ਉੱਥੇ ਜਾ ਕੇ ਫਿਰ ਤੁਹਾਨੂੰ ਪਤਾ ਹੈ ਬਾਰਡਰ ਤੇ ਲੈ ਜਾਂਦੇ ਸੀ, ਉਹਨੂੰ ਫਲੈਗ ਪੋਲਿੰਗ ਕਹਿੰਦੇ ਨੇ। ਦੂਜੇ ਪਾਸੇ ਖੜੇ ਹੋ ਕੇ ਤੇ CBSA ਦੇ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਕੇ ਉੱਥੇ ਉਹ ਉਹਨਾਂ ਦੀ ਇੰਟਰਵਿਊ ਲੈਂਦੇ ਸੀ ਤੇ ਉਹ ਕਈਆਂ ਦਾ ਰੁਜ਼ਗਾਰ ਚੱਲ ਰਿਹਾ ਸੀ। ਨਾਲ ਟਰਾਂਸਲੇਟਰ ਜਾਂਦੇ ਸੀ ਤੇ ਇੱਕ ਜਣੇ ਤੋਂ $500 5 ਮਿੰਟ ਅੰਗਰੇਜ਼ੀ ਬੋਲਣ ਦਾ ਹੀ ਲੈ ਲੈਂਦੇ ਸੀ। ਹੁਣ ਇਹ ਸਾਰਾ ਕੁਝ ਖਤਮ ਹੋ ਗਿਆ। ਬਾਰਡਰ ਤੇ ਕੋਈ ਇੰਟਰਵਿਊ ਨਹੀਂ ਲੈਣੀ ਕਿਸੇ ਦੀ। ਜੇ ਕੋਈ ਵਿਜ਼ਟਰ ਇੱਥੇ ਵਰਕ ਪਰਮਿਟ ਲਈ ਅਪਲਾਈ ਕਰਦਾ, ਜਿਹੜਾ EMPLOYER ਸਪੈਸੀਫਿਕ ਹੋਏਗਾ, ਓਪਨ ਵਰਕ ਪਰਮਿਟ ਨਹੀਂ ਹੋਏਗਾ, ਜਿਹੜਾ EMPLOYER ਕੰਮ ਦੇਵੇਗਾ ਉਹਦੇ ਕੋਲ ਹੀ ਕੰਮ ਕਰਨਾ ਪਏਗਾ ਤੇ ਆਨਲਾਈਨ ਅਰਜ਼ੀ ਦਿੱਤੀ ਜਾ ਸਕੇਗੀ। 31 ਮਾਰਚ 2021 ਤੱਕ ਦਾ ਸਮਾਂ ਹੈ। ਹੁਣ ਇਹਦੇ ਨਾਲ ਦੇਖੋ ਗੱਲਬਾਤ ਆਪਾਂ ਇੱਥੇ ਕਰ ਰਹੇ ਹਾਂ, ਸਾਰਾ ਕੁਝ ਸਪਸ਼ਟ ਕਰ ਰਹੇ ਹਾਂ, ਆਪਾਂ ਨੂੰ ਇੰਡੀਆ ਦੇ ਵਿੱਚ ਵੀ ਦੇਖਿਆ ਜਾ ਰਿਹਾ ਹੋਊਗਾ ਜਾਂ ਬਾਅਦ ਦੇ ਵਿੱਚ ਵੀ ਸੋਸ਼ਲ ਮੀਡੀਆ ਦੇ ਜ਼ਰੀਏ ਆਪਣਾ ਲਿੰਕ ਜਦੋਂ ਆਪਾਂ ਸ਼ੇਅਰ ਕਰਾਂਗੇ ਉਹਦੇ ਤੇ ਸਾਂਝਾ ਟੀਮ ਨੂੰ ਦੇਖਣਗੇ। ਉੱਥੇ ਆਉਣ ਵਾਲੇ ਦਿਨਾਂ 'ਚ ਤੁਸੀਂ ਦੇਖੋਗੇ ਅਖਬਾਰਾਂ ਤੇ ਟੀਵੀ ਤੇ ਵੱਡੇ ਵੱਡੇ ਇਸ਼ਤਿਹਾਰ ਛਪ ਜਾਣੇ ਆ, ਲੋਕਾਂ ਨੂੰ ਗੁੰਮਰਾਹ ਕੀਤਾ ਜਾਣਾ। ਕੈਨੇਡਾ ਖੁੱਲ ਗਿਆ, ਸਾਈਨ ਬੋਰਡ ਲੱਗ ਜਾਣੇ ਆ ਕਿ ਵਿਜ਼ਟਰ ਪੱਕੇ ਹੋਵੋ, ਸਾਰੇ ਵਿਜ਼ਟਰਾਂ ਨੂੰ ਕੈਨੇਡਾ ਪੱਕੇ ਕਰ ਰਿਹਾ। ਇਸ ਤਰ੍ਹਾਂ ਦੀਆਂ ਗੁੰਮਰਾਹਕੁਨ ਖਬਰਾਂ ਜਿਹੜੀਆਂ ਪ੍ਰਚਾਰੀਆਂ ਜਾਣਗੀਆਂ, ਪਰ ਆਪਾਂ ਇੱਥੇ ਸਪਸ਼ਟ ਕਰ ਦਈਏ ਕਿ ਕੈਨੇਡਾ ਦੇ ਵਿੱਚ ਪੱਕੇ ਹੋਣ ਲਈ ਜਾਂ ਵਰਕ ਪਰਮਿਟ ਲੈਣ ਦੇ ਲਈ ਬਾਕੀ ਸਾਰਾ ਕੁਝ, ਸਾਰੀਆਂ ਸ਼ਰਤਾਂ ਪਹਿਲਾਂ ਵਾਂਗ ਹੀ ਲਾਗੂ ਰਹਿਣਗੀਆਂ। ਸਿਰਫ ਕਿਉਂਕਿ ਹੁਣ ਟਰੈਵਲ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ, ਕੈਨੇਡਾ ਤੋਂ ਆਉਣ ਜਾਣ ਦੇ ਲਈ ਲੋਕਾਂ ਨੂੰ ਨਹੀਂ ਕਿਹਾ ਜਾ ਰਿਹਾ ਕਿ ਨਾ ਤੁਸੀਂ ਬਾਹਰ ਜਾਓ ਤੇ ਨਾ ਬਾਹਰੋਂ ਕਿਸੇ ਨੂੰ ਆਉਣ ਦੀ ਆਗਿਆ। ਉਸ ਕਰਕੇ ਜਿਹੜੇ ਇੱਥੇ ਆ ਚੁੱਕੇ ਨੇ ਪਹਿਲਾਂ ਹੀ, ਉਹਨਾਂ ਨੂੰ ਇਹ ਮੌਕਾ ਦਿੱਤਾ ਜਾ ਰਿਹਾ, ਪਰ ਉਹਨਾਂ ਨੂੰ ਵੀ ਸਾਰੀਆਂ ਬਾਕੀ ਸ਼ਰਤਾਂ ਪੂਰੀਆਂ ਕਰਨੀਆਂ ਪੈਣੀਆਂ, ਫੇਰ ਜਾ ਕੇ ਉਹਨਾਂ ਨੂੰ ਵਰਕ ਪਰਮਿਟ ਮਿਲੇਗਾ, ਜੋ ਕੰਮ ਕਰਨ ਲਈ ਯੋਗ ਹੋ ਸਕਣਗੇ ਜੀ। ਤੇ ਬਿਲਕੁਲ, ਜੇ ਤੁਹਾਨੂੰ ਕੋਈ ਇਸ਼ਤਿਹਾਰ, ਜਿੱਦਾਂ ਅਸੀਂ ਗੱਲ ਕੀਤੀ ਆ ਕਿ ਭਾਰਤ ਦੇ ਵਿੱਚ ਤੁਹਾਨੂੰ ਵੱਡੇ ਵੱਡੇ ਇਸ਼ਤਿਹਾਰ ਜਾਂ ਤੁਹਾਨੂੰ ਕੋਈ ਗੁੰਮਰਾਹ ਕਰੇ ਕਿ ਹੁਣ ਕੈਨੇਡਾ ਦੇ ਵਿੱਚ ਖੁੱਲ ਗਿਆ, ਤੁਸੀਂ ਵਿਜ਼ਟਰ ਜਾ ਕੇ ਵਰਕ ਪਰਮਿਟ ਲੈ ਸਕਦੇ ਆ, ਤੇ ਇੱਕ ਵਾਰੀ ਤੁਸੀਂ ਆਨਲਾਈਨ ਜਾ ਕੇ ਆਪਣੇ ਬੱਚਿਆਂ ਨੂੰ ਜਾਂ ਆਪਣੇ ਰਿਸ਼ਤੇਦਾਰਾਂ ਨੂੰ ਕਿਸੇ ਕੋਲੋਂ ਇਹਦੇ ਬਾਰੇ ਕਨਫਰਮ ਕਰ ਲਿਓ। ਆਪਣੀ ਹੱਡ ਭੰਨਵੀਂ ਜਿਹੜੀ ਹੱਡ ਮਿਹਨਤ ਦੀ ਕਮਾਈ ਐਵੇਂ ਕਿਸੇ ਨੂੰ ਨਾ ਦੇ ਦਿਓ। ਸੋ ਕਈ ਵਾਰੀ ਗੱਲ ਕੁਝ ਨਹੀਂ ਹੁੰਦੀ, ਪਰ ਉਹਦੀ ਡੂੰਘਾਈ ਤੱਕ ਜਾਣ ਦੀ ਜ਼ਰੂਰਤ ਹੁੰਦੀ ਆ। ਹਮੇਸ਼ਾ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਤੁਹਾਡੇ ਪੈਸੇ ਬਚੇ ਰਹਿਣ। ਇੱਕ ਹੋਰ ਜਿਹੜੀ ਜ਼ਰੂਰੀ ਜਾਣਕਾਰੀ ਕਿ ਜੇ ਤੁਹਾਨੂੰ ਕੋਈ ਹੁਣ ਕਹੇ ਕਿ ਤੁਹਾਨੂੰ ਕਿਸੇ ਜਹਾਜ਼ ਤੇ ਚੜਾ ਦਿੰਨੇ ਆ ਤੇ ਵਿਜ਼ਟਰ ਵੀਜ਼ੇ ਤੇ ਚਲੇ ਜਾਓ, ਉੱਥੇ ਤੁਹਾਨੂੰ ਵਰਕ ਪਰਮਿਟ ਜਿਹੜਾ ਮਿਲ ਜਾਏਗਾ, ਇਹ ਜਿਹਾ ਬਿਲਕੁਲ ਨਹੀਂ ਹੋਣ ਲੱਗਾ। ਬਿਲਕੁਲ ਜੀ, ਨਹੀਂ ਹੋ ਰਿਹਾ। ਕਿਉਂਕਿ ਜਿਹੜੇ 24 ਤਰੀਕ ਤੱਕ, 24 ਅਗਸਤ ਨੂੰ ਇਹ ਐਲਾਨ ਹੋਇਆ ਜੀ, 24 ਅਗਸਤ ਤੋਂ ਪਹਿਲਾਂ ਜਿਹੜੇ ਕੈਨੇਡਾ ਆ ਗਏ, ਉਹ ਚਾਹੇ ਵਿਜ਼ਟਰ ਵੀਜ਼ੇ ਤੇ ਨੇ, ਸੁਪਰ ਵੀਜ਼ੇ ਤੇ ਨੇ, ਜਾਂ ਕਿਸੇ ਹੋਰ ਸ਼੍ਰੇਣੀ ਦੇ ਵਿੱਚ ਉਹਨਾਂ ਨੇ ਕੈਨੇਡਾ ਦੇ ਵਿੱਚ ਦਾਖਲਾ ਪਾਇਆ, ਜਾਂ ਕਿਸੇ ਦਾ ਵਰਕ ਪਰਮਿਟ ਐਕਸਪਾਇਰ ਹੋ ਗਿਆ, ਉਹ ਨਵਾਂ ਵਰਕ ਪਰਮਿਟ ਲੈਣ ਲਈ ਅਪਲਾਈ ਕਰ ਸਕੇਗਾ। ਫਰਕ ਇੰਨਾ ਕੁ ਹੈ ਕਿ ਉਹਨੂੰ ਹੁਣ ਕੈਨੇਡਾ ਤੋਂ ਬਾਹਰ ਜਾਣ ਦੀ ਲੋੜ ਨਹੀਂ ਪੈਗੀ, ਕੈਨੇਡਾ ਛੱਡਣਾ ਨਹੀਂ ਪਏਗਾ, ਆਨਲਾਈਨ ਅਰਜ਼ੀ ਉਹ ਦੇ ਸਕੇਗਾ ਜੀ। ਤੇ ਨਵੇਂ ਜੇ ਕਹੋ ਕਿ ਤੁਸੀਂ ਪੰਜਾਬ ਤੋਂ ਇੱਥੇ ਆ ਸਕਦੇ ਹੋ ਜਾਂ ਤੁਸੀਂ ਹੁਣ ਵਿਜ਼ਿਟਰ ਆ ਜਾਓ ਤੇ ਤੁਹਾਨੂੰ ਇੱਥੇ ਆ ਕੇ ਵਰਕ ਪਰਮਿਟ ਮਿਲ ਜਾਊਗਾ, ਇਦਾਂ ਦਾ ਕੁਝ ਨਹੀਂ ਹੋਣ ਲੱਗਾ। ਸੋ ਜੇ ਕੋਈ ਤੁਹਾਨੂੰ ਗੁੰਮਰਾਹ ਕਰੇ ਤੇ ਕੋਸ਼ਿਸ਼ ਕਰੋ ਕਿ ਤੁਸੀਂ ਇੱਕ ਵਾਰੀ ਇਹਦੀ ਡੂੰਘਾਈ 'ਚ ਜਾ ਕੇ ਦੇਖੋ ਜੀ। ਸੋ ਬਿਲਕੁਲ, ਬਹੁਤ ਵਧੀਆ। ਸੋ ਆਪਾਂ ਇੱਕ ਬ੍ਰੇਕ ਲਈ ਰੁਕਦੇ ਹਾਂ ਜੀ, ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ ਜ਼ਰੂਰ। ਸੋ ਗੱਲਾਂ ਬਾਤਾਂ ਅਸੀਂ ਹੋਰ ਵੀ ਤੁਹਾਡੇ ਨਾਲ ਕਰਨੀਆਂ, ਬਹੁਤ ਸਾਰੀਆਂ ਖਬਰਾਂ ਸਾਡੇ ਕੋਲ ਹੱਲੇ ਬਾਕੀ ਨੇ। ਇਹ ਤੇ ਸੀ ਇਮੀਗ੍ਰੇਸ਼ਨ ਤੇ ਸਕੂਲਾਂ ਨਾਲ ਰਿਲੇਟਡ ਜਾਣਕਾਰੀ, ਪਰ ਹੁਣ ਅਸੀਂ ਕਰੋਨਾ ਨਾਲ ਰਿਲੇਟਡ ਜਾਣਕਾਰੀ ਤੇ SGPC ਵੱਲੋਂ ਇੱਕ ਖਾਸ ਜਿਹੜਾ ਕਹਿ ਲਓ ਕਿ ਇੱਕ ਮਾਮਲਾ ਸਾਹਮਣੇ ਆਇਆ, ਉਹਦੇ ਤੇ ਐਕਸ਼ਨ ਲਿਆ ਗਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ, ਤੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਤੁਹਾਡੇ ਨਾਲ ਕਰਨੀਆਂ ਨੇ। ਸੋ ਦੇਖਦੇ ਰਹੋ ਸਾਂਝਾ TV ਜੀ।
ਬ੍ਰੇਕ ਤੋਂ ਬਾਅਦ ਮੁੜ ਤੋਂ ਸਵਾਗਤ ਹੈ ਤੁਹਾਡੇ ਆਪਣੇ ਸਾਂਝਾ ਟੀਵੀ ਤੇ ਖਬਰਸਾਰ ਬਿਹਾਈਂਡ ਦਾ ਨਿਊਜ਼। ਅੱਜ ਸਾਡੇ ਨਾਲ ਗੁਰਬਾਜ ਸਿੰਘ ਬਰਾੜ ਨੇ ਤੇ ਬੜੀਆਂ ਵਧੀਆ ਗੱਲਾਂ ਹੋ ਰਹੀਆਂ ਨੇ। ਸਕੂਲਾਂ ਦੇ ਬਾਰੇ ਇਨਫੋਰਮੇਸ਼ਨ ਦਿੱਤੀ, ਇਮੀਗ੍ਰੇਸ਼ਨ ਦੇ ਬਾਰੇ ਦਿੱਤੀ ਤੁਹਾਨੂੰ ਇਨਫੋਰਮੇਸ਼ਨ, ਤੇ ਹੁਣ ਗੱਲ ਕਰਦੇ ਆ ਬਰਾੜ ਸਾਹਿਬ ਕਰੋਨਾ ਦੇ ਬਾਰੇ। ਕਰੋਨਾ ਦੀ ਕੀ ਸਥਿਤੀ ਚੱਲਦੀ ਹੈਗੀ ਹੈ ਜੀ? ਕੈਨੇਡਾ ਦੇ ਵਿੱਚ ਕਰੋਨਾ ਦੇ 1,27,000 ਦੇ ਕਰੀਬ ਕੇਸ ਸਾਹਮਣੇ ਆ ਚੁੱਕੇ ਨੇ ਜੀ। ਚੰਗੀ ਗੱਲ ਇਹ ਹੈ ਕਿ 1,10,000 ਦੇ ਕਰੀਬ ਮਰੀਜ਼ ਰਾਜੀ ਹੋ ਚੁੱਕੇ ਨੇ ਜੀ। ਬਿਲਕੁਲ। ਔਰ BC ਦੇ ਵਿੱਚ 65-70 ਦੇ ਕਰੀਬ ਕੇਸ ਰੋਜ਼ਾਨਾ ਸਾਹਮਣੇ ਆ ਰਹੇ ਨੇ। ਬਿਲਕੁਲ ਜੀ, ਵੱਧ ਰਹੇ ਇੱਕ ਵਾਰੀ ਕੇਸਾਂ ਦੀ ਗਿਣਤੀ ਵੱਧ ਕੇ 80 ਤੇ ਜਾ ਪਹੁੰਚੀ ਸੀ। ਬਿਲਕੁਲ। ਪੌਣੇ 300 ਕੇਸ ਪਿਛਲੇ ਵੀਕਐਂਡ ਤੇ ਸਾਹਮਣੇ ਆਏ ਸੀ। ਤੇ ਹੁਣ ਇਹ ਜਿਹੜਾ ਫਿਕਰ ਸਿਹਤ ਅਧਿਕਾਰੀਆਂ ਨੂੰ ਸਤਾ ਰਿਹਾ ਹੈ ਕਿ ਦੁਬਾਰਾ ਵੇਵ ਆਉਣ ਦੇ ਖਦਸ਼ੇ ਜਤਾਏ ਜਾ ਰਹੇ ਸੀ, ਕਿਉਂਕਿ ਅਰਥਚਾਰਾ ਦੁਬਾਰਾ ਖੋਲ੍ਹਿਆ ਜਾ ਚੁੱਕਾ ਹੈ ਜੀ। ਬੱਸਾਂ ਤੇ ਸਵਾਰੀਆਂ ਦੀ ਭੀੜ ਪਹਿਲਾਂ ਵਾਂਗ ਹੋਣ ਲੱਗ ਪਈ ਹੈ। ਇਹ ਸਾਰੇ ਕੁਝ ਨੂੰ ਦੇਖਦਿਆਂ ਮਾਸਕ ਪਹਿਨਣ ਦੀ ਸਲਾਹ ਵਾਰ-ਵਾਰ ਦਿੱਤੀ ਜਾ ਰਹੀ ਹੈ। ਟ੍ਰਾਂਜ਼ਿਟ ਬੱਸਾਂ ਦੇ ਅੱਗੇ ਵੀ ਆ ਰਿਹਾ ਹੈਗਾ ਕਿ ਮਾਸਕ ਜ਼ਰੂਰੀ ਹੈ, ਮੈਂਡੇਟਰੀ ਕਰ ਦਿੱਤੇ BC ਫੈਰੀ ਤੇ ਚੜ੍ਹਨ ਵਾਲਿਆਂ ਨੂੰ ਸਾਰਿਆਂ ਨੂੰ ਮਾਸਕ ਪਹਿਨਣੇ ਪੈਣਗੇ। ਗਰੋਸਰੀ ਸਟੋਰਾਂ ਨੇ ਤਕਰੀਬਨ ਸਾਰਿਆਂ ਨੇ ਹੀ ਮਾਸਕ ਪਹਿਨਣੇ ਲਾਜ਼ਮੀ ਕਰ ਦਿੱਤੇ ਹੈ ਜੀ। ਸੋ ਇਹ ਬਚਾਓ ਵਿੱਚ ਹੀ ਬਚਾਓ ਹੈ। ਤੇ ਇਹਦੇ ਨਾਲ ਆਪਾਂ ਜੇ ਗੱਲ ਕਰੀਏ, ਪਿਛਲੇ ਵੀਕਐਂਡ ਤੇ ਵੀ ਇਕੱਠ ਹੋਇਆ ਸੀ ਜਦੋਂ ਕਨੈਕਸ ਦੀ ਗੇਮ ਕਰਕੇ, ਤੇ ਇਸ ਵਾਰ ਮੈਂ ਸੁਣਿਆ ਟਿਕਟਾਂ ਵਗੈਰਾ ਦਿੱਤੀਆਂ ਕਿਉਂਕਿ ਤੁਸੀਂ ਉੱਥੇ ਜਾਂਦੇ ਰਹਿੰਦੇ ਹੋ, ਸੋ ਤੁਹਾਨੂੰ ਜ਼ਿਆਦਾ ਪਤਾ ਹੈ। ਮੇਰਾ ਬੇਟਾ ਬੜਾ ਸ਼ੌਕੀਨ ਹੈ ਜੀ, ਉਹ ਕਨੈਕਸ ਦਾ ਫੈਨ ਹੈ। ਉਹਦੇ ਕੋਲ ਕਨੈਕਸ ਦੀਆਂ ਕਾਫੀ ਚੀਜ਼ਾਂ ਵਸਤਾਂ ਨੇ ਤੇ ਝੰਡੇ ਵੀ ਹੋਰ ਉਹਨੇ ਖਰੀਦੇ ਲੱਭ ਕੇ। ਤੇ ਉੱਥੇ ਜਿੱਤਣ ਤੋਂ ਬਾਅਦ ਆਪਣੇ ਮਿੱਤਰਾਂ ਬੇਲੀਆਂ ਦੇ ਨਾਲ ਉਹ ਚਲਾ ਜਾਂਦਾ ਤੇ ਮੈਂ ਵੀ ਫਿਰ ਜਾਣਾ ਦੇਖਣ ਦੇ ਲਈ ਕਿ ਕੀ ਕੁਝ ਹੋ ਰਿਹਾ। ਜਿਹੜੀ ਪਹਿਲੇ ਰਾਉਂਡ ਦੀ ਜਦੋਂ ਉਹਨਾਂ ਨੇ ਜਿੱਤੀ ਸੀਗੀ, ਉਦੋਂ ਜਦੋਂ ਸੇਂਟ ਲੂਇਸ ਬਲੂਜ਼ ਨੂੰ ਹਰਾਇਆ ਸੀ, ਉਦੋਂ ਜ਼ਿਆਦਾ ਵੱਡਾ ਇਕੱਠ ਸੀ। 1000 ਤੋਂ 1500 ਦੇ ਕਰੀਬ ਉਦੋਂ ਉੱਥੇ ਇਕੱਠ ਹੋਇਆ ਸੀ ਤੇ ਗੱਡੀਆਂ ਤਾਂ ਅਣਗਿਣਤੀ ਸੀ ਜਿਹੜੀਆਂ ਉੱਥੋਂ ਹਾਰਨ ਮਾਰਦੀਆਂ ਤੇ ਝੰਡੇ ਲਹਿਰਾਉਂਦੀਆਂ ਲੰਘ ਰਹੀਆਂ ਸਨ। ਪੁਲਿਸ ਨੇ ਉਦੋਂ ਵੀ ਚੇਤਾਵਨੀ ਦਿੱਤੀ ਸੀ ਤੇ ਜਿਹੜੀ ਹੁਣ ਜਿਹੜੀ ਗੇਮ ਦਿੱਤੀ ਹੈ ਜਿਹੜੀ ਹੈ 골ਡਨ ਨਾਈਟਸ ਦੇ ਨਾਲ, ਉਦੋਂ ਵੀ ਕਿਹਾ ਸੀ ਕਿ ਤੁਸੀਂ ਮਾਸਕ ਪਹਿਨ ਕੇ ਆਉਣਾ ਹੈ। ਪਰ ਇਹ ਸੋਸ਼ਲ ਮੀਡੀਆ ਰਾਹੀਂ ਤੇ ਆਪਣੇ TV ਚੈਨਲਾਂ ਰਾਹੀਂ ਜਿਹੜਾ ਸੁਨੇਹਾ ਦਿੱਤਾ ਉਹ ਲੋਕਾਂ ਦੇ ਕੰਨਾਂ ਤੱਕ ਪਹੁੰਚ ਗਿਆ। ਉੱਥੇ ਜਿਹੜੇ ਲੋਕ ਗਏ ਸੀ ਉਹ ਪਹਿਲਾਂ ਨਾਲੋਂ ਘੱਟ ਸੀ ਤੇ ਬਹੁਤਿਆਂ ਨੇ ਮਾਸਕ ਪਹਿਨੇ ਹੋਏ ਸੀ। ਸਰੀ RCMP ਨੇ 5 ਟ੍ਰੈਫਿਕ ਟਿਕਟਾਂ ਦਿੱਤੀਆਂ ਨੇ, ਉਹ ਮਾਸਕ ਨਾ ਪਹਿਨਣ ਲਈ ਨਹੀਂ, ਸੀਟ ਬੈਲਟ ਨਾ ਪਾਉਣ ਲਈ। ਜਿਹੜੇ ਸੀਟ ਬੈਲਟ ਲਾ ਕੇ ਤੇ ਗੱਡੀਆਂ ਚੋਂ ਰੂਫ ਦੇ ਵਿੱਚੋਂ ਬਾਹਰ ਨਿਕਲ ਕੇ ਤੇ ਖੜੇ ਹੋ ਕੇ ਝੰਡੇ ਲਹਿਰਾ ਰਹੇ ਸੀ ਚਲਦੀ ਗੱਡੀ ਚੋਂ, ਜਾਂ ਚਲਦੀ ਗੱਡੀ ਚੋਂ ਵਿੰਡੋ ਚੋਂ ਬਾਹਰ ਨਿਕਲ ਕੇ ਤੇ ਲੋਕਾਂ ਨੂੰ ਉਹ ਹੱਥ ਹਿਲਾ ਰਹੇ ਸੀਗੇ। ਡੈਲਟਾ ਪੁਲਿਸ ਨੇ ਵੀ 2 ਟਿਕਟਾਂ ਦਿੱਤੀਆਂ ਨੇ ਤੇ ਪੁਲਿਸ ਪੱਬਾਂ ਭਾਰ ਰਹੀ। ਤੇ ਹੁਣ ਜਿਹੜੀ ਗੇਮ ਅੱਜ ਵੀ ਮੇਰੇ ਖਿਆਲ ਚ 6:45 ਵਜੇ ਜਿਹੜੀ ਗੇਮ ਹੋਣੀ ਹੈ ਤੇ ਫਿਰ ਸੈਟਰਡੇ ਨੂੰ ਵੀ 5:30 ਵਜੇ ਗੇਮ ਸਟਾਰਟ ਹੋਣੀ ਹੈ। ਇਹਦੇ ਚ ਲੋਕਾਂ ਨੂੰ ਇਹੀ ਦੱਸਿਆ ਜਾ ਰਿਹਾ ਕਿ ਤੁਸੀਂ ਨਿਯਮਾਂ ਦੀ ਉਲੰਘਣਾ ਨਾ ਕਰੋ। ਜਸ਼ਨ ਮਨਾਉਣੇ ਆ, ਤੁਹਾਡੀ ਆਪਣੀ ਇੱਛਾ, ਮਨਾ ਸਕਦੇ ਹੋ। 6 ਫੁੱਟ ਦੀ ਦੂਰੀ ਬਣਾਈ ਰੱਖੋ, ਮਾਸਕ ਪਹਿਨ ਕੇ ਜਾਓ ਤੇ ਸੀਟ ਬੈਲਟ ਲਗਾ ਕੇ ਰੱਖੋ। ਗੱਡੀਆਂ ਦੇ ਵਿੱਚ ਭੱਜੇ ਜਾਂਦੀਆਂ ਚ ਕਰੋਨਾ ਨਹੀਂ ਵੜਨ ਲੱਗਾ। ਤੁਹਾਡੇ ਜੇ ਸ਼ੀਸ਼ੇ ਬੰਦ ਨੇ, ਤੁਸੀਂ ਜਾ ਰਹੇ ਹੋ, ਦੇਖਣ ਜਾ ਰਹੇ ਹੋ, ਦ੍ਰਿਸ਼ ਜਸ਼ਨਾਂ 'ਚ ਸ਼ਾਮਲ ਹੋ ਰਹੇ ਹੋ, ਤਾਂ ਇਹਦੇ ਤੇ ਪੁਲਿਸ ਨੂੰ ਕੋਈ ਇਤਰਾਜ਼ ਨਹੀਂ। ਜੇ ਟ੍ਰੈਫਿਕ ਰੂਲ ਉਹ ਤੋੜਨਗੇ, ਉਲੰਘਣਾ ਕਰਨਗੇ, ਤਾਂ ਟਿਕਟਾਂ ਮਿਲਣਗੀਆਂ। ਸੋ ਆਪਣੀ ਗੱਡੀ 'ਚ ਬੈਠੇ ਤੁਸੀਂ ਦੇਖ ਸਕਦੇ ਆ। ਤੇ ਜਦੋਂ ਗੱਲ ਕਰਦੇ ਇੱਥੇ ਤੇ ਗੇਮ ਕਰਕੇ ਇਕੱਠ ਹੋ ਰਿਹਾ, ਪਰ USA ਦੇ ਵਿੱਚ ਮੁਜ਼ਾਹਰੇ ਫੇਰ ਹੋ ਰਹੇ ਹੈਗੇ, ਇਹਦੇ ਬਾਰੇ ਦੱਸੋ। ਨਾਲੇ ਉੱਥੇ ਦੇ ਕਰੋਨਾ ਦੀ ਸਥਿਤੀ ਵੀ ਬਹੁਤ ਮਾੜੀ ਆ, ਪਰ ਫੇਰ ਵੀ ਇਕੱਠ ਹੋ ਰਹੇ ਆ, ਮੁਜ਼ਾਹਰੇ ਹੋ ਰਹੇ ਹੈਗੇ ਆ। ਇਹ ਹੁਣ ਇਹ ਕਾਦੇ ਲਈ ਹੋ ਰਹੇ ਹੈਗੇ? ਆਪਾਂ US ਦੇ ਵਿੱਚ ਪਿਛਲੀ ਵਾਰੀ ਜਿਹੜੇ ਮੁਜ਼ਾਹਰਿਆਂ ਦਾ ਜ਼ਿਕਰ ਕੀਤਾ ਸੀ ਜੀ, ਉਹਦੇ 'ਚ ਜਾਰਜ ਫਲੋਇਡ ਦੇ ਧੌਣ ਤੇ ਗੋਡਾ ਰੱਖ ਕੇ ਪੁਲਿਸ ਅਫਸਰ ਵੱਲੋਂ ਕਤਲ ਕੀਤੇ ਜਾਣ ਦਾ ਮਾਮਲਾ ਭਖਿਆ ਸੀ ਜੀ। ਸਿਆਹ ਫਾਮ ਲੋਕ ਸੜਕਾਂ ਤੇ ਉਤਰ ਆਏ ਸੀ। ਬਿਲਕੁਲ। ਵੈਨਕੂਵਰ, ਟੋਰਾਂਟੋ ਤੇ ਹੋਰਨਾਂ ਵੱਡੇ ਸ਼ਹਿਰਾਂ 'ਚ, ਕੈਨੇਡਾ ਦੇ ਵਿੱਚ ਵੀ ਰੋਸ ਵਿਖਾਵੇ ਹੋਏ ਸੀ। ਬਿਲਕੁਲ। ਕੈਨੇਡਾ ਦੇ ਵਿੱਚ ਸਿਆਹ ਫਾਮ ਲੋਕ ਬਹੁਤ ਰਹਿੰਦੇ ਨੇ ਤੇ ਅਮਰੀਕਾ 'ਚ ਉਸ ਤੋਂ ਵੀ ਜ਼ਿਆਦਾ ਨੇ। ਅਮਰੀਕਾ 'ਚ ਤਾਂ ਵੱਡੀ ਆਬਾਦੀ ਹੈ,
ਅਮਰੀਕਾ ਦੇ ਵਿੱਚ ਇਹਨਾਂ ਲੋਕਾਂ ਦਾ ਇੱਕ ਲੰਬਾ ਇਤਿਹਾਸ ਹੈ, ਇਹਨਾਂ ਦੀਆਂ ਬੜੀਆਂ ਵੱਡੀਆਂ ਪ੍ਰਾਪਤੀਆਂ ਨੇ। ਕੋਈ ਸਮਾਂ ਸੀ ਇਹਨਾਂ ਨੂੰ ਗੁਲਾਮਾਂ ਵਾਂਗ ਮੰਡੀਆਂ ਦੇ ਵਿੱਚੋਂ ਖਰੀਦ ਕੇ ਲਿਆਂਦਾ ਜਾਂਦਾ ਸੀ ਤੇ ਇਹਨਾਂ ਤੋਂ ਵੰਗਾਰ ਤੇ ਮਜ਼ਦੂਰੀ ਕਰਵਾਈ ਜਾਂਦੀ ਸੀ। ਸਿਰਫ ਇਹਨਾਂ ਦੇ ਜਿੰਦਾ ਰਹਿਣ ਜੋਗੇ ਇਹਨਾਂ ਨੂੰ ਪੈਸੇ ਤੇ ਖਾਣ ਪੀਣ ਲਈ ਦਿੱਤਾ ਜਾਂਦਾ ਸੀ ਤੇ ਇਹਨਾਂ ਤੋਂ ਜਿਹੜੇ ਔਖੇ ਭਾਰੇ ਕੰਮ ਕਰਵਾਏ ਜਾਂਦੇ ਸੀ। ਫਿਰ ਸਮੇਂ-ਸਮੇਂ ਤੇ ਅਮਰੀਕਾ 'ਚ ਅਜਿਹੇ ਆਗੂ ਆਏ ਜਿਨ੍ਹਾਂ ਨੇ ਸਮਝਿਆ ਇਹਨਾਂ ਦਾ ਦਰਦ ਕਿ ਇਹਨਾਂ ਨੂੰ ਨਿਜਾਤ ਦਿਵਾਉਣ ਦੀ ਲੋੜ ਹੈ। ਉਹਨਾਂ ਨੇ ਬਹੁਤ ਸਾਰੇ ਐਸੇ ਕਾਨੂੰਨ ਪਾਸ ਕੀਤੇ, ਸੁਧਾਰ ਕੀਤੇ ਜਿਹਦੇ ਵਿੱਚ ਇਹਨਾਂ ਨੂੰ ਕੁਝ ਜਿਹੜੇ ਹੱਕਾਂ ਤੋਂ ਵਿਰਵਾ ਰੱਖਿਆ ਗਿਆ ਸੀ ਉਹ ਹੱਕ ਦੁਬਾਰਾ ਮਿਲ ਗਏ। ਤੁਸੀਂ ਜਿਹੜੇ ਇੱਕ ਬਹੁਤ ਹੀ ਮਸ਼ਹੂਰ ਦੁਨੀਆ ਦੇ ਮੁੱਕੇਬਾਜ਼ ਨੇ ਉਹਨਾਂ ਦਾ ਨਾਮ ਸੁਣਿਆ ਹੋਵੇਗਾ ਅਮਰੀਕਾ ਦੇ ਵਿੱਚ। ਉਹਨਾਂ ਨੇ ਅਮਰੀਕਾ ਦੇ ਲਈ 골ਡ ਮੈਡਲ ਜਿੱਤਿਆ ਤੇ ਉਹਨਾਂ ਨੂੰ ਜਦੋਂ ਉਹ ਸ਼ਹਿਰ 'ਚ ਆਏ ਆਪਣੇ ਤਾਂ ਉਹਨਾਂ ਨੂੰ ਸ਼ਹਿਰ ਦੇ ਮੇਅਰ ਨੇ ਕਿਹਾ ਕਿ ਇਹ ਜਿਹੜੇ ਪਹਿਲੇ ਕਾਲੇ ਮੁੱਕੇਬਾਜ਼ ਨੇ ਜਿਨ੍ਹਾਂ ਨੇ ਪਹਿਲਾ ਮੁੰਡਾ ਜਿਹਨੇ ਇਹ ਮੈਡਲ ਜਿੱਤਿਆ। ਪਰ ਉਹਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਮੈਂ ਪਹਿਲਾ ਹੀ ਹਾਂ, ਕਾਲਾ ਕਿਉਂ ਕਿਹਾ ਗਿਆ, ਮੈਂ ਤਾਂ ਸਾਰੇ ਅਮਰੀਕਾ 'ਚ ਹੀ ਪਹਿਲਾਂ। ਤੇ ਫਿਰ ਉਸ ਨੂੰ ਇਹ ਅਹਿਸਾਸ ਹੋਇਆ ਜਦੋਂ ਉਹਨੇ ਇੱਕ ਵਾਰ ਇਹ ਵੀ ਸੋਚਿਆ ਉਹਨੇ ਕਿ ਮੈਂ ਆਪਣਾ ਜਿਹੜਾ ਮੈਡਲ ਆ ਉਹ ਨਦੀ 'ਚ ਵਗਾ ਕੇ ਮਾਰਾਂ। ਪਰ ਉਹ ਇਸ ਗੱਲ ਦਾ ਉਹਨੇ ਬੁਰਾ ਮਨਾਇਆ ਕਾਫੀ ਤੇ ਉਸ ਤੋਂ ਬਾਅਦ ਉਹਨੂੰ ਇੱਕ ਰੈਸਟੋਰੈਂਟ 'ਚੋਂ ਵੀ ਚਲੇ ਜਾਣ ਲਈ ਕਿਹਾ ਗਿਆ ਤੇ ਉਹਨੂੰ ਇਸ ਗੱਲ ਨੇ ਬੜਾ ਦੁੱਖ ਦਿੱਤਾ। ਤੇ ਇਹ ਜਿਹੜਾ ਕਾਲੇ ਲੋਕਾਂ ਖਿਲਾਫ ਵਧੀਕੀਆਂ ਦਾ ਇੱਕ ਲੰਬਾ ਇਤਿਹਾਸ ਆਪਣੇ ਕੋਲ ਹੁਣ ਸਮਾਂ ਥੋੜਾ ਹੈ, ਫਿਰ ਕਿਸ ਦਿਨ ਵਿਸਥਾਰ ਚਰਚਾ ਕਰਾਂਗੇ। ਹੁਣ ਜਿਹੜਾ ਅਮਰੀਕਾ ਦੇ ਵਿੱਚ ਰੋਸ ਵਿਖਾਵਿਆਂ ਦਾ ਦੁਬਾਰਾ ਦੌਰ ਸ਼ੁਰੂ ਹੋਇਆ, ਉਹ ਇੱਕ ਜੈਕ ਬਲੇਕ ਨਾਂ ਦਾ ਇੱਕ ਆਦਮੀ ਆਪਣੀ ਹੀ ਡੌਜ ਵੈਨ 'ਚ ਬੈਠਣ ਜਾ ਰਿਹਾ ਸੀ। ਉਹਦੀ ਗੱਡੀ 'ਚ 3 ਬੱਚੇ ਬੈਠੇ ਹੋਏ ਸੀ ਉਹਦੇ। ਪੁਲਿਸ ਵਾਲਿਆਂ ਨੇ ਉਹਦੀ ਢਿੱਡ ਦੇ ਵਿੱਚ 7 ਗੋਲੀਆਂ ਮਾਰੀਆਂ। ਉਹਦੀਆਂ ਜਿਹੜੀਆਂ ਪਸਲੀਆਂ ਜ਼ਖਮੀ ਹੋ ਗਈਆਂ ਨੇ, ਰੀੜ੍ਹ ਦੀ ਹੱਡੀ ਦੇ ਮਣਕੇ ਨੁਕਸਾਨੇ ਗਏ ਨੇ। ਉਹਦੇ ਪਰਿਵਾਰ ਵਾਲੇ ਕਹਿੰਦੇ ਨੇ ਕਿ ਉਹ ਹਮੇਸ਼ਾ ਲਈ ਨਕਾਰਾ ਹੋ ਗਿਆ, ਜਿੰਦਾ ਤਾਂ ਰਹੂਗਾ ਪਰ ਕਦੇ ਉੱਠ ਕੇ ਖੜਾ ਨਹੀਂ ਹੋ ਸਕੇਗਾ। ਹੁਣ ਉਸ ਵਿਅਕਤੀ ਦਾ ਕਸੂਰ ਕੀ ਸੀ ਇਹ ਦੱਸਣ ਤੋਂ ਪਹਿਲਾਂ, ਪੁੱਛਣ ਤੋਂ ਪਹਿਲਾਂ ਉਹਦੇ 7 ਗੋਲੀਆਂ ਮਾਰ ਦਿੱਤੀਆਂ ਗਈਆਂ ਨੇ। ਉਹ ਜਿੰਦਾ ਹੈ ਪਰ ਮਰਿਆਂ ਬਰਾਬਰ ਹੈ। ਉਹਨੂੰ ਵੇਖ ਕੇ ਇੱਕ ਵਾਰ ਫਿਰ ਸਿਆਹਫਾਮ ਲੋਕਾਂ ਦੇ ਖੂਨ ਨੇ ਉਬਾਲਾ ਖਾਧਾ ਹੈ। ਲੋਕ ਸੜਕਾਂ ਤੇ ਉਤਰੇ ਨੇ ਔਰ ਸਿਰਫ ਇਹ ਵਿਦਰੋਹ ਜਿਹੜਾ ਵਿਸਕਾਂਸਨ ਦੇ ਵਿੱਚ ਸ਼ੁਰੂ ਹੋਇਆ ਸੀ ਉੱਥੋਂ ਹੋਰਨਾਂ ਸੂਬਿਆਂ ਤੱਕ ਫੈਲ ਗਿਆ, ਬਾਕੀ ਸਟੇਟਾਂ ਦੇ ਵਿੱਚ ਵੀ ਇਹ ਰੋਹ ਫੈਲ ਗਿਆ ਤੇ ਸਿਰਫ ਸਿਆਹਫਾਮ ਲੋਕਾਂ ਤੱਕ ਹੀ ਸੀਮਤ ਨਹੀਂ ਰਿਹਾ। ਜਿੱਥੇ ਜਿਹੜੇ ਆਪਣੇ ਉਸ ਜੈਕ ਬਲੇਕ ਦੀ ਮਾਂ ਨੇ ਜਿਹੜੀ ਇਨਸਾਫ ਦੀ ਮੰਗ ਕੀਤੀ ਹੈ, ਪੁਲਿਸ ਵਾਲਿਆਂ ਖਿਲਾਫ ਫੌਜਦਾਰੀ ਮੁਕੱਦਮੇ ਦੀ ਮੰਗ ਕੀਤੀ ਹੈ ਤੇ ਇਹ ਵੀ ਕਿਹਾ ਕਿ ਇਹਨਾਂ ਨੂੰ ਬਰਖਾਸਤ ਕੀਤਾ ਜਾਏ ਤੇ ਨਾਲ ਦੀ ਨਾਲ ਜਿਹੜੇ ਹੋਰ ਇਨਸਾਫ ਦੇ ਹੱਕ ਦੇ ਲਈ ਲੜਨ ਵਾਲੇ ਲੋਕ ਨੇ ਉਹ ਵੀ ਅੱਗੇ ਆਏ ਨੇ। ਤੇ ਆਪਾਂ ਖੇਡਾਂ ਦੀ ਗੱਲ ਕਰ ਰਹੇ ਸੀ, ਉੱਥੇ NBA, MLB ਤੇ MLS ਜਿਹੜੀਆਂ ਮੇਜਰ ਲੀਗਸ ਨੇ, ਸੌਕਰ ਲੀਗਸ ਨੇ, ਉਹਨਾਂ ਦੇ ਖਿਡਾਰੀਆਂ ਨੇ ਵੀ ਇਸ ਵਧੀਕੀ ਦਾ ਇੰਨਾ ਬੁਰਾ ਮਨਾਇਆ ਕਿ ਮਿਲਵਾਕੀ ਦੀ ਟੀਮ ਨੇ ਕੱਲ ਮੈਚ ਖੇਡਣ ਤੋਂ ਹੀ ਇਨਕਾਰ ਕਰ ਦਿੱਤਾ। ਉਹਨਾਂ ਨੇ ਇਹ ਜਿਹੜਾ ਮੈਚ ਨਹੀਂ ਖੇਡਿਆ, ਬਾਈਕਾਟ ਕੀਤਾ। ਪਰ ਇੱਥੇ ਅਜੇ ਤੱਕ NHL ਦੇ ਖਿਡਾਰੀਆਂ ਨੇ ਕੋਈ ਅਜਿਹਾ ਫੈਸਲਾ ਨਹੀਂ ਲਿਆ। ਉਹ ਆਪਣੀ ਮੈਚ ਜਾਰੀ ਰੱਖਣਗੇ। ਸੋ ਵੈਨਕੂਵਰ ਕਨਕਸ ਦੇ ਮੈਚ ਹੋਣਗੇ ਤੇ ਇਹ ਜਿਹੜਾ ਰੋਹ ਹੈ ਇੱਕ ਵਾਰ ਫਿਰ ਪੁਲਿਸ ਵਧੀਕੀਆਂ ਖਿਲਾਫ ਅਮਰੀਕਾ ਦੀਆਂ ਸੜਕਾਂ ਤੇ ਉਤਰਿਆ ਹੋਇਆ, ਜਿਹਨੇ ਖੇਡ ਜ਼ਖਤ ਨੂੰ ਵੀ ਆਪਣੇ ਕਲਾਵੇ ਵਿੱਚ ਲੈ ਲਿਆ। ਜੀ, ਤੇ ਹੁਣ ਅਸੀਂ ਗੱਲ ਕਰਦੇ ਹਾਂ ਮੀਡੀਆ ਦੀ। ਸੋ ਮੀਡੀਆ ਦਾ ਬੜਾ ਵੱਡਾ ਰੋਲ ਹੁੰਦਾ ਕਮਿਊਨਿਟੀ ਦੇ ਵਿੱਚ ਔਰ ਮੀਡੀਆ ਦੇ ਰਾਹੀਂ ਹੀ ਸਾਰੀਆਂ ਗੱਲਾਂ ਬਾਤਾਂ ਖਬਰਾਂ ਅੱਗੇ ਸਾਹਮਣੇ ਆਉਂਦੀਆਂ ਤੇ ਤਕਰੀਬਨ 2000 ਲੋਕ ਜਿਹੜੇ ਕੰਮਾਂ ਤੋਂ, ਮੀਡੀਆ ਤੋਂ, ਜਿਨ੍ਹਾਂ ਨੂੰ ਲੇ ਆਫ ਕਰ ਦਿੱਤਾ ਗਿਆ, ਜਿਨ੍ਹਾਂ ਨੇ ਆਪਣੀ ਜੌਬ ਲਾਸ ਕਰ ਲਈ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਵੱਡੀ ਤਬਦੀਲੀ ਹੋ ਰਹੀ ਹੈਗੀ ਆ। ਸੋ ਬੜਾ ਕਰੋਨਾ ਵਾਇਰਸ ਭਾਰੂ ਆ ਮੀਡੀਆ ਤੇ, ਇਹਦੇ ਬਾਰੇ ਥੋੜਾ ਜਿਹਾ ਦੱਸੋ ਜੀ। ਕੈਨੇਡੀਅਨ ਐਸੋਸੀਏਸ਼ਨ ਆਫ ਬ੍ਰੌਡਕਾਸਟਰਸ ਵੱਲੋਂ ਇੱਕ ਸਟੱਡੀ ਕਰਵਾਈ ਗਈ ਹੈ। ਉਹਨਾਂ ਨੇ ਇੱਕ ਰਿਪੋਰਟ ਸਾਹਮਣੇ ਲਿਆਂਦੀ ਹੈ ਜਿਹਦੇ 'ਚ ਇਹ ਦੱਸਿਆ ਗਿਆ ਹੈ ਕਿ 40 ਕੈਨੇਡਾ ਦੇ ਵੱਡੇ ਟੀਵੀ ਸਟੇਸ਼ਨ ਤੇ 200 ਦੇ ਕਰੀਬ ਰੇਡੀਓ ਸਟੇਸ਼ਨ ਉਹ ਆਉਂਦੇ 2 ਸਾਲਾਂ ਦੇ ਵਿੱਚ ਬੰਦ ਹੋ ਜਾਣਗੇ। ਕਈ ਤਾਂ ਹੁਣ ਹੀ ਇਸੇ ਸਾਲ ਦੇ ਵਿੱਚ ਹੀ ਬੰਦ ਹੋਣ ਦੀ ਕਗਾਰ ਤੇ ਨੇ। ਵੱਡੇ ਵਿੱਤੀ ਘਾਟੇ ਦਾ ਉਹਨਾਂ ਨੂੰ ਸਾਹਮਣਾ ਕਰਨਾ ਪਿਆ। ਸਭ ਤੋਂ ਵੱਡਾ ਕਾਰਨ ਜਿਹੜਾ ਦੱਸਿਆ ਜਾ ਰਿਹਾ ਕਰੋਨਾ ਵਾਇਰਸ ਦੀ ਮਹਾਮਾਰੀ। ਆਪਾਂ ਜਾਣਦੇ ਹਾਂ ਕਿ ਕਰੋਨਾ ਵਾਇਰਸ ਦੀ ਵਬਾ ਫੈਲਣ ਮਗਰੋਂ ਕੈਨੇਡਾ ਦੇ ਵਿੱਚ ਕਿੰਨੇ ਜਿਹੜੇ ਅਦਾਰੇ, ਬਿਜ਼ਨਸ, ਕਾਰੋਬਾਰ ਬੰਦ ਹੋ ਗਏ, ਉਹਨਾਂ ਨੂੰ ਆਪਣੇ ਸ਼ਟਰ ਸੁੱਟਣੇ ਪਏ। ਮਾਲਾਂ ਦੇ ਵਿੱਚ ਰੌਣਕਾਂ ਘਟ ਗਈਆਂ, ਲੋਕ ਬਾਹਰ ਖਾਣੋਂ ਪੀਣੋਂ ਹਟ ਗਏ, ਨਵਾਂ ਸਮਾਨ ਖਰੀਦਣੋਂ ਹਟ ਗਏ। ਤੇ ਜਿਹੜੇ ਮੀਡੀਆ ਅਦਾਰੇ ਨੇ ਇਹਨਾਂ ਨੂੰ ਜਿਹੜੀਆਂ ਐਡਵਰਟਾਈਜ਼ਮੈਂਟਸ ਆਉਂਦੀਆਂ ਨੇ
ਇਸ਼ਤਿਹਾਰਬਾਜ਼ੀ ਤੋਂ ਇਹਨਾਂ ਨੂੰ ਆਮਦਨ ਆਉਂਦੀ ਹੈ। ਜਾਂ ਤਾਂ ਸਰਕਾਰ ਮਦਦ ਕਰਦੀ ਹੈ, ਕੋਈ ਸਰਕਾਰ ਆਪਣਾ ਕੋਈ ਨੀਤੀਆਂ ਦਾ ਪ੍ਰਚਾਰ ਕਰਾਉਣਾ ਚਾਹੁੰਦੀ ਹੈ, ਜਾਂ ਕੋਈ ਫੈਡਰਲ ਅਦਾਰੇ ਆਪਣੇ ਕੰਮਾਂ ਬਾਰੇ ਦੱਸਣਾ ਚਾਹੁੰਦੇ ਨੇ, ਉਹਨਾਂ ਰਾਹੀਂ ਮੀਡੀਆ ਅਦਾਰਿਆਂ ਨੂੰ ਉਹ ਸੁਨੇਹਾ ਘਰ ਘਰ ਪਹੁੰਚਾਉਣ ਦੇ ਲਈ ਜਿਹੜੀ ਮਦਦ ਮਿਲਦੀ ਹੈ। ਦੂਜੇ ਪਾਸੇ ਜਿਹੜੇ ਕਾਰਪੋਰੇਟ ਘਰਾਣੇ ਨੇ, ਵੱਡੀਆਂ ਜਿਹੜੀਆਂ ਫੂਡ ਚੇਨਸ ਨੇ, ਗਰੋਸਰੀ ਸਟੋਰਸ ਨੇ, ਕਾਰਾਂ ਵੇਚਣ ਵਾਲੀਆਂ ਕੰਪਨੀਆਂ ਨੇ, ਹੋਰ ਜਿਹੜੇ ਵੱਡੇ ਅਦਾਰੇ ਨੇ, ਉਹ ਆਪਣੀ ਜਿਹੜੀ ਐਡ ਚਲਾਉਂਦੇ ਨੇ ਟੀਵੀ ਚੈਨਲਾਂ ਤੇ, ਰੇਡੀਓ ਸਟੇਸ਼ਨਾਂ ਤੇ, ਅਖਬਾਰਾਂ 'ਚ ਪਾਉਂਦੇ ਨੇ, ਉਹਨਾਂ ਤੋਂ ਆਮਦਨ ਆਉਂਦੀ ਹੈ। ਤੀਜਾ ਜਿਹੜਾ ਵੱਡਾ ਸਾਧਨ ਹੁੰਦਾ ਇਨਕਮ ਦਾ, ਉਹ ਹੁੰਦਾ ਲੋਕਲ ਕਾਰੋਬਾਰੀ। ਹੁਣ ਲੋਕਲ ਬਿਜ਼ਨਸ ਆਪਾਂ ਦੇਖਦੇ ਹਾਂ ਜੀ ਕਿ ਉਹਨਾਂ ਨੂੰ ਬੜਾ ਵੱਡਾ ਧੱਕਾ ਲੱਗਾ ਤੇ ਉਹਨਾਂ ਨੇ ਵੀ ਆਪਣਾ ਹੱਥ ਪਿੱਛੇ ਖਿੱਚਣਾ ਉਹਨਾਂ ਨੂੰ ਮਜਬੂਰਨ ਪਿਆ। ਜੇ ਕਿਸੇ ਦਾ ਕਾਰੋਬਾਰ ਚੱਲਦਾ ਰਹੇ ਤੇ ਮੀਡੀਆ ਰਾਹੀਂ ਜਿਹੜੀ ਆਵਾਜ਼ ਉਹਨਾਂ ਦੇ ਖਪਤਕਾਰਾਂ ਤੱਕ, ਗਾਹਕਾਂ ਤੱਕ ਲਗਾਤਾਰ ਪਹੁੰਚਦੀ ਰਹੇ ਤਾਂ ਉਹਨਾਂ ਦਾ ਕਾਰੋਬਾਰ ਹੋਰ ਵੱਧਦਾ ਫੁੱਲਦਾ ਤੇ ਉਹ ਇਸ਼ਤਿਹਾਰਬਾਜ਼ੀ ਨੂੰ ਹੋਰ ਬੜਾਵਾ ਦਿੰਦੇ ਨੇ, ਆਪਣਾ ਹੱਥ ਹੋਰ ਖੋਲਦੇ ਨੇ। ਉਹਨਾਂ ਤੇ ਅਸਰ ਪਿਆ ਤਾਂ ਉਹਨਾਂ ਨੂੰ ਵੀ ਮਜਬੂਰਨ ਫਿਰ ਜਿਹੜੇ ਮੀਡੀਆ ਨੂੰ ਦਿੱਤੀ ਜਾਣ ਵਾਲੀ ਇਸ਼ਤਿਹਾਰਬਾਜ਼ੀ ਤੇ ਅਸਰ ਪਿਆ। ਅਖਬਾਰਾਂ ਤੇ ਸਭ ਤੋਂ ਵੱਡਾ ਅਸਰ ਪਿਆ। ਅਖਬਾਰਾਂ ਤੇ ਤਾਂ ਕਰੋਨਾ ਦੀ ਆਮਦ ਤੋਂ ਪਹਿਲਾਂ ਹੀ ਅਸਰ ਪੈਣਾ ਸ਼ੁਰੂ ਹੋ ਗਿਆ ਸੀ। ਬਿਲਕੁਲ ਜੀ, ਨੈਸ਼ਨਲ ਪੋਸਟ, ਗਲੋਬ ਐਂਡ ਮੇਲ ਅੰਗਰੇਜ਼ੀ ਦੇ ਕੈਨੇਡਾ ਦੇ ਮੇਨ ਸਟ੍ਰੀਮ ਦੇ ਬੜੇ ਵੱਡੇ ਅਖਬਾਰ ਨੇ, ਇਹਨਾਂ ਦੀ ਇਸ਼ਾਇਤ ਬਹੁਤ ਘਟ ਗਈ ਹੈ। ਲੋਕ ਅਖਬਾਰਾਂ ਨੂੰ ਹੱਥ ਲਾ ਕੇ ਰਾਜੀ ਨਹੀਂ। ਪੰਜਾਬੀ ਦੇ ਅਖਬਾਰ ਜਿਹੜੇ ਆਪਾਂ ਵੱਖ-ਵੱਖ ਸਟੋਰਾਂ 'ਚ ਗੁਰੂ ਘਰਾਂ ਦੇ ਦਰਵਾਜ਼ਿਆਂ ਦੇ ਅੱਗੇ ਦੇਖਦੇ ਸੀ, ਪਏ ਸੀ ਦੇਖਦੇ, ਉਹਨਾਂ ਨੂੰ ਹੁਣ ਜੇ ਕੋਈ ਰੱਖਦਾ ਤਾਂ ਕੋਈ ਚੁੱਕਣ ਨੂੰ ਰਾਜੀ ਨਹੀਂ। ਤੇ ਬਹੁਤ ਸਾਰਿਆਂ ਨੇ ਆਨਲਾਈਨ ਐਡੀਸ਼ਨ ਜਿਹੜੇ ਸ਼ੁਰੂ ਕਰਤੇ ਨੇ ਕਿ ਸਾਡੀ ਵੈਬਸਾਈਟ ਤੇ ਪੜ੍ਹੋ ਜਾਂ ਆਪਣੀ ਈਮੇਲ ਦਿਓ, ਤੁਹਾਨੂੰ ਉੱਥੇ ਪਹੁੰਚਦਾ ਕਰ ਦਿਆਂਗੇ। ਇਹ ਸਾਰੇ ਕੁਝ ਨੂੰ ਦੇਖਦਿਆਂ ਹੋਇਆਂ ਆਪਾਂ ਨੂੰ ਅਜੇ ਵੀ ਇੰਨਾ ਫਿਕਰਮੰਦ ਹੋਣ ਦੀ ਲੋੜ ਨਹੀਂ, ਕਿਉਂਕਿ ਲੋਕ ਨੇ, ਅਸੀਂ ਲੋਕਾਂ ਦੀ ਆਵਾਜ਼ ਬਣਦੇ ਹਾਂ। ਮੀਡੀਆ ਨੇ ਲੋਕਾਂ ਤੱਕ ਸਹੀ ਤੇ ਨਿਰਪੱਖ ਆਵਾਜ਼ ਪਹੁੰਚਾਉਣੀ ਹੈ ਤੇ ਜੇ ਲੋਕ ਜਿੰਨਾ ਚਿਰ ਮੀਡੀਆ ਅਦਾਰਿਆਂ ਨਾਲ ਖੜੇ ਨੇ, ਜਿਹੜੇ ਉਹਨਾਂ ਨੂੰ ਲੱਗਦੇ ਨੇ ਕਿ ਨਿਰਪੱਖਤਾ ਨਾਲ ਬਿਨਾਂ ਕਿਸੇ ਭੈ ਤੋਂ ਬੇਫਿਕਰ ਹੋ ਕੇ ਲੋਕ ਮੁੱਦੇ ਚੁੱਕਦੇ ਨੇ ਤੇ ਤੁਹਾਡੇ ਤੱਕ ਪਹੁੰਚਾਉਂਦੇ ਨੇ, ਉਹਨਾਂ ਦੇ ਨਾਲ ਜੇ ਲੋਕ ਖੜੇ ਰਹਿਣਗੇ ਤਾਂ ਮੀਡੀਆ ਅਦਾਰੇ ਆਪਣੇ ਪੈਰਾਂ ਤੇ ਖੜੇ ਰਹਿਣਗੇ। ਜੀ ਬਿਲਕੁਲ। ਤੇ ਹੁਣ ਅਸੀਂ ਗੱਲ ਕਰਦੇ ਹਾਂ ਕਿ ਤੁਹਾਨੂੰ ਵੀ ਪਤਾ ਕਿ ਆਪਣੇ ਸ਼ਹਿਰ ਦੇ ਵਿੱਚ ਵੀ ਬੜਾ ਵੱਡਾ ਇੱਕ ਨਿਕਲ ਕੇ ਸਾਹਮਣੇ ਆਇਆ ਸੀ ਕਿ ਗੁਰੂ ਮਹਾਰਾਜ ਦੇ ਸਰੂਪਾਂ ਦੀ ਜਿਹੜੀ ਛਪਾਈ ਨਿੱਜੀ ਘਰ ਦੇ ਵਿੱਚ ਹੁੰਦੀ ਸੀ। ਸੋ ਹੁਣ ਐਸਜੀਪੀਸੀ ਵੱਲੋਂ 11 ਜਾਣਿਆਂ ਤੇ ਕਾਰਵਾਈ ਕੀਤੀ ਗਈ ਹੈ। ਸੋ ਇਹਦੇ ਬਾਰੇ ਥੋੜਾ ਜਿਹਾ ਦੱਸੋ ਸਾਨੂੰ। ਗੁਰੂ ਗ੍ਰੰਥ ਸਾਹਿਬ ਜੀ ਹਾਜ਼ਰ ਨਾਜ਼ਰ ਗੁਰੂ ਵਜੋਂ ਜਾਣੇ ਜਾਂਦੇ ਨੇ। ਬਿਲਕੁਲ ਜੀ। 1601 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਦਾ ਕੰਮ ਸ਼ੁਰੂ ਹੋਇਆ। ਉਸ ਤੋਂ ਪਹਿਲਾਂ ਬਾਣੀ ਇਕੱਠੀ ਹੋ ਰਹੀ ਸੀ ਜੀ। ਸ਼ੇਖ ਫਰੀਦ ਦੀ ਬਾਣੀ ਗੁਰੂ ਨਾਨਕ ਦੇਵ ਜੀ ਦੇ ਹੱਥ ਲੱਗੀ। ਉਹਨਾਂ ਤੋਂ ਪਹਿਲਾਂ ਜਿਹੜੇ ਹੋਰ ਭਗਤ ਹੋਏ ਨੇ, ਸੂਫੀ ਕਵੀ ਹੋਏ ਨੇ, ਸ਼ੇਖ ਫਰੀਦ ਤੋਂ ਇਲਾਵਾ ਭਗਤ ਕਬੀਰ ਜੀ, ਨਾਮਦੇਵ ਜੀ, ਗੁਰੂ ਨਾਨਕ ਦੇਵ ਜੀ ਨੇ ਆਪ ਬਾਣੀ ਰਚੀ। ਪਹਿਲੇ 5 ਗੁਰੂਆਂ ਨੇ ਬਾਣੀ ਦੀ ਸਿਰਜਣਾ ਕੀਤੀ ਜੀ। ਗੁਰੂ ਅਰਜਨ ਦੇਵ ਜੀ ਤੱਕ ਜਦੋਂ ਗੁਰਗੱਦੀ ਕਿਸੇ ਅਗਲੇ ਗੁਰੂ ਨੂੰ ਸੌਂਪੀ ਜਾਂਦੀ ਸੀ ਤੇ ਨਾਲ ਬਾਣੀ ਦੀਆਂ ਪੋਥੀਆਂ ਵੀ ਅਦਬ ਸਹਿਤ ਸੌਂਪੀਆਂ ਜਾਂਦੀਆਂ ਸੀ। ਗੁਰੂ ਅਰਜਨ ਦੇਵ ਜੀ ਨੂੰ ਇਹ ਮਹਿਸੂਸ ਹੋਇਆ ਕਿ ਬਾਣੀ ਨੂੰ ਇੱਕ ਥਾਂ ਇਕੱਠਾ ਕਰਕੇ ਸਟੀਕ ਰੂਪ ਦੇ ਵਿੱਚ ਸਾਂਭਿਆ ਜਾਵੇ। ਉਹਨਾਂ ਨੇ ਆਪਣੇ ਸਮੇਂ ਦੇ ਸਭ ਤੋਂ ਵੱਡੇ ਸਕਾਲਰ ਵਿਦਵਾਨ ਭਾਈ ਗੁਰਦਾਸ ਜੀ ਨੂੰ ਇਸ ਕਾਰਜ ਲਈ ਚੁਣਿਆ। ਅੰਮ੍ਰਿਤਸਰ ਸ਼ਹਿਰ ਦੇ ਵਿੱਚ, ਜਿੱਥੇ ਹੁਣ ਹਰਿਮੰਦਰ ਸਾਹਿਬ ਹੈ, ਉਸ ਜਗ੍ਹਾ ਤੇ ਪਾਵਨ ਮੁਕੱਦਸ ਅਸਥਾਨ ਤੇ 1601 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਹੱਥ ਲਿਖਤ ਬੀੜ ਤਿਆਰ ਕਰਨੀ ਸ਼ੁਰੂ ਹੋਈ, ਜਿਹੜੀ ਭਾਈ ਗੁਰਦਾਸ ਜੀ ਨੇ ਕੀਤੀ। ਉਹਨਾਂ ਦੀ ਖੁਸ਼ਖਤ ਬੜੀ ਵਧੀਆ ਸੀ, ਹੱਥ ਲਿਖਤ, ਤੇ ਉਹ ਬ੍ਰਿਜ ਭਾਸ਼ਾ ਤੇ ਹੋਰਨਾਂ ਭਾਸ਼ਾਵਾਂ ਦੇ ਬੜੇ ਵੱਡੇ ਵਿਦਵਾਨ ਸਨ। ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਿਰਫ ਪੰਜਾਬੀ ਭਾਸ਼ਾ ਦੇ ਹੀ ਜਿਹੜੇ ਸ਼ਬਦ ਨਹੀਂ ਹੈ, ਹੋਰਨਾਂ ਭਾਸ਼ਾਵਾਂ ਜਿਹੜੀਆਂ ਉਦੋਂ ਭਾਰਤੀ ਭਾਸ਼ਾਵਾਂ ਮੌਜੂਦ ਸੀ ਉਹਨਾਂ ਵੇਲਿਆਂ 'ਚ, ਉਹ ਇੱਕ ਸੱਭਿਆਚਾਰ ਦਾ ਮੁਜੱਸਮਾ ਹੈ ਜਿਹਦੇ 'ਚ ਉੱਚੀ ਸੁੱਚੀ ਜੀਵਨ ਜਾਚ ਦਰਸਾਈ ਗਈ ਹੈ। 1604 ਦੇ ਵਿੱਚ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਸੰਪਾਦਨਾ ਦਾ ਕਾਰਜ ਮੁਕੰਮਲ ਹੁੰਦਾ ਹੈ ਔਰ ਇੰਨੀ ਸੁਚੱਜੀ ਵਿਉਂਤਬੰਦੀ ਹੈ ਕਿ ਉਹਦੇ 'ਚ ਉਦੋਂ ਵੀ, ਕਿਉਂਕਿ ਕੱਚੀ ਬਾਣੀ ਰਲਣ ਦਾ ਜਿਹੜਾ ਖਦਸ਼ਾ ਪੈ ਰਿਹਾ ਸੀਗਾ, ਉਦੋਂ ਵੀ ਪਹੁੰਚ ਰਹੇ ਸੀਗੇ ਸ਼ਾਹ ਹੁਸੈਨ ਵਰਗੇ ਜਿਹੜੇ ਗੁਰੂ ਅਰਜਨ ਦੇਵ ਜੀ ਦੇ ਸਮਕਾਲੀ ਸੀ ਕਿ ਸਾਡੀਆਂ ਰਚਨਾਵਾਂ ਨੂੰ ਸ਼ਾਮਲ ਕਰ ਲਓ। ਪੀਲੂ ਪਹੁੰਚ ਗਿਆ ਉੱਥੇ, ਜਦੋਂ ਉਹਨਾਂ ਨੂੰ ਗੁਰੂ ਅਰਜਨ ਦੇਵ ਜੀ ਨੇ ਪੁੱਛਿਆ ਕਿ ਦੱਸੋ ਤੁਹਾਡੀ ਕੋਈ ਰਚਨਾ ਸੁਣਾਓ, ਤਾਂ ਕੰਨ ਤੇ ਹੱਥ ਲਾ ਕੇ ਉਹਨਾਂ ਨੇ ਸੱਦ ਲਾਈ ਕਿ ਭੱਠ ਰੰਨਾਂ ਦੀ ਦੋਸਤੀ ਖੁਰੀ, ਜਿਨ੍ਹਾਂ ਦੀ ਮੱਤ ਪਹਿਲਾਂ ਹੱਸ ਲਾਉਂਦੀਆਂ ਜਾ ਰਹੀਆਂ ਤੇ ਪਿੱਛੋਂ ਰੋ ਦਿੰਦੀਆਂ ਦੱਸ। ਤੇ ਉਹ ਜਦੋਂ ਜਿਸ ਗ੍ਰੰਥ ਸਾਹਿਬ ਦੇ ਵਿੱਚ ਗੁਰਮਤ ਆਸ਼ੇ ਨੂੰ ਪਰਨਾਇਆ ਹੋਵੇ ਤੇ ਇਹ ਕਿਹਾ ਹੋਵੇ ਸੋ ਕਿਉ ਮੰਦਾ ਆਖੀ ਜਿਤ ਜੰਮੇ ਰਾਜਾਨ, ਉਹਦੇ ਚੋਂ ਖੁਰਾਂ ਚ ਮੱਤ ਜੇ ਕੋਈ ਕਵੇ ਤਾਂ ਉਹਨੂੰ ਕਿਵੇਂ ਸ਼ਾਮਲ ਕੀਤਾ ਜਾ ਸਕਦਾ ਸੀ। ਉਹ ਸਤਕਾਰ ਸਹਿਤ ਉਹਨਾਂ ਨੂੰ ਵਾਪਸ ਕਰਤਾ ਕਿ ਭਾਈ ਇਹੋ ਜਿਹੇ ਵਿਚਾਰਾਂ ਦੀ ਇੱਥੇ ਕੋਈ ਥਾਂ ਨਹੀਂ।
ਸਾਡੇ ਲਈ ਗੁਰੂ ਗ੍ਰੰਥ ਸਾਹਿਬ ਪੂਜਨੀਕ ਵੀ ਹੈ ਤੇ ਅਮਲਾਂ ਦੇ ਕਰਨ ਦੇ ਯੋਗ ਵੀ ਹੈ, ਕਿਉਂਕਿ ਸਾਨੂੰ ਉਹ ਤੋਂ ਸੇਧ ਮਿਲਦੀ ਹੈ ਜੀ। ਉਹ ਮਹਿਜ਼ ਇੱਕ ਕਿਤਾਬ ਨਹੀਂ ਹੈ। ਭਾਵੇਂ ਲਾਇਬ੍ਰੇਰੀਆਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਭ ਤੋਂ ਉੱਚੀ ਜਗ੍ਹਾ ਤੇ ਰੱਖਿਆ ਜਾਂਦਾ ਹੈ, ਪਰ ਜਿੱਥੇ ਛਪਾਈ ਹੁੰਦੀ ਹੈ SGPC ਕੋਲ, ਉੱਥੋਂ 1 ਨਹੀਂ 2 ਨਹੀਂ 12 ਨਹੀਂ 14 ਨਹੀਂ 267 ਸਰੂਪ ਪਤਾ ਹੀ ਨਹੀਂ ਲੱਗੇ ਕਿ ਕਿੱਧਰ ਗਏ, ਤਾਂ ਗੱਲ ਕਿੱਡੀ ਵੱਡੀ ਬਣਦੀ ਹੈ। ਤੁਹਾਡੇ ਘਰ ਦੇ ਵਿੱਚੋਂ ਕੋਈ ਚੋਰੀ ਕਰਕੇ ਲੈ ਜਾਏ ਚੀਜ਼ ਵਸਤੂ, ਤੁਹਾਨੂੰ ਫਿਕਰ ਪੈ ਜਾਂਦਾ, ਤੁਸੀਂ ਰਿਪੋਰਟਾਂ ਲਿਖਾਉਣੇ ਹੋ। ਇਹ ਕਿਸੇ ਨੇ ਕਈ ਮਹੀਨੇ ਕਈ ਸਾਲ ਬੱਤੀ ਨਾ ਵਾਹੀ, ਪਤਾ ਹੀ ਨਾ ਕੀਤਾ ਕਿ ਕਿੱਧਰ ਗਏ। ਫਿਰ ਜਦੋਂ ਰੌਲਾ ਪਿਆ, ਗੱਲ ਸਾਹਮਣੇ ਆਈ, ਤਾਂ ਇੱਕ ਪੜਤਾਲੀਆ ਕਮੇਟੀ ਕਾਇਮ ਕੀਤੀ ਗਈ। ਉਸ ਕਮੇਟੀ ਨੇ ਰਿਪੋਰਟ ਦਿੱਤੀ। SGPC ਦੀ ਰਾਤੀ ਬੈਠਕ ਹੋਈ। ਬੈਠਕ ਦੇ ਵਿੱਚ 11 ਜਣਿਆਂ ਤੇ ਕਾਰਵਾਈ ਕੀਤੀ ਗਈ ਹੈ। ਤੁਹਾਨੂੰ ਯਾਦ ਹੋਵੇਗਾ ਇੱਕ ਬਹੁਤ ਮਹਿੰਗੇ ਅਫਸਰ SGPC ਚ ਆਏ ਸੀ, ਹਰਚਰਨ ਸਿੰਘ, ਬੈਂਕ ਦੇ ਬੜੇ ਵੱਡੇ ਅਧਿਕਾਰੀ ਸੀ, ਉਹਨਾਂ ਕੋਲ ਬੈਂਕ ਦਾ ਬੜਾ ਵੱਡਾ ਤਜਰਬਾ ਸੀ, ਦਾੜੀ ਬੰਨ੍ਹ ਕੇ ਰੱਖਦੇ ਸੀ। ਜਦੋਂ SGPC ਚ ਆਏ ਤਾਂ ਉਹਨਾਂ ਨੇ ਆ ਕੇ ਦਾੜੀ ਖੋਲ ਲਈ। 1.5 ਲੱਖ ਉਹਨਾਂ ਦੀ ਤਨਖਾਹ ਸੀ ਮਹੀਨੇ ਦੀ, ਤੇ ਵੱਖਰੇ ਭੱਤੇ ਜਿਹੜੇ ਹੋਰ ਮਿਲਦੇ ਸੀਗੇ। ਬੜਾ ਰੌਲਾ ਪੈਂਦਾ ਸੀ ਕਿ ਇਸ ਬੰਦੇ ਨੂੰ ਗੁਰੂ ਦੀ ਗੋਲਕ ਕਿਉਂ ਲੁਟਾਈ ਜਾ ਰਹੀ ਹੈ। ਉਹਨੇ ਬਾਅਦ ਚ ਛੱਡਣ ਤੋਂ ਮਗਰੋਂ ਕਾਫੀ ਖੁਲਾਸੇ ਕੀਤੇ ਸੀ, ਜਿਹੜੇ ਸਨਸਨੀਖੇਜ਼ ਖੁਲਾਸੇ ਸੀ। ਉਹਨਾਂ ਖਿਲਾਫ ਵੀ ਹੁਣ ਕਾਰਵਾਈ ਹੋਊਗੀ ਕਿ ਤੁਹਾਡੀ ਦੇਖ ਰੇਖ ਦੇ ਵਿੱਚ ਇਹ ਸਾਰਾ ਕੁਝ ਹੋਇਆ, ਤੁਹਾਨੂੰ ਪਤਾ ਨਹੀਂ ਲੱਗਿਆ, ਤੁਸੀਂ ਨਿਗਰਾਨੀ ਰੱਖਣ ਚ ਅਸਫਲ ਰਹੇ ਹੋ, ਮੋਟੀਆਂ ਤਨਖਾਹਾਂ ਲੈ ਕੇ ਤੁਸੀਂ ਚੱਲਦੇ ਬਣੇ, ਤੇ ਉਹਨਾਂ ਤੇ ਵੀ ਕੇਸ ਦਰਜ ਹੋਏਗਾ। ਇੱਕ ਜਿਹੜੇ ਗੁਰਮਤਿ ਪ੍ਰਕਾਸ਼ ਮੈਗਜ਼ੀਨ ਹੈ SGPC ਕੱਢਦੀ ਹੈ, ਜਿਹਦੇ ਚ ਗੁਰਮਤਿ ਦੇ ਅਨੁਕੂਲ ਰਚਨਾਵਾਂ ਛਪਦੀਆਂ ਨੇ, ਡਾਕਟਰ ਰੂਪ ਸਿੰਘ ਨੇ, ਪੜ੍ਹੇ ਲਿਖੇ ਨੇ, ਉਹਨਾਂ ਖਿਲਾਫ ਵੀ ਕਾਰਵਾਈ ਕੀਤੀ ਗਈ ਹੈ। ਉਹ ਅਸਤੀਫਾ ਦੇ ਗਏ ਸੀ, ਉਹਨਾਂ ਦਾ ਅਸਤੀਫਾ ਪ੍ਰਵਾਨ ਹੋ ਗਿਆ, ਪਰ ਹੁਣ ਉਹਨਾਂ ਦਾ ਖਹਿੜਾ ਵੀ ਇਦਾਂ ਛੁੱਟਣ ਵਾਲਾ ਨਹੀਂਗਾ। ਇਸੇ ਤਰ੍ਹਾਂ ਜਿਹੜੇ ਕਸ਼ਮੀਰ ਸਕੱਤਰ ਨੇ, ਇੱਕ ਜਿਹੜਾ ਪੈਸੇ ਧੇਲੇ ਦਾ ਖਜ਼ਾਨੇ ਦਾ ਹਿਸਾਬ ਕਿਤਾਬ ਰੱਖਦਾ ਸੀ ਮਿਸਟਰ ਕੋਹਲੀ, ਉਹਦੇ ਖਿਲਾਫ ਵੀ ਕਾਰਵਾਈ ਹੋਈ ਹੈ, ਤੇ ਉਹਨੂੰ ਤਾਂ 7 ਕਰੋੜ ਤੋਂ ਵਧੇਰੇ ਰਕਮ ਭਰਨ ਦੇ ਵੀ ਹੁਕਮ ਦੇ ਦਿੱਤੇ ਗਏ ਨੇ, ਔਰ ਉਹਨਾਂ ਦੇ ਹੱਡਾਂ ਚੋਂ ਸਾਰਾ ਕੁਝ ਕੱਢਣਗੇ। ਹੁਣ ਗੱਲ ਇਹ ਸਿਰਫ ਜਿਹੜੀ ਦਿਖਾਈ ਦੇ ਰਹੀ ਹੈ ਇੰਨੀ ਕੁ ਨਹੀਂ ਹੈ, ਕਿਉਂਕਿ ਇਹ ਕਿਸੇ ਇੱਕ ਦੀ ਮਰਜ਼ੀ ਨਾਲ ਕੰਮ ਨਹੀਂ ਹੋਇਆ। ਇਹਦੇ 'ਚ ਇਹ ਤਾਂ ਹੋ ਨਹੀਂ ਸਕਦਾ ਕਿ SGPC ਦੇ ਮੁਤਹਿਦ ਚੱਲਦੇ ਛਾਪੇਖਾਨੇ ਚੋਂ ਸਰੂਪ ਲਗਾਤਾਰ ਗਾਇਬ ਹੁੰਦੇ ਰਹਿਣ ਤੇ ਪ੍ਰਧਾਨ ਨੂੰ ਪਤਾ ਨਾ ਲੱਗੇ। ਉਹ ਪ੍ਰਧਾਨ ਜਿਹੜਾ ਸਿਆਸੀ ਵੀ ਰਿਹਾ ਹੋਵੇ ਤੇ ਜਿਹਦੀ ਸਾਰੀ ਨਿਗਾਹ ਵੀ ਹੋਵੇ। ਹੁਣ ਗੱਲ ਜਿਹੜੀਆਂ ਕਨਸੋਆਂ ਇਹ ਮਿਲਦੀਆਂ ਨੇ ਜੀ ਕਿ ਸਿਫਾਰਿਸ਼ ਦੇ ਆਧਾਰ ਤੇ ਕਿਸੇ ਇੱਕ ਦੀ ਵੱਡੇ ਲੀਡਰ ਦੀ ਫੋਨ ਕਾਲ ਆਉਂਦੀ ਸੀ, ਤੇ ਉਹਦੇ 'ਚ ਕਿਹਾ ਜਾਂਦਾ ਸੀ ਕਿ ਫਲਾਣੇ ਬੰਦੇ ਨੂੰ ਆਪਣੇ ਘਰੇ ਉਹਨੇ ਪ੍ਰਕਾਸ਼ ਕਰਨਾ, ਤੇ ਉਹਨਾਂ ਨੂੰ ਸਰੂਪ ਚਾਹੀਦਾ, ਉੱਥੇ ਪਹੁੰਚਾ ਦਿਓ, ਜਾਂ ਉਹ ਆ ਕੇ ਲੈ ਜਾਂਦੇ ਸੀ ਆਪਣੀ ਕਾਰ 'ਚ ਧਰ ਕੇ ਬਾਕੀ ਸਮਾਨ ਵਾਂਗੂ। ਕਿਉਂਕਿ ਆਪਣੇ ਪੰਜਾਬ ਦੇ ਵਿੱਚ ਵੀ ਇੱਥੋਂ ਕੈਨੇਡਾ ਵਾਂਗ ਘਰਾਂ 'ਚ ਗੁਰੂ ਗ੍ਰੰਥ ਸਾਹਿਬ ਚੁਬਾਰੇ 'ਚ ਪ੍ਰਕਾਸ਼ ਕਰਨ ਦਾ ਰਿਵਾਜ ਹੈ। ਜਿਹੜੇ ਲੋਕ ਆਪਣੇ ਆਪ ਨੂੰ ਬੜੇ ਵੱਡੇ ਅਮੀਰ ਸਮਝਦੇ ਨੇ ਕਿ ਅਸੀਂ ਚੱਲ ਕੇ ਗੁਰੂ ਕੋਲ ਨਾ ਜਾਈਏ, ਗੁਰੂ ਨੂੰ ਅਸੀਂ ਆਪਣੇ ਘਰੇ ਰੱਖ ਲਈਏ, ਤੇ ਜਦੋਂ ਜੀ ਕਰੇ ਪੌੜੀਆਂ ਚੜ੍ਹ ਕੇ ਮੱਥਾ ਟੇਕ ਦਈਏ। ਇਹੋ ਜਿਹੇ ਲੋਕਾਂ ਦੀ ਪੰਜਾਬ ਦੀ ਧਰਤੀ ਤੇ ਕਮੀ ਨਹੀਂ ਹੈ। ਉਹਨਾਂ ਕੋਲ ਵੀ ਸਰੂਪ ਗਏ ਨੇ, ਭਾਵੇਂ ਉਹਨਾਂ ਨੇ ਇੱਕ ਦਿਨ ਵੀ ਉਹਨਾਂ ਨੂੰ ਪੜ੍ਹ ਕੇ ਜਾਂ ਉਸ ਤੇ ਅਮਲ ਕਰਕੇ ਨਾ ਦੇਖਿਆ ਹੋਵੇ, ਮੱਥਾ ਟੇਕ ਕੇ ਹੀ ਕੰਮ ਸਾਰ ਲਿਆ ਹੋਵੇ। ਇਹਦੇ ਨਾਲ ਨਾਲ ਇੱਕ ਹੋਰ ਤੁਹਾਨੂੰ ਜਿਹੜੀ ਗੱਲ ਯਾਦ ਹੋਵੇਗੀ, ਪੰਜਾਬ ਦੇ ਵਿੱਚ ਜਦੋਂ ਡੇਰਾ ਮੁਖੀ ਖਿਲਾਫ ਕਾਰਵਾਈ ਹੋਈ ਸੀ, ਉਹਦਾ ਸਮਾਜਿਕ ਬਾਈਕਾਟ ਕਰਨ ਦਾ ਐਲਾਨ ਹੋਇਆ ਸੀ, ਤਾਂ ਉਦੋਂ ਬਾਅਦ ਡੇਰਾ ਪ੍ਰੇਮੀਆਂ ਨੂੰ ਆਪਣੇ ਵਿਆਹ ਸ਼ਾਦੀਆਂ ਤੇ ਹੋਰ ਧਾਰਮਿਕ ਜਿਹੜੀਆਂ ਰਸਮਾਂ ਪੂਰੀਆਂ ਕਰਨ ਲਈ ਵੀ ਗੁਰੂ ਗ੍ਰੰਥ ਸਾਹਿਬ ਦੇਣ ਤੋਂ ਇਨਕਾਰ ਕੀਤੇ ਗਏ ਸੀ। ਉਦੋਂ ਵੀ ਸਿਆਸੀ ਪਾਰਟੀ ਦੇ ਆਗੂਆਂ ਦੀ ਸ਼ਹਿ ਤੇ, ਜਿਨ੍ਹਾਂ ਨੇ ਉਹਨਾਂ ਡੇਰਾ ਪ੍ਰੇਮੀਆਂ ਦੀਆਂ ਵੋਟਾਂ ਲੈਣੀਆਂ ਸੀ, ਵੋਟਾਂ ਦੇ ਰੂਪ 'ਚ ਉਹਨਾਂ ਨੂੰ ਪ੍ਰਸ਼ਾਦ ਮਿਲਣਾ ਸੀ ਉਹਨਾਂ ਡੇਰੇਦਾਰਾਂ ਤੋਂ, ਕਿਆ ਇਹ ਵੀ ਜਾ ਰਿਹਾ ਕਿ ਉਹਨਾਂ ਤੱਕ ਵੀ ਇਹੋ ਜਿਹੇ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਛੁਪੇ ਪਹੁੰਚਾਏ ਗਏ ਆ ਕਿ ਕੋਈ ਗੱਲ ਨਹੀਂ, ਅਸੀਂ ਤੁਹਾਡਾ ਪੂਰਾ ਖਿਆਲ ਰੱਖ ਰਹੇ ਹਾਂ, ਤੁਸੀਂ ਸਾਡਾ ਖਿਆਲ ਰੱਖੋ ਜੇ ਤੇ ਲੈ ਜਾਓ, ਤੁਹਾਨੂੰ ਗੁਰਦੁਆਰਾ ਵਾਲੇ ਨੇ ਮੋੜ ਤਾਂ ਵਾਪਸ ਨਹੀਂ ਦਿੱਤਾ, ਉੱਥੋਂ ਭਜਵਾ ਦਿੰਨੇ ਆ, ਉੱਥੋਂ ਮੰਗਵਾ ਦਿੰਨੇ ਆ। ਇਹ ਸਾਰਾ ਹੁਣ ਕੁਝ ਪਤਾ ਲੱਗੇਗਾ। ਸੋ 11 ਜਣਿਆਂ ਖਿਲਾਫ ਕਾਰਵਾਈ ਤਾਂ ਹੋ ਗਈ ਹੈ, ਪਰ ਇਹਦੇ ਪਿੱਛੇ ਕਿਹੜੀਆਂ ਤਾਕਤਾਂ ਸੀ, ਉਹਨਾਂ 11 ਜਣਿਆਂ ਤੋਂ ਕੌਣ ਇਹ ਸਾਰਾ ਕੁਝ ਕਰਵਾ ਰਿਹਾ ਸੀ, ਜਾਂ ਉਹ ਆਪ ਖੁਦਰੀਆਂ ਕਰ ਰਹੇ ਸੀ, ਤਾਂ ਇਹ ਗੱਲ ਅਜੇ ਆਉਣ ਵਾਲੇ ਦਿਨਾਂ 'ਚ ਸਾਹਮਣੇ ਆਏਗੀ ਤੇ ਆਪਾਂ ਫਿਰ ਇਹਦੇ ਤੇ ਦੁਬਾਰਾ ਚਰਚਾ ਕਰਾਂਗੇ। ਜੀ ਸਾਡੇ ਨਾਲ ਕਾਲਰ ਨੇ ਜੀ, ਸਵਾਗਤ ਹੈ ਜੀ ਤੁਹਾਡਾ ਸਾਂਝਾ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਥੈਂਕ ਯੂ ਜੀ ਤੁਹਾਡਾ। ਆਪਣੇ ਮੈਂ ਕੈਲਗਰੀ 'ਚ ਬੈਠਾ ਸੁਣਦਾ ਜੀ ਤੁਹਾਡਾ ਪ੍ਰੋਗਰਾਮ, ਬਹੁਤ ਆਪਣਾ ਦਿਨ ਦੁਗਣੀ ਜਾਂ ਚੁਗਣੀ ਬਖਸ਼ੇ। ਪਹਿਲਾਂ ਪ੍ਰੋਗਰਾਮ ਅੱਗੇ ਅਰਦਾਸ ਬੇਨਤੀ ਕਰੂੰਗਾ। ਥੈਂਕ ਯੂ ਜੀ।
ਦੂਸਰੇ ਪਾਸੇ ਜਿਹੜੀ ਇਹ ਤਬਦੀਸ਼ ਹੋਈ ਗੁਰੂ ਗ੍ਰੰਥ ਸਾਹਿਬ ਦੇ ਆਪਣੇ ਨਾ ਸਰੂਪਾਂ ਦੀ, ਜੀ ਉਹ 268 ਦੀ ਬਜਾਏ 300, ਮੇਰੇ ਖਿਆਲ 68 ਦੀ ਕੁਝ ਇਨਫੋਰਮੇਸ਼ਨ ਮੈਂ ਪਰਸੋਂ ਚੌਥ ਜਿਹੜੀ ਆਪਣੇ ਸੁਣੀ ਆ। ਭਾਈ ਸਾਹਿਬ ਮਤਲਬ ਉਹ ਪਿਛਲੇ ਹੀ ਦੱਸਦੇ ਕੋਈ ਜਿਹੜੀ ਨਵੀਂ ਆ ਇਹਦੇ ਬਾਰੇ ਕੋਈ ਚਾਨਣਾ ਪਾਉਣਗੇ ਜਿਹੜੇ 300 ਦੇ ਉੱਪਰ ਚਲੇ ਗਏ, 368 ਦੀ ਜਿਹੜੀ ਤਬਦੀਸ਼ ਉਹਨਾਂ ਨੇ ਜਾਰੀ ਕੀਤੀ ਆ। ਬਿਲਕੁਲ ਜੀ, ਦੱਸਦੇ ਆ ਉਹਦੇ ਬਾਰੇ ਵੀ। 3-4 ਦਿਨ ਹੋ ਗਏ ਜੀ। ਜਰੂਰ ਜੀ, ਥੈਂਕ ਯੂ ਜੀ ਤੁਹਾਡਾ। ਵੈਲਕਮ ਜਾਂਦੇ ਵਾਸਤੇ ਰਹੋ ਜੀ। ਬਿਲਕੁਲ ਜੀ, ਜਿਹੜੀ ਹੁਣ ਇੱਕ ਪ੍ਰੈਸ ਨੋਟ SGPC ਵੱਲੋਂ ਜਾਰੀ ਕੀਤਾ ਗਿਆ ਸੀ, ਸੋ ਮੰਗਲਵਾਰ ਵਾਲੇ ਦਿਨ ਅਸੀਂ ਉਹ ਪ੍ਰੈਸ ਨੋਟ ਪੜ੍ਹਿਆ ਸੀ। ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਸੀ ਕਿ ਉਹਨਾਂ ਦੀ ਪ੍ਰਿੰਟਿੰਗ ਪ੍ਰੈਸ ਦੇ ਲੇਜ਼ਰਾਂ ਦੇ ਵਿੱਚ ਕੋਈ ਛੇੜਛਾੜ ਹੋਈ ਸੀ। ਸੋ 267 ਨਹੀਂ 384 ਜਿਹੜੇ ਸਰੂਪ ਸੀ ਉਹ ਕਿਤੇ ਗਏ ਨਹੀਂ, ਕਹਿੰਦੇ ਉਹ ਵਿੱਚੋਂ ਹੀ ਸਿਸਟਮ ਦੇ ਵਿੱਚੋਂ ਹੀ ਕਿਸੇ ਤਰ੍ਹਾਂ ਉਹ ਗਾਇਬ ਹੋ ਗਏ ਸੀ, ਸਿਸਟਮ ਚੋਂ ਹੀ ਹੋ ਗਏ ਸੀ। ਉਹਨਾਂ ਦੇ ਕਹਿਣ ਮੁਤਾਬਕ ਉਹ ਪ੍ਰਿੰਟ ਨਹੀਂ ਹੋਏ ਸੀ, ਵੀ ਸਿਸਟਮ ਨਾਲ ਹੀ ਛੇੜਛਾੜ ਹੋਈ ਸੀਗੀ। ਸੋ ਉਹ ਜਿਹੜਾ ਉਹਦਾ ਪਿਛਲੀ ਵਾਰੀ ਅਸੀਂ ਪੜ੍ਹਿਆ ਸੀ, ਸੋ ਮੈਂ ਕੱਲ ਜ਼ਰੂਰ ਉਹਨੂੰ ਦੁਬਾਰਾ ਇੱਕ ਵਾਰੀ ਫਿਰ ਪੜ੍ਹੂੰਗੀ। ਹਾਂਜੀ, ਔਰ ਕਿਉਂਕਿ ਸਿਸਟਮ ਵਿੱਚ ਛੇੜਛਾੜ ਦਾ ਬਹਾਨਾ ਬਣਾ ਕੇ ਉਹ ਸੁਰਖਰੂ ਨਹੀਂ ਹੋ ਸਕਦੇ, ਇਹਦੀ ਵੀ ਜਾਂਚ ਹੋਣੀ ਚਾਹੀਦੀ ਹੈ। ਜੇ ਸਿਸਟਮ ਦੇ ਵਿੱਚ ਹੀ ਛੇੜਛਾੜ ਹੋਈ ਹੈ ਤਾਂ ਉੱਥੇ ਇਹ ਤਾਂ ਹੈ ਨਹੀਂ ਕੋਈ ਆਰਡੀਨਰੀ ਕਿਤਾਬ ਛਾਪੀ ਜਾ ਰਹੀ ਹੈ, ਸਾਡੇ ਪਾਵਨ ਪਵਿੱਤਰ ਸਰੂਪਾਂ ਨੂੰ ਛਾਪਿਆ ਜਾ ਰਿਹਾ ਹੈ ਜਿਨ੍ਹਾਂ ਨੂੰ ਅਸੀਂ ਗੁਰੂ ਦਾ ਦਰਜਾ ਦਿੱਤਾ ਹੋਇਆ ਹੈ, ਤੇ ਉਹਨਾਂ ਦੇ ਬਾਰੇ ਜੇ ਸਿਸਟਮ ਦੇ ਵਿੱਚ ਉਹ ਛਪਾਈ ਹੋ ਰਹੀ ਹੈ, ਪ੍ਰਕਾਸ਼ਨਾ ਹੋ ਰਹੀ ਹੈ, ਜੇ ਕੋਈ ਛੇੜਛਾੜ ਹੁੰਦੀ ਹੈ ਤਾਂ ਉਹਨੂੰ ਪੂਰੀ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਸੀ ਜੀ। ਬਿਲਕੁਲ ਜੀ। ਤੇ ਅਗਲੀ ਜਿਹੜੀ ਅਸੀਂ ਤੁਹਾਡੇ ਤੋਂ ਖਬਰ ਜਾਣਨੀ ਚਾਹਾਂਗੇ, ਕਹਿੰਦੇ ਕਿ ਬਠਿੰਡੇ ਵਾਲੇ, ਵੈਸੇ ਤਾਂ ਪਿਛਲੇ ਜੇ ਅਸੀਂ ਹਫਤੇ ਗੱਲ ਕੀਤੀ ਸੀ ਸੋਮਵਾਰ ਕਿ ਮੋਗੇ ਵਾਲੇ ਵੀ ਬੜੇ ਕਮਾਲ ਕਰੀ ਜਾਂਦੇ ਆ, ਪਰ ਹੁਣ ਕਹਿੰਦੇ ਬਠਿੰਡੇ ਵਾਲੇ ਵੀ ਲਾਰਿਆਂ ਦੀ ਪੰਡ ਚੁੱਕ ਕੇ ਲੈ ਗਏ। ਕਿਹੜੇ ਲਾਰਿਆਂ ਦੀ ਪੰਡ ਸੀ ਉਹ? ਦੇਖੋ ਜੀ, ਲੀਡਰਾਂ ਤੋਂ ਪੰਜਾਬ ਵਾਸੀਆਂ ਨੂੰ ਲਾਰਿਆਂ ਤੋਂ ਸਿਵਾਏ ਕੁਝ ਨਹੀਂ ਮਿਲਿਆ, ਚਾਹੇ ਉਹ ਨੀਲੀਆਂ ਪੱਗਾਂ ਵਾਲੇ ਹੋਣ ਤੇ ਚਾਹੇ ਹੁਣ ਚਿੱਟੀਆਂ ਪੱਗਾਂ ਵਾਲੇ ਤੇ ਟੋਪੀਆਂ ਵਾਲੇ, ਸਾਰਿਆਂ ਨੇ ਲੋਕਾਂ ਨੂੰ ਲੁੱਟਿਆ ਤੇ ਕੁੱਟਿਆ। ਵਾਰ-ਵਾਰ ਸਰਕਾਰਾਂ ਬਦਲਦੀਆਂ ਰਹੀਆਂ ਨੇ, ਨਵਿਆਂ ਨੇ ਆਸਾਂ ਉਮੀਦਾਂ ਬਣਾਈਆਂ, ਪਰ ਫਿਰ ਲੋਕ ਇੱਕ ਵਾਰੀ ਠੱਗੇ ਮਹਿਸੂਸ ਕਰਨ ਲੱਗੇ। ਬਠਿੰਡੇ ਦੀ ਜੇ ਗੱਲ ਕਰੀਏ ਤਾਂ ਬਠਿੰਡਾ ਬਾਦਲਾਂ ਦਾ ਜਿਹੜਾ ਅਪਣਾਇਆ ਹੋਇਆ ਸ਼ਹਿਰ ਹੈ, ਜਿਵੇਂ ਕੈਪਟਨ ਅਮਰਿੰਦਰ ਦਾ ਜੱਦੀ ਸ਼ਹਿਰ ਹੈ ਪਟਿਆਲਾ, ਉਵੇਂ ਬਾਦਲਾਂ ਨੂੰ ਵੀ ਆਪਣੇ ਨੇੜੇ ਕਿਸੇ ਵੱਡੇ ਸ਼ਹਿਰ ਨੂੰ ਅਪਣਾਉਣ ਦੀ ਲੋੜ ਸੀ ਜਿੱਥੇ ਸਾਰਾ ਕੁਝ ਹੋਵੇ, ਤਰੱਕੀ ਉਹ ਦਿਖਾ ਸਕਣ। ਬਠਿੰਡੇ ਦੀਆਂ ਸੜਕਾਂ ਨਵੀਆਂ ਬਣਾਤੀਆਂ, ਫਲਾਈਓਵਰ ਬਣਾਤੇ, ਬੜਾ ਕੁਝ ਬਠਿੰਡੇ ਦੀ ਤਰੱਕੀ ਹੋ ਗਈ, ਨਕਸ਼ਾ ਬਦਲ ਕੇ ਰੱਖਤਾ। ਉੱਥੋਂ ਬਠਿੰਡੇ ਵਾਲਿਆਂ ਨੇ ਵਾਰ-ਵਾਰ ਹਰਸਿਮਰਤ ਕੌਰ ਬਾਦਲ ਨੂੰ ਵੀ ਜਿਤਾਇਆ ਕਿ ਅਸੀਂ ਵੀ ਤੁਹਾਡਾ ਜਿਹੜਾ ਇਹ ਦੇਣਾ ਦੇ ਨਹੀਂ ਸਕਦੇ, ਵੋਟਾਂ ਹੀ ਦੇ ਸਕਦੇ। ਬਠਿੰਡਾ VIP ਹਲਕਾ ਜੀ, ਬਾਦਲ ਉੱਥੇ ਕੱਲੇ ਸੁਖਬੀਰ ਬਾਦਲ ਦਾ ਪਰਿਵਾਰ ਹੀ ਨਹੀਂ ਹੈ, ਉਹਨਾਂ ਦੇ ਚਾਚੇ ਦਾ ਪੁੱਤ ਵੀ ਉੱਥੇ ਹੀ ਹੈ, ਮਨਪ੍ਰੀਤ ਬਾਦਲ ਵੀ ਜਿਹੜਾ ਉੱਥੇ ਹੀ ਹੁਣ MLA ਬਣਿਆ, ਤੇ ਖਜ਼ਾਨੇ ਦੀਆਂ ਚਾਬੀਆਂ ਵੀ ਉਹਦੇ ਕੋਲ ਹੈ। ਜਦੋਂ ਵਿਧਾਨ ਸਭਾ ਚੋਣਾਂ ਹੋਣੀਆਂ ਸਨ ਤਾਂ ਉਦੋਂ ਚੋਣ ਜਲਸੇ ਹੁੰਦੇ ਸੀ, ਰੈਲੀਆਂ ਹੁੰਦੀਆਂ ਸੀ, ਭਾਵਕ ਤਕਰੀਰਾਂ ਹੁੰਦੀਆਂ ਸੀ। ਮਨਪ੍ਰੀਤ ਬਾਦਲ ਉਦੋਂ ਬਠਿੰਡੇ ਵਾਲਿਆਂ ਨੂੰ ਕਹਿੰਦੇ ਰਹੇ, ਥਰਮਲ ਪਲਾਟਾਂ ਦੀਆਂ ਚਿਮਨੀਆਂ ਵੱਲ ਹੱਥ ਖੜੇ ਕਰਕੇ, ਬਠਿੰਡੇ ਵਾਲਿਓ ਸਾਨੂੰ ਲਿਆਓ, ਆ ਚਿਮਨੀਆਂ 'ਚ ਧੂਆਂ ਕੱਢ ਦਿਆਂਗੇ। ਉਹ ਚਿਮਨੀਆਂ 'ਚ ਉਹਨਾਂ ਨੇ ਇਹੋ ਜਿਹਾ ਧੂਆਂ ਕੱਢਿਆ ਕਿ ਥਰਮਲ ਪਲਾਂਟ ਨੂੰ ਵੇਚਣ ਦਾ ਫੈਸਲਾ ਕਰ ਲਿਆ, ਉਹ ਮਨਜ਼ੂਰੀ ਮਿਲ ਗਈ ਹੈ। ਉੱਥੇ ਆਧੁਨਿਕ ਕਲੋਨੀਆਂ ਵਸਾਈਆਂ ਜਾਣਗੀਆਂ। ਥਰਮਲ ਪਲਾਂਟ ਦੇ ਵਿੱਚ ਜਿਹੜੇ ਮੁਲਾਜ਼ਮ ਕੰਮ ਕਰਦੇ ਸੀ ਉਹਨਾਂ ਚੋਂ ਕਈਆਂ ਨੂੰ ਤਾਂ ਹੋਰਨਾਂ ਅਦਾਰਿਆਂ 'ਚ ਸ਼ਿਫਟ ਕਰਤਾ, ਪਰ ਉਹ 45 ਸਾਲਾਂ ਦੇ ਵਿੱਚ ਹੀ ਥਰਮਲ ਪਲਾਂਟ ਦਾ ਭੋਗ ਪਾਤਾ, ਜਿਹੜਾ ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਸਥਾਪਨਾ ਦਿਵਸ ਦੇ ਉੱਪਰ ਜਿਹਨੂੰ ਸਥਾਪਿਤ ਕੀਤਾ ਗਿਆ ਸੀਗਾ, ਤੇ ਉਹਨੂੰ ਐਡੀ ਜਲਦੀ ਉਹਦੀ ਅਹੁਦ ਹੰਢਾ ਦਿੱਤੀ ਗਈ। ਅਜੇ ਉਹ ਚੱਲ ਸਕਦਾ ਸੀ ਤੇ ਉਹਨੂੰ ਕੇਂਦਰ ਸਰਕਾਰ ਨੇ ਪਰਾਲੀ ਤੇ ਚੱਲਣ ਦੀ ਮਨਜ਼ੂਰੀ ਦੇ ਦਿੱਤੀ ਸੀ। ਇੱਕ ਤੀਰ ਨਾਲ ਦੋ ਨਿਸ਼ਾਨੇ ਵੱਜ ਰਹੇ ਸੀ, ਇਲਾਕੇ ਦੀ ਜਿਹੜੀ ਪ੍ਰਦੂਸ਼ਣ ਦੀ ਸਮੱਸਿਆ ਤੋਂ ਨਿਜਾਤ ਮਿਲਣੀ ਸੀ, ਕਿਸਾਨਾਂ ਦੀ ਪਰਾਲੀ ਸਾਂਭੀ ਜਾਣੀ ਸੀ, ਪਰ ਕਿਉਂਕਿ ਇਹਨਾਂ ਨੇ ਆਪਣੇ ਨਿੱਜੀ ਹਿੱਤਾਂ ਨੂੰ ਦੇਖਿਆ, ਹੁਣ ਉਹ ਜਿਹੜੇ ਲਾਰੇ ਲਾਏ ਸੀ ਕਿ ਚਿਮਨੀਆਂ 'ਚ ਧੂਆਂ ਕੱਢ ਦਿਆਂਗੇ, ਬਠਿੰਡੇ ਨੂੰ ਵਿਕਾਸ ਦੇ ਪੱਖੋਂ ਪਹਿਲੇ ਨੰਬਰ ਤੇ ਲਿਆਵਾਂਗੇ, ਉਹ ਲੋਕ ਲਾਰੇ ਯਾਦ ਕਰਵਾ ਰਹੇ ਨੇ। ਤੇ ਲਾਰੇ ਯਾਦ ਕਰਾਉਣ ਲਈ ਉਹਨਾਂ ਨੇ ਤਰੀਕਾ ਬੜਾ ਵਧੀਆ ਵਰਤਿਆ, ਜਿਹਨੇ ਸੁਰਖੀਆਂ ਬਟੋਰੀਆਂ ਨੇ, ਉਹ ਬੋਤਾ ਲੈ ਕੇ ਆਏ, ਊਠ ਲਿਆਏ, ਊਠ ਦੇ ਉੱਪਰ ਇੱਕ ਪੰਡ ਲੱਦੀ ਹੋਈ ਸੀ। ਜਦੋਂ ਪੁੱਛਿਆ ਮੀਡੀਆ ਕਰਮੀਆਂ ਨੇ ਕਿ ਆਹ ਭਾਈ ਪੰਡ ਤੁਸੀਂ ਲੈ ਕੇ ਕਿੱਥੇ ਜਾ ਰਹੇ ਹੋ, ਤੂੜੀ ਤਾਂ ਲੱਗਦੀ ਨਹੀਂ, ਇਹਦੇ 'ਚ ਕੀ ਹੈ? ਕਹਿੰਦੇ ਇਹ ਲਾਰਿਆਂ ਦੀ ਪੰਡ ਹੈ। ਬੋਤੇ ਦੇ ਲੈ ਕੇ ਜਾ ਰਹੇ, ਲਾਰਿਆਂ ਦੀ ਪੰਡ ਇੰਨੀ ਭਾਰੀ ਹੋ ਗਈ ਕਿ ਬੋਤਾ ਰੱਖ ਲਿਆਉਣਾ ਪਿਆ, ਚੱਕ ਨਹੀਂ ਸਕਦੇ ਤੇ ਸਾਨੂੰ ਬੋਤਾ ਲਿਆਉਣਾ ਪਿਆ। ਉਹ ਬੋਤੇ ਦੀ ਮੁਹਾਰ ਫੜ ਕੇ ਇੱਕ ਆਦਮੀ ਬਠਿੰਡੇ ਦੀਆਂ ਸੜਕਾਂ ਤੇ ਜਾ ਰਿਹਾ, ਉੱਪਰ ਉਹ ਲਾਰਿਆਂ ਦੀ ਪੰਡ ਲੱਦੀ ਹੋਈ ਹੈ, ਤੇ ਆਲੇ ਦੁਆਲੇ ਮੁਲਾਜ਼ਮ ਨਾਅਰੇ ਮਾਰਦੇ ਲਾਰਿਆਂ ਨੂੰ ਚੇਤੇ ਕਰਵਾ ਰਹੇ ਨੇ ਕਿ ਤੁਹਾਡੇ ਲਾਰੇ ਲੀਡਰੋ ਰਹੇ ਕੁਆਰੇ, ਸਾਡੀ ਵੀ ਸੁਣੋ। ਸਾਡੇ ਨਾਲ ਇੱਕ ਕਾਲਰ ਨੇ ਜੀ।
ਸਵਾਗਤ ਹੈ ਜੀ ਤੁਹਾਡਾ ਸਾਂਝਾ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਭੈਣ ਜੀ। ਮੇਰੇ ਇੱਕ ਰਿਕੁਐਸਟ ਆ ਤੁਹਾਨੂੰ, ਮਾੜਾ ਜਿਹਾ ਇਹਨਾਂ ਨੂੰ ਕਿਹਾ ਵੀ ਜਿਹੜੇ ਸਵੇਰ ਨੂੰ ਸੱਤ ਕੀਰਤਨ ਲਾਉਂਦੇ ਅੰਮ੍ਰਿਤਸਰ ਤੋਂ, ਉਹ ਫੋਨਾਂ ਤੇ ਹੋਰ ਹੀ ਪੜੀ ਜਾਂਦੇ, ਰਾਮ ਸੀਤਾ ਫਲਾਨਾ ਢੈਂਕਾ ਵੀ ਸ਼ਬਦ ਵਧੀਆ ਲਾ ਦਿਆ ਕਰਨ ਪਲੀਜ਼। ਵੀ ਘੰਟਾ 2 ਘੰਟੇ ਸੁਣਨਾ ਹੁੰਦਾ, ਉਹੀ ਉਹ ਕੁਛ ਹੋਰ ਹੀ ਲਾਈ ਜਾਂਦੇ ਆ। ਕਿੱਥੇ ਲਾਉਂਦੇ ਆ ਜੀ ਸ਼ਬਦ? ਆਪਣੇ ਜਦੋਂ ਤੁਹਾਡੇ ਦੀ ਚੈਨਲ ਤੇ ਆਉਂਦਾ। ਸਾਡੇ ਚੈਨਲ ਤੇ ਰਾਮ ਸੀਤਾ ਤਾਂ ਨਹੀਂ ਜੀ ਆਉਂਦਾ ਸਾਡੇ ਤੇ। ਨਹੀਂ ਤੁਹਾਡੇ ਚੈਨਲ ਤੇ ਨਹੀਂ ਆਉਣਾ, PTC ਵਾਲਿਆਂ ਨੇ ਆਉਣਾ ਵਾ। ਅੱਛਾ ਜੀ, ਫਿਰ ਠੀਕ ਹੈ ਜੀ। ਮੈਨੂੰ ਤੇ ਫਿਕਰ ਲੱਗ ਗਿਆ ਕਿ ਸਾਂਝਾ ਟੀਵੀ ਤੇ ਅਸੀਂ ਰਾਮ ਸੀਤਾ ਕਦੋਂ ਤੋਂ ਕਰਨ ਲੱਗ ਪਏ। ਇਹਨਾਂ ਦਾ ਦੇਖਿਆ ਤੁਸੀਂ, ਸੁਣ ਕੇ ਸਵੇਰ ਨੂੰ ਸੁਣੀਦਾ TV ਲਾਈਦਾ ਵਾ PTC ਵਾਲੇ ਅੰਮ੍ਰਿਤਸਰ ਤੋਂ, ਉਹ ਹੋਰ ਹੀ ਸ਼ਬਦ ਸੁਣਾਈ ਜਾਂਦੇ ਆ, ਪਤਾ ਹੀ ਨਹੀਂ ਲੱਗਦਾ ਉਹਨਾਂ ਦਾ ਕੀ ਕਹਿੰਦੇ। ਬਹੁਤ ਸਾਰੇ ਹੋਰ ਚੈਨਲ ਹੈ ਜੀ। ਸਾਡਾ ਆਪਣਾ ਇੱਕ ਚੈਨਲ ਆ ਗੁਰ ਕੀ ਬਾਣੀ, ਜਿੱਥੇ ਨਰੋਲ ਬਾਣੀ ਆਉਂਦੀ ਆ, ਉਹ ਸੁਣਿਆ ਕਰੋ ਜੀ, ਉੱਥੋਂ ਵਧੀਆ ਕੁਝ ਸੁਣਨ ਨੂੰ ਮਿਲੇਗਾ ਤੁਹਾਨੂੰ। ਕਿਹੜੇ ਚੈਨਲ ਤੇ? ਡਿਸ਼ ਤੇ ਸਲਿੰਗ ਤੇ ਸਾਰੇ ਪਾਸੇ ਆਉਂਦਾ ਜੀ, ਨੈਟ ਡਿਸ਼ ਨੈਟਵਰਕ ਤੇ, ਬਾਕੀ ਹੋਰ ਵੀ ਸਾਰੇ ਪ੍ਰੋਵਾਈਡਰਾਂ ਤੇ ਗੁਰ ਕੀ ਬਾਣੀ ਆ। ਤੁਸੀਂ ਉਹਨੂੰ ਫੇਸਬੁੱਕ ਰਾਹੀਂ ਵੀ ਦੇਖ ਸਕਦੇ ਹੋ, ਸੋ ਉੱਥੇ ਸੁਣਿਆ ਕਰੋ ਜੀ ਬਾਣੀ। ਔਰ ਖਾਲਸਾ ਲਾਇਬ੍ਰੇਰੀ ਦਾ ਤੁਸੀਂ ਐਪ ਡਾਊਨਲੋਡ ਕਰ ਸਕਦੇ ਆ, www.khalsalibrary.com। ਉੱਥੇ ਵੀ ਬਾਣੀ ਦਾ ਬੁੱਕਾਂ ਪੜ੍ਹ ਵੀ ਸਕਦੇ ਆ, ਤੁਸੀਂ ਸੁਣ ਵੀ ਸਕਦੇ ਆ ਜੀ। ਹਾਂ ਜਰੂਰ ਜਰੂਰ। ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਬਿਲਕੁਲ ਜੀ, ਕਹਿੰਦੇ ਜਦੋਂ ਸਾਂਝਾ ਪਲੇਟਫਾਰਮ ਹੁੰਦਾ ਆ ਤੇ ਫਿਰ ਸਾਂਝੇ ਘਰ ਗੱਲ ਕਰਨੀ ਸਾਰਿਆਂ ਨੂੰ ਸੌਖੀ ਲੱਗਦੀ ਹੈ। ਸੋ ਬਿਲਕੁਲ ਜੀ, ਸਾਰਿਆਂ ਦੀਆਂ ਗੱਲਾਂ ਦਾ ਸਤਿਕਾਰ ਕਰਦੇ ਹਾਂ ਅਸੀਂ, ਜਿਹੜੇ ਵੀ ਤੁਸੀਂ ਵਿਸ਼ੇ ਲੈ ਕੇ ਆਉਂਦੇ ਆ। ਤੇ ਪਿਛਲੀ ਵਾਰ ਮੈਂ ਤੁਹਾਨੂੰ ਕਿਹਾ ਸੀ ਕਿ 3 ਗੱਲਾਂ 2-3 ਅੱਖਰ ਮੈਂ ਤੁਹਾਨੂੰ ਪੁੱਛਣੇ ਆ। ਸੋ ਇੱਕ ਤੇ ਅੱਖਰ ਮੇਰੇ ਕੋਲ ਇਹ ਆ ਕਿ ਵਿਲੱਖਣ ਕੀ ਕਿਹਨੂੰ ਕਹਿੰਦੇ, ਕਿਉਂਕਿ ਤੁਸੀਂ ਯੂਨੀਵਰਸਿਟੀ ਤੱਕ ਪੜ੍ਹਾਉਂਦੇ ਰਹੇ ਆ ਬੱਚਿਆਂ ਨੂੰ, ਸੋ ਤੁਸੀਂ ਇਹਨਾਂ ਅੱਖਰਾਂ ਦੇ ਨਾਲ ਹਮੇਸ਼ਾ ਹੀ ਤੁਹਾਡਾ ਵਾਹ ਵਾਸਤਾ ਪੈਂਦਾ ਰਹਿੰਦਾ ਸੀ। ਸੋ ਵਿਲੱਖਣ ਕਿਹਨੂੰ ਕਹਿੰਦੇ ਆ? ਕਿਉਂਕਿ ਮੇਰੇ ਤਰੀਕੇ ਦੇ ਨਾਲ ਮੈਂ ਸੋਚਿਆ ਜੋ ਉਹ ਡਿਫਰੈਂਟ ਆ, ਪਰ ਮੈਂ ਤੁਹਾਤੋਂ ਇਹਦੀ ਥੋੜੀ ਜਿਹੀ ਵਿਲੱਖਣਤਾ ਜਾਣਨੀ ਚਾਹੂੰਗੀ। ਵਿਲੱਖਣਤਾ ਕਿਸੇ ਚੀਜ਼ ਦੀ ਖਾਸ ਵਿਸ਼ੇਸ਼ਤਾ, ਉਹਦਾ ਨਿਵੇਕਲਾਪਨ। ਅਸਮਾਨ ਦੇ ਵਿੱਚ ਚਿੜੀਆਂ ਦੀ ਡਾਰ ਉੱਡੀ ਜਾਂਦੀ ਹੈ, ਧਰਤੀ ਤੇ ਖੜੇ ਤੁਸੀਂ ਦੇਖ ਕੇ ਦੱਸਦੇ ਹੋ ਕਿ ਉਹ ਜਿਹੜੀ ਚਿੜੀ ਉੱਡੀ ਜਾਂਦੀ ਹੈ ਨਾ, ਉਹ ਵੱਖਰੀ ਦਿਸਦੇ। ਚੈਨਲਾਂ ਦੀ ਭੀੜ ਦੇ ਵਿੱਚ ਜੇ ਅਸੀਂ ਬੈਠੇ ਹਾਂ, ਕੁਝ ਵਿਲੱਖਣ ਪੇਸ਼ਕਾਰੀ ਦੇ ਰਹੇ ਹਾਂ, ਤਾਂ ਸਾਨੂੰ ਤੁਸੀਂ ਦੇਖ ਰਹੇ ਹੋ, ਸੁਣ ਰਹੇ ਹੋ, ਫੀਡਬੈਕ ਦੇ ਰਹੇ ਹੋ, ਇਹ ਸਾਡੇ ਚੈਨਲ ਦੀ ਵਿਲੱਖਣਤਾ ਹੈ। ਜਿਹੜੇ ਕੋਈ ਖਾਸ ਪ੍ਰੋਗਰਾਮ ਕਿਸੇ ਖਾਸ ਮੀਡੀਆ ਅਦਾਰਿਆਂ ਜਾਂ ਕਿਸੇ ਵੀ ਜਗ੍ਹਾ ਦੇ ਉੱਪਰ ਜੇ ਕੋਈ ਕਵੇ ਕਿ ਬਾਕੀਆਂ ਨਾਲੋਂ ਅਲੱਗਾ, ਉਹਨੂੰ ਆਪਾਂ ਕਹਾਂਗੇ ਵਿਲੱਖਣ। ਜਿਹੜੇ ਉਹ ਆਪਣੇ ਗੁਣਾਂ ਕਰਕੇ ਕੋਈ ਚੀਜ਼, ਵਸਤੂ, ਕੋਈ ਸ਼ਖਸ ਨਿਵੇਕਲਾ ਹੁੰਦਾ, ਤੁਹਾਨੂੰ ਸਾਰਿਆਂ ਤੋਂ ਅਲੱਗਾ ਵੱਖਰਾ ਦਿਖਾਈ ਦਿੰਦਾ, ਉਹ ਉਹਦੀ ਵਿਲੱਖਣਤਾ ਹੁੰਦੀ ਹੈ ਜੀ। ਤੇ ਦੂਜਾ, ਜਦੋਂ ਅਸੀਂ ਕਹਿੰਦੇ ਆ ਨਾ ਕਿ ਕਈਆਂ ਗੱਲਾਂ ਦਾ ਸਾਡੇ ਬੱਚਿਆਂ ਤੇ ਅਸਰ ਪੈਂਦਾ ਆ ਤੇ ਬੱਚੇ ਆ ਕੇ ਤੁਹਾਨੂੰ ਸਵਾਲ ਕਰਦੇ ਆ। ਸੋ ਮੇਰਾ ਬੇਟਾ ਥੋੜੇ ਕੁ ਦਿਨਾਂ ਤੋਂ ਕੋਈ 뮤직 ਐਲਬਮ ਹੋ ਰਹੀ ਸੀ, ਉੱਥੇ ਉਹਦੀ ਬਹਿਣੀ ਉੱਠਣੀ ਆਪਣੇ ਯਾਰਾਂ ਦੋਸਤਾਂ 'ਚ ਹੋਈ, ਤੇ ਉਹਨੇ ਆ ਕੇ ਮੈਨੂੰ 2 ਵਾਰ 2 ਦਿਨ ਲਗਾਤਾਰ ਉਹੀ ਸਵਾਲ ਕੀਤਾ ਕਿ ਉਸ ਮਹਿਫਲ ਦੇ ਵਿੱਚ ਇੱਕ ਦੂਜੇ ਨੂੰ ਕਹਿੰਦੇ ਚੱਲ ਦੁੜਕੀ ਹੋ ਜਾ, ਮੈਂ ਤੇਰੀ ਬੁੰਬਲੀ ਵਜਾ ਦਊਂ। ਤੇ ਉਹ ਹੁਣ ਉਹਨੇ ਆ ਕੇ ਮੈਨੂੰ ਸਵਾਲ ਕੀਤਾ ਕਿ ਮਮ ਤੁਸੀਂ ਤਾਂ ਪੰਜਾਬ 'ਚ ਪੜ੍ਹੇ ਆ, ਤੁਹਾਨੂੰ ਤਾਂ ਪੰਜਾਬੀ ਆਉਂਦੀ ਆ, ਅਸੀਂ ਤਾਂ ਇਹਨਾਂ ਮੁਲਕਾਂ 'ਚ ਜੰਮੇ ਆ, ਇੱਥੇ ਪੜ੍ਹਦੇ ਆ, ਪੰਜਾਬੀ ਤਾਂ ਅਸੀਂ ਬੋਲਦੇ ਆ, ਪਰ ਦੁੜਕੀ ਹੋ ਜਾ ਤੇ ਤੇਰੀ ਬੁੰਬਲੀ ਵਜਾ ਦੂੰ, ਇਹ ਕੀ ਚੀਜ਼ ਆ? ਤੇ ਜਦੋਂ ਇਹ ਸ਼ਬਦ 2 ਮੈਂ ਸੁਣੇ ਸੀ ਤੇ ਪਹਿਲਾਂ ਮੈਨੂੰ ਵੀ ਬੜਾ ਲੱਗਾ। ਫਿਰ ਮੈਂ ਜਦੋਂ ਇਹਦੀ ਤਹਿ ਤੱਕ ਗਈ ਤੇ ਜਿਵੇਂ ਪਿਛਲੀ ਵਾਰ ਅਸੀਂ ਗੱਲ ਕੀਤੀ ਸੀ ਕਿ 2 ਸਿੰਗਰਾਂ ਦੇ ਵਿੱਚ ਵਿਵਾਦ ਚੱਲ ਰਿਹਾ। ਜੀ ਬਿਲਕੁਲ। ਸੋ ਬੱਬੂ ਮਾਨ ਹੁਣਾਂ ਵੱਲੋਂ ਇੱਕ ਕਿਸੇ ਉਹਨਾਂ ਦੇ ਪੁਰਾਣੇ ਗੀਤ ਦਾ ਕੋਈ ਸ਼ੇਅਰ ਚੁੱਕ ਕੇ ਕਿਹਾ ਸੀ ਦੁੜਕੀ ਹੋ ਜਾ, ਤੇ ਇੱਧਰ ਸਿੱਧੂ ਮੂਸੇਵਾਲੇ ਨੇ ਹੁਣੇ ਲਾਈਵ ਹੋ ਕੇ ਉਹਨਾਂ ਨੇ ਕਿਹਾ ਸੀ ਕਿ ਤੇਰੀ ਮੈਂ ਬੁੰਬਲੀ ਵਜਾ ਦੂੰ। ਸੋ ਬੱਚਿਆਂ ਨੂੰ ਪਤਾ ਨਹੀਂ ਇਹਨਾਂ ਅੱਖਰਾਂ ਦਾ ਮਤਲਬ ਕੀ ਆ, ਪਰ ਬੱਚੇ ਆ ਕੇ ਤੁਹਾਨੂੰ ਪੁੱਛਦੇ ਆ। ਸੋ ਮੈਂ ਕਿਹਾ ਸੀ ਮੈਂ ਜ਼ਰੂਰ ਜੀ ਮੈਂ ਬਰਾੜ ਸਾਹਿਬ ਉਹਨਾਂ ਨੂੰ ਪੁੱਛੂੰਗੀ, ਕਿਉਂਕਿ ਉਹ ਯੂਨੀਵਰਸਿਟੀ ਲੈਵਲ ਤੱਕ ਪੜ੍ਹਾਉਂਦੇ ਰਹੇ ਆ, ਉਹਨਾਂ ਨੂੰ ਸ਼ਾਇਦ ਇਹਨਾਂ ਦੀ ਜ਼ਿਆਦਾ ਪਤਾ ਹੋਊ ਵੀ ਇਹ ਕਿਹੜੇ ਇਲਾਕੇ ਦੀ ਭਾਸ਼ਾ ਆ ਤੇ ਇਹਦਾ ਮਤਲਬ ਕੀ ਨਿਕਲਦਾ ਆ। ਦੁੜਕੀ ਹੋ ਜਾ ਤੇ ਬੁੰਬਲੀ ਵਜਾ। ਭਾਸ਼ਾ ਬਹੁਤ ਅਮੀਰ ਭਾਸ਼ਾ ਜੀ, ਇਹਨੇ ਬਾਕੀ ਹੋਰਨਾਂ ਭਾਸ਼ਾਵਾਂ ਤੋਂ ਸ਼ਬਦ ਹਾਸਲ ਕਰਨ ਲਈ ਹਮੇਸ਼ਾ ਆਪਣਾ ਮੂੰਹ ਖੁੱਲਾ ਰੱਖਿਆ। 2 ਤਰ੍ਹਾਂ ਕੋਈ ਵੀ ਭਾਸ਼ਾ ਆਪਣੇ ਸ਼ਬਦ ਲੈਂਦੀ, ਤਤਸਮ ਤੇ ਤਦਭਵ। ਜੇ ਤਾਂ ਕਿਸੇ ਦੂਸਰੀ ਭਾਸ਼ਾ ਦੇ ਵਿੱਚੋਂ ਉਵੇਂ ਸ਼ਬਦ ਅਪਣਾ ਲਏ ਜਾਣ, ਜਿਵੇਂ ਸਕੂਲ ਨੂੰ ਸਕੂਲ, ਕੰਪਿਊਟਰ ਨੂੰ ਕੰਪਿਊਟਰ, ਤਾਂ ਉਹ ਤਤਸਮ ਹੈ। ਜੇ ਉਹਦਾ ਰੂਪ ਬਦਲ ਕੇ ਆਪਣੇ ਸੁਭਾਅ ਮੁਤਾਬਕ ਢਾਲ ਕੇ ਉਹਨੂੰ ਅਪਣਾ ਲਵੇ ਤਾਂ ਉਹ ਹੁੰਦਾ ਤਦਭਵ। ਜਿਵੇਂ ਅਸੀਂ ਹਸਪੀਟਲ ਨੂੰ ਬਣਾ ਲਿਆ ਹਸਪਤਾਲ, ਕੈਪਟਨ ਨੂੰ ਬਣਾ ਲਿਆ ਕਪਤਾਨ। ਸੋ ਇਹ ਸ਼ਬਦਾਂ ਦੀਆਂ ਲੜੀਆਂ ਨੇ, ਅਨੇਕਾਂ ਹੋਰਨਾਂ ਭਾਸ਼ਾਵਾਂ ਦੇ ਸ਼ਬਦ ਪੰਜਾਬੀ 'ਚ ਪਏ ਨੇ। ਇਹਦੇ ਤੋਂ ਇਲਾਵਾ ਪੰਜਾਬੀ ਦੀਆਂ ਜਿਹੜੀਆਂ ਆਪਣੀਆਂ ਵੀ ਅੱਗੇ ਉਪ ਭਾਸ਼ਾਵਾਂ ਨੇ, ਉਹ ਲੋਕ ਬੋਲੀਆਂ ਨੇ, ਜ਼ੁਬਾਨਾਂ ਨੇ। ਮਾਲਵੇ ਦੇ ਇਲਾਕੇ ਦੀ ਮਲਵਈ ਹੈ, ਤੁਹਾਡੇ ਦੁਆਬੇ 'ਚ ਦੁਆਬੀ ਭਾਸ਼ਾ ਉਪ ਭਾਸ਼ਾ ਬੋਲੀ ਜਾਂਦੀ ਹੈ।
ਪੁਆਧ ਦੇ ਕੁਝ ਇਲਾਕੇ ਨੇ, ਰੋਪੜ ਕੁਰਾਲੀ ਦਾ ਇਲਾਕਾ ਜਿਹੜਾ, ਮਾਝਾ ਆਪਾਂ ਸਾਰਾ ਜਾਣਦੇ, ਗੁਰਦਾਸਪੁਰ ਅੰਮ੍ਰਿਤਸਰ, ਜੀ ਦੋ ਦਰਿਆਵਾਂ ਦੇ ਜਿਹੜਾ ਵਿਚਕਾਰ ਆ ਉਹ ਦੁਆਬਾ, ਤੇ ਜਿਹੜਾ ਦਰਿਆ ਤੋਂ ਪਰਲੇ ਪਾਸਿਓਂ ਮਾਝਾ ਲਾਤਾ, ਬੰਨਾ ਲਾਤਾ, ਤੇ ਮਾਲਵਾ ਜਿਹੜਾ ਬਠਿੰਡੇ ਦਾ, ਸੰਗਰੂਰ ਦਾ, ਫਰੀਦਕੋਟ ਦਾ, ਮੁਕਤਸਰ ਦਾ ਇਲਾਕਾ, ਇਹਨਾਂ ਦੀ ਆਪਣੀ ਕਹਿੰਦੇ ਬੋਲੀ ਤਾਂ 12 ਕੋਹਾਂ ਤੇ ਬਦਲ ਜਾਂਦੀ ਹੈ। ਇਹ ਦੁੜਕੀ ਲਗਾਉਣਾ ਹੁਣ ਖੰਡ ਮਾਨਪੁਰ ਦਾ ਹੈ, ਜਿਹੜਾ ਬੱਬੂ ਮਾਨ ਹੈ, ਉਹ ਲੁਧਿਆਣੇ ਤੋਂ ਜੇ ਆਪਾਂ ਚੰਡੀਗੜ੍ਹ ਨੂੰ ਆਈਏ ਮੇਨ ਰੋਡ ਤੇ ਉਹਦਾ ਪਿੰਡ ਪੈਂਦਾ ਹੈ। ਹੁਣ ਉਹਨੂੰ ਤੁਸੀਂ ਮਾਲਵੇ ਚ ਰੱਖ ਲਓ ਜਾਂ ਪੁਆਧ ਦੀ ਉਹ ਨੁੱਕਰ ਜੀ ਤੇ ਆ ਜਾਊਗਾ, ਤਾਂ ਉੱਥੇ ਦੁੜਕੀ ਲਗਾਉਣਾ, ਜਿਹੜੇ ਇਹ ਕਹਿੰਦੇ ਤੂੰ ਭੱਜਾ ਦੌੜ ਜਾ ਇੱਥੋਂ, ਦੁੜਕੀ ਹੋ ਜਾ। ਹਾਂ, ਤੇ ਉਹ ਮਾਨਸੇ ਬੈਠਾ, ਉਹ ਪਹਿਲਾਂ ਬੰਬੀਹਾ ਬੁਲਾਈ ਗਿਆ ਤੇ ਹੁਣ ਉਹ ਬੰਬਲੀ ਬੁਲਾਉਣ ਨੂੰ ਫਿਰਦਾ ਜੀ। ਉਹ ਵੀ ਦੱਸ ਸਕਦਾ ਹੈ ਕਿ ਯਾਨੀ ਬੰਬਲੀ ਦਾ ਮਤਲਬ ਕਿ ਬੰਬੀਹਾ ਬੁਲਾਉਣਾ, ਤੇਰਾ ਵੀ ਤੇਰੀ ਬੰਬਲੀ ਬੁਲਾ ਲੈਣੀ, ਤੇ ਦੁੜਕੀ ਹੋ ਜਾ ਮਤਲਬ ਵੀ ਤੂੰ ਨੱਠ ਲਾ, ਭੱਜ ਲਾ ਨਾ। ਉਹ ਬੱਚਿਆਂ ਤੇ ਪੈਂਦਾ ਅਸਰ। ਪਰ ਥੈਂਕ ਯੂ ਬ੍ਰਦਰ ਸਾਹਿਬ ਤੁਹਾਡਾ, ਚੰਗੀ ਗੱਲ ਹੈ ਜੀ। ਚਾ ਆਪਾਂ ਇਹਨਾਂ ਨੂੰ ਬਹੁਤ ਵਾਰੀ ਇਹਨਾਂ ਦੀ ਆਲੋਚਨਾ ਹੋਈ ਹੈ, ਕੀ ਕੁਝ ਦੱਸੀ ਜਾਂਦੇ ਨੇ, ਪਰ ਜਦੋਂ ਇਹਨਾਂ ਨੂੰ ਬੱਚੇ ਸੁਣਦੇ ਨੇ ਤਾਂ ਕਈ ਨਵੇਂ ਸ਼ਬਦਾਂ ਬਾਰੇ ਉਹ ਪੁੱਛਦੇ ਨੇ ਤੇ ਉਹਨਾਂ ਦੇ ਸ਼ਬਦ ਭੰਡਾਰ 'ਚ ਵਾਧਾ ਹੁੰਦਾ ਜੀ। ਸੋ ਇਹਨਾਂ ਗਾਇਕਾਂ ਨੇ ਜਿਹੜੇ ਪੱਗ ਵੀ ਬੰਨ੍ਹਦੇ ਨੇ, ਪੱਗ ਨੂੰ ਵੀ ਇੰਟਰਨੈਸ਼ਨਲ ਲੈਵਲ ਤੇ ਪਹੁੰਚਾਤਾ ਐਮੀ ਵਿਰਕ ਵਰਗਿਆਂ ਨੇ ਤੇ ਬਾਵਾ ਵਰਗਿਆਂ ਨੇ ਜੀ। ਸਾਡੇ ਨਾਲ ਇੱਕ ਕਾਲਰ ਨੇ ਜੀ, ਸਵਾਗਤ ਹੈ ਜੀ ਤੁਹਾਡਾ ਸਾਂਝਾ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਲਜਿੰਦਰ ਭੈਣ, ਸਤਿ ਸ਼੍ਰੀ ਅਕਾਲ ਗੁਰਬਾਬ ਜੀ ਨੂੰ ਸਤਿ ਸ਼੍ਰੀ ਅਕਾਲ। ਇਹ ਜਿਹੜਾ ਦੁੜਕੀ ਦਾ ਮਤਲਬ ਆ, ਇਹ ਛੇਤੀ ਭੱਜ ਜਾ, ਉਹ ਚੀਜ਼ ਚੱਕ ਲਿਆ, ਦੁੜਕੀ ਬਣ ਜਾ। ਠੀਕ ਹੈ। ਤੇ ਬੰਬਲੀ ਕੀ ਹੁੰਦੀ ਹੈ ਜੀ? ਹਾਂ, ਇਹ ਦੁਆਬੇ ਵੱਲ ਇਦਾਂ ਕਹਿੰਦੇ ਆ। ਠੀਕ ਹੈ ਜੀ, ਦੁੜਕੀ ਹੋ ਜਾ ਬਸ। ਹੁਣ ਅਸੀਂ ਵੀ ਦੁੜਕੀ ਹੋਣ ਵਾਲੇ ਹੀ ਆ ਜੀ, ਸਾਡਾ ਵੀ ਸਮਾਂ ਹੋਇਆ ਹੀ ਆ। ਥੈਂਕ ਯੂ ਜੀ ਤੁਹਾਡਾ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਸੋ ਬਰਾੜ ਸਾਹਿਬ ਥੈਂਕ ਯੂ ਵੈਰੀ ਮੱਚ ਜੀ। ਸੋ ਸੋਮਵਾਰ ਫਿਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ ਤੇ ਬੜਾ ਕੁਝ ਅਸੀਂ ਤੁਹਾਡੇ ਤੋਂ ਸਿੱਖਦੇ ਆ, ਸ਼ਬਦਾਂ ਦੇ ਭੰਡਾਰ ਆ ਤੁਹਾਡੇ ਕੋਲ। ਸੋ ਕੀ ਕਹੋਗੇ ਜੀ ਜਾਂਦੇ ਜਾਂਦੇ? ਇਹੀ ਕਹਾਂਗਾ ਜੀ ਕਿ ਤੁਸੀਂ ਵੀ ਸਾਡੇ ਤੱਕ ਜ਼ਰੂਰ ਫੀਡਬੈਕ ਪਹੁੰਚਾਓ। ਇਸ ਪ੍ਰੋਗਰਾਮ ਨੂੰ ਅਸੀਂ ਹੋਰ ਬਿਹਤਰ ਤੋਂ ਬਿਹਤਰੀਨ ਬਣਾਉਣ ਦਾ ਯਤਨ ਕਰਾਂਗੇ ਔਰ ਤੁਹਾਡੀਆਂ ਸਾਰਿਆਂ ਦੀਆਂ ਆਸਾਂ ਉਮੀਦਾਂ ਤੇ ਖਰਾ ਉਤਰਾਂਗੇ ਜੀ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਬਿਲਕੁਲ ਜੀ, ਇਹ ਸਨ ਮੇਰੇ ਨਾਲ ਗੁਰਬਾਜ ਸਿੰਘ ਬਰਾੜ ਤੇ ਮੇਰਾ ਤੁਹਾਡੇ ਨਾਲ ਕੱਲ ਫਿਰ ਸਾਥ ਹੋਵੇਗਾ ਖਬਰਸਾਰ ਦੇ ਵਿੱਚ। ਕੱਲ ਮੇਰੇ ਨਾਲ ਕੁਲਦੀਪ ਸਿੰਘ ਜੀ ਆਉਣਗੇ ਤੇ ਖਾਸ ਕਰੋਨਾ ਦੇ ਉੱਤੇ ਗੱਲਬਾਤ ਕੀਤੀ ਜਾਵੇਗੀ, ਗੈਸਟ ਵੀ ਸਾਡੇ ਨਾਲ ਹੋਣਗੇ। ਤੇ ਇਸ ਤੋਂ ਇਲਾਵਾ ਇੱਕ ਹੋਰ ਖਾਸ ਮਸਲਾ ਜਿਹੜਾ ਆ ਗੁਰਦੁਆਰਾ ਸਾਹਿਬ ਦਾ ਆ, ਉਹ ਲੈ ਕੇ ਆਵਾਂਗੇ ਕਿ ਸਾਡੇ ਬੱਚੇ ਜਾਂ ਸਾਡੀਆਂ ਬੱਚੀਆਂ ਗੁਰਦੁਆਰਿਆਂ 'ਚ ਕਿਉਂ ਨਹੀਂ ਸੇਫ। ਸਾਡੇ ਬੱਚੇ ਆ ਕੇ ਘਰਾਂ 'ਚ ਦੱਸਦੇ ਨੇ ਕਿ ਉਹਨਾਂ ਦੇ ਨਾਲ ਦੁਰਵਿਵਹਾਰ ਕੀਤਾ ਜਾਂਦਾ ਗੁਰਦੁਆਰਾ ਸਾਹਿਬ ਦੇ ਵਿੱਚ। ਕਿਹੜਾ ਗੁਰਦੁਆਰਾ ਆ? ਸੋ ਕੱਲ ਇਸ ਦੇ ਬਾਰੇ ਤੁਹਾਡੇ ਸਾਹਮਣੇ ਖੁਲਾਸਾ ਕਰਾਂਗੇ ਕਿਹਨਾਂ ਗੱਲਾਂ ਦਾ ਸਾਨੂੰ ਧਿਆਨ ਰੱਖਣਾ ਚਾਹੀਦਾ। ਆਪਣੇ ਬੱਚਿਆਂ ਨੂੰ ਚੰਗੇ ਮਾੜੇ ਟੱਚ ਦਾ, ਜੇ ਕੋਈ ਤੁਹਾਨੂੰ ਕੋਈ ਟੱਚ ਕਰਦਾ, ਕੋਈ ਹੱਗ ਕਰਦਾ, ਸਾਨੂੰ ਬੱਚਿਆਂ ਨੂੰ ਗਾਈਡ ਕਰਨਾ ਚਾਹੀਦਾ, ਉਹਨਾਂ ਨੂੰ ਦੱਸਣਾ ਚਾਹੀਦਾ ਕਿ ਜਦੋਂ ਕੋਈ ਤੁਹਾਨੂੰ ਕਿਹੜੇ ਮਾੜੇ ਤਰੀਕੇ ਦੇ ਨਾਲ ਟੱਚ ਕਰ ਰਿਹਾ, ਚੰਗੇ ਤਰੀਕੇ ਦੇ ਨਾਲ ਕੋਈ ਕਰ ਰਿਹਾ, ਬੱਚਿਆਂ ਨੂੰ ਇਹਦੀ ਪਹਿਚਾਣ ਹੋਣੀ ਚਾਹੀਦੀ ਹੈ। ਤੇ ਜਦੋਂ ਇਹੋ ਜਿਹਾ ਕੁਝ ਗੁਰਦੁਆਰਿਆਂ 'ਚ ਹੋਣ ਲੱਗ ਪਵੇ ਤੇ ਪੇਰੈਂਟਸ ਦੇ ਅੱਗੇ ਇੱਕ ਬਹੁਤ ਵੱਡਾ ਸਵਾਲ ਆ ਜਾਂਦਾ। ਸੋ ਕੱਲ ਇਸ ਦੀ ਗੱਲਬਾਤ ਕਰਾਂਗੇ। ਖਬਰਸਾਰ ਵਿੱਚ ਫੇਰ ਮਿਲਾਂਗੇ। ਅੱਜ ਦਿਓ ਇਜਾਜ਼ਤ। ਮੇਰੇ ਵੱਲੋਂ ਦੇਖ ਰਹੇ ਸਾਰੇ ਹੀ ਪਰਿਵਾਰਾਂ ਨੂੰ ਪਿਆਰ ਸਹਿਤ ਸਤਿ ਸ਼੍ਰੀ ਅਕਾਲ ਜੀ।